नवरंग टीवी वेख रहे सारे ही दर्शकों को प्यार भरी सत श्री अकाल। उम्मीद है कि तुसी सारे ठीक होवोगे, घरां दे विच तंदुरुस्त होवोगे। मैं हां जी मनप्रीत धामी, स्वागत है तुहाडा प्रोग्राम एक नज़र दे विच। तो मैं हरमिंदर सिंह बसरा लैके आए हैं प्रोग्राम एक नज़र, जो कि ਅਸੀਂ डेली इस टाइम 1 ਤੋਂ 2 ਵਜੇ तक लैके आने हैं। तो जिदा कि ਅਸੀਂ ਤੁਹਾਨੂੰ रोज़ दसते हैं कि ਅਸੀਂ इस प्रोग्राम ਦੇ ਵਿੱਚ नज़र रखते हैं कि जो ये माहौल ਸਾਡੇ आस-पास इस महामारी ਦਾ ਬਣਿਆ ਹੋਇਆ ਇਸ ਦੇ ਵਿੱਚ किस तरीके ਦੇ ਨਾਲ ਪ੍ਰਸ਼ਾਸਨ ਜਿਹੜਾ ਕੰਮ ਕਰਦਾ ਰਿਹਾ, ਪਬਲਿਕ ਨੂੰ ਕਿਹੜੀ ਚੀਜ਼ਾਂ ਦੀ ਜ਼ਰੂਰਤ ਆ, ਕਿੱਥੇ ਪਬਲਿਕ ਤੋਂ ਗਲਤੀਆਂ ਹੋ ਰਹੀਆਂ, ਇੱਕ ਕੜੀ ਦੇ ਤੌਰ ਦੇ ਉੱਤੇ ਅਸੀਂ ਇਸ ਪ੍ਰੋਗਰਾਮ ਨੂੰ ਲੈ ਕੇ ਆਉਂਦੇ ਆ। ਤੁਸੀਂ ਅਗਰ ਕੋਈ ਵੀ ਤੁਹਾਡਾ ਮੈਸੇਜ ਹੈ, ਕੋਈ ਜ਼ਰੂਰਤ ਆ, ਤਾਂ ਤੁਸੀਂ ਉਹ ਸਾਨੂੰ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਉਹ ਦੱਸ ਸਕਦੇ ਹੋ। ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਸ ਪ੍ਰੋਬਲਮ ਨੂੰ ਸੋਲਵ ਕਰਾਉਣ ਦੀ ਤੇ ਪ੍ਰਸ਼ਾਸਨ ਤੱਕ ਪਹੁੰਚਾਉਣ ਦੀ, ਜਾਂ ਜੋ ਵੀ ਅਸੀਂ ਉਹਦੇ ਲਈ ਬਿਹਤਰ ਕਰ ਸਕਦੇ ਹਾਂ ਅਸੀਂ ਉਹਦੀ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਤੇ ਪਹਿਲਾਂ ਮਨਪ੍ਰੀਤ ਅੱਜ ਦੀ ਜੀ ਤੇ ਸਰ, ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਕੋਵਿਡ-19 ਦੇ ਬਾਰੇ ਵਿੱਚ, ਤਾਂ ਪੰਜਾਬ ਦੇ ਵਿੱਚ ਜਿਹੜੇ ਪੀੜਤਾਂ ਦੀ ਗਿਣਤੀ ਆ ਉਹ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਜਲੰਧਰ ਦਾ ਵੀ ਜਿਹੜਾ ਬਹੁਤ ਬੁਰਾ ਹਾਲ ਇਸ ਸਮੇਂ ਹੋਇਆ ਪਿਆ, ਉੱਥੇ ਜਿਹੜੇ ਟੋਟਲ 85 ਮਰੀਜ਼ ਹੁਣ ਤੱਕ ਹੋ ਗਏ ਨੇ। ਤੇ ਹੁਣ ਤੱਕ ਜੇਕਰ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ 345 ਜਿਹੜੇ ਪੀੜਤ ਕੋਵਿਡ-19 ਦੇ ਪਾਏ ਗਏ ਨੇ। 14 ਨਵੇਂ ਕੇਸ ਜਿਹੜੇ ਮਤਲਬ 1-2 ਦਿਨ ਦੇ ਵਿੱਚ ਜਿਹੜੇ ਕੱਲ ਸਾਹਮਣੇ ਆਏ ਨੇ, ਤੇ 19 ਮੌਤਾਂ ਹੋ ਚੁੱਕੀਆਂ ਨੇ। 105 ਲੋਕ ਜਿਹੜੇ ਇਹਨਾਂ ਵਿੱਚੋਂ ਠੀਕ ਹੋਏ ਨੇ। ਜਲੰਧਰ ਦੇ ਵਿੱਚ 85 ਪੀੜਤ ਪਾਏ ਗਏ ਨੇ, ਪਟਿਆਲਾ ਦੇ ਵਿੱਚ 61, ਨਵਾਂ ਸ਼ਹਿਰ ਦੇ ਵਿੱਚ 22, ਅੰਮ੍ਰਿਤਸਰ ਦੇ ਵਿੱਚ 14, ਮਾਨਸਾ ਦੇ ਵਿੱਚ 13, ਲੁਧਿਆਣਾ ਦੇ ਵਿੱਚ 18, ਪਠਾਨਕੋਟ ਦੇ ਵਿੱਚ 25 ਤੇ ਮੋਹਾਲੀ ਦੇ ਵਿੱਚ ਜਿਹੜੇ 65 ਕੇਸ ਹੁਣ ਤੱਕ ਪਾਏ ਗਏ ਨੇ। ਮਤਲਬ ਜਲੰਧਰ ਜਿਹੜਾ ਇਸ ਸਮੇਂ ਨੰਬਰ 1 ਤੇ ਜਿਹੜਾ ਚੱਲ ਰਿਹਾ ਹੈ ਕੋਵਿਡ-19 ਦੇ ਪੀੜਤਾਂ ਦੀ ਗਿਣਤੀ। ਅੱਗੇ ਆਪਾਂ ਕਿਸੇ ਵੀ ਚੀਜ਼ ਨੂੰ ਅਗਰ ਕੋਈ ਸ਼ਹਿਰ ਕਹਿੰਦਾ ਸੀ ਕਿ ਸਾਡਾ ਸ਼ਹਿਰ ਨੰਬਰ 1 ਦੇ ਉੱਤੇ, ਬੜੀ ਮਾਣ ਵਾਲੀ ਗੱਲ ਹੁੰਦੀ ਸੀ। ਲੇਕਿਨ ਇਹ ਹੁਣ ਮਾਣ ਵਾਲੀ ਗੱਲ ਨਹੀਂ ਹੈ, ਬੜੀ ਮਾੜੀ ਗੱਲ ਆ ਕਿ ਜਲੰਧਰ ਵਾਸੀਆਂ ਨੂੰ ਇਹਦੇ ਲਈ ਸੋਚਣਾ ਪਏਗਾ ਕਿ ਜੇ ਜਲੰਧਰ 1 ਨੰਬਰ ਚੱਲ ਰਿਹਾ ਆ, ਕਿਤੇ ਨਾ ਕਿਤੇ ਜੋ ਲੋਕ ਉੱਥੇ ਰਹਿੰਦੇ ਨੇ ਉਹਨਾਂ ਦੀ ਆਪਣੀ ਜਿਹੜੀ ਆ ਇਹਦੇ ਵਿੱਚ ਕਸੂਰ ਥੋੜਾ ਬਹੁਤ ਹੈ। ਚਲੋ ਬਾਕੀ ਤਾਂ ਵਾਹਿਗੁਰੂ ਦੇ ਹੱਥ ਹੁੰਦਾ, ਲੇਕਿਨ ਜੋ ਇੱਕ ਦੂਜੇ ਨੂੰ ਟੱਚ ਕਰਨਾ ਜਾਂ ਆਪਣੇ ਕਰਫਿਊ ਦੀ ਪਾਲਣਾ ਨਹੀਂ ਕੀਤੀ, ਲਾਕਡਾਊਨ ਦੀ ਪਾਲਣਾ ਨਹੀਂ ਕੀਤੀ ਗਈ, ਉਹਦਾ ਨਤੀਜਾ ਜਿਹੜਾ ਆ ਸਾਹਮਣੇ ਆ ਰਿਹਾ। ਤੇ ਕਿੰਨੀ ਮਾੜੀ ਗੱਲ ਆ ਕਿ ਜਿਹੜੇ ਨਾਲ ਦੇ ਜ਼ਿਲ੍ਹੇ ਨੇ, ਬੇਸ਼ੱਕ ਉਹ ਹੁਸ਼ਿਆਰਪੁਰ ਹੋਵੇ ਜਾਂ ਫਗਵਾੜਾ, ਆਪਣੇ ਕਪੂਰਥਲਾ ਵਿੱਚ ਵੀ ਜਦੋਂ ਵੀ ਜਲੰਧਰ ਤੋਂ ਜਾਂ ਕਿਤੋਂ ਵੀ ਐਂਟਰ ਕਰਦੇ ਆ, ਪਹਿਲਾਂ ਮਨਪ੍ਰੀਤ ਉੱਥੇ ਜਿਹੜੀ ਆ ਟੈਸਟਿੰਗ ਕੀਤੀ ਜਾਂਦੀ ਆ, ਭਾਵੇਂ ਉਹ ਇੱਕ ਸਿੰਪਲ ਟੈਸਟਿੰਗ ਆ, ਲੇਕਿਨ ਕਿੰਨੀ ਜ਼ਰੂਰ ਜਾਂਦੀ ਆ। ਤੇ ਹੁਸ਼ਿਆਰਪੁਰ ਜ਼ਿਲ੍ਹੇ ਨੇ ਤਾਂ ਬਿਲਕੁਲ ਹੀ ਜਲੰਧਰ ਤੋਂ ਆਉਣ ਵਾਲੇ ਕਿਸੇ ਵੀ ਗੱਡੀ ਨੂੰ, ਕਿਸੇ ਵੀ ਬੰਦੇ ਨੂੰ ਜਿਹੜਾ ਉਹਨਾਂ ਨੇ ਇਲਾਕਾ ਹੀ ਸੀਲ ਕੀਤਾ ਹੋਇਆ, ਟੋਟਲ ਇਲਾਕਾ ਹੀ ਸੀਲ ਕਰ ਦਿੱਤਾ ਕਿ ਉਹ ਕਿਸੇ ਹੋਰ ਜ਼ਿਲ੍ਹੇ ਦੇ ਥਰੂ ਵੀ ਜਿਹੜਾ ਆ ਜਲੰਧਰ ਵਾਲਾ ਬੰਦਾ ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਨਹੀਂ ਜਾ ਸਕਦਾ। ਦੇਖੋ ਕਿਹੋ ਜਿਹਾ ਟਾਈਮ ਆ ਗਿਆ ਨਾ। ਤੇ ਉਹਦੇ ਨਾਲੋਂ ਚੰਗੀ ਗੱਲ ਇਹ ਹੈ ਕਿ ਫੇਰ ਜਿੱਦਾਂ ਕਿਹਾ ਜਾ ਰਿਹਾ ਕਿ 3 ਜਾਂ 4 ਤਰੀਕ ਨੂੰ ਜਿਹੜਾ ਕੁਛ ਨਾ ਕੁਛ ਏਰੀਏ, ਕੁਛ ਨਾ ਕੁਛ ਰਿਲੈਕਸੇਸ਼ਨ ਜਿਹੜੀ ਆ ਉਹ ਕਰਫਿਊ ਦੇ ਵਿੱਚ ਮਿਲੇਗੀ, ਉਸ ਏਰੀਏ 'ਚ ਮਿਲੇਗੀ ਜਿਸ ਦੇ ਵਿੱਚ ਕਰੋਨਾ ਦਾ ਪ੍ਰਭਾਵ ਨਹੀਂ ਹੈ। ਤੇ ਜੇ ਆਪਾਂ ਉਹਦੀ ਗੱਲ ਕਰਦੇ ਹਾਂ, ਦੇਖੋ ਉੱਥੇ ਬਿਜ਼ਨਸਮੈਨਾਂ ਲਈ ਕਿੰਨਾ ਨੁਕਸਾਨ ਆ ਕਿ ਸਾਨੂੰ ਲੱਗਦਾ ਹੈ ਕਿ ਜਲੰਧਰ ਦਾ ਇਸ ਹਿਸਾਬ ਨਾਲ ਕੁਛ ਵੀ ਨਹੀਂ ਮਿਲੇਗਾ, ਕਿਉਂਕਿ ਜਲੰਧਰ ਬਹੁਤ ਜ਼ਿਆਦਾ ਪ੍ਰਭਾਵਿਤ ਜਿਹੜਾ ਇਸ ਵਕਤ ਇਸ ਪ੍ਰੋਬਲਮ ਤੋਂ ਹੈਗਾ। ਤੇ ਉੱਥੇ ਚਾਂਸ ਨਹੀਂ ਹੈ ਕੋਈ ਕਿ ਕਿਸੇ ਤਰ੍ਹਾਂ ਦੀ ਰਿਲੈਕਸੇਸ਼ਨ ਮਿਲੇਗੀ। ਹਾਂ, ਗੱਲ ਅਲੱਗ ਹੈ ਕਿ ਜਿਹੜੇ ਜਲੰਧਰ ਸ਼ਹਿਰ ਤੋਂ ਇਲਾਵਾ ਬਾਕੀ ਏਰੀਆ ਹੈ ਜਿੱਥੇ ਦਾ ਨਹੀਂ ਹੈਗਾ, ਬੇਸ਼ੱਕ ਕੋਈ ਛੋਟੇ ਸ਼ਹਿਰ ਜਾਂ ਕਸਬੇ ਹੋਣ, ਹੋ ਸਕਦਾ ਉੱਥੇ ਰਿਲੈਕਸੇਸ਼ਨ ਮਿਲ ਜਾਵੇ, ਲੇਕਿਨ ਜਲੰਧਰ ਨੂੰ ਮਿਲਦੀ ਜਿਹੜੀ ਆ ਉਹ ਨਹੀਂ ਦਿੰਦੀ। ਜੀ ਸਰ, ਇਸੇ ਤਰ੍ਹਾਂ ਜਿਹੜਾ ਪੰਜਾਬ ਦੇ ਵਿੱਚ 15 ਮਈ ਤੱਕ ਲਾਕਡਾਊਨ ਦੀ ਜਿਹੜੀ ਮਤਲਬ ਵਧਾਉਣ ਦੀ ਉਹਨੂੰ ਰਣਨੀਤੀ ਤਿਆਰ ਕੀਤੀ ਗਈ ਹੈ। ਤੇ ਉਹਦੇ ਵਿੱਚ ਪੰਜਾਬ ਸਰਕਾਰ ਨੇ ਜਿਹੜੇ ਰੋਗਗ੍ਰਸਤ ਇਲਾਕੇ ਹੈਗੇ, ਜਿਵੇਂ ਤੁਸੀਂ ਗੱਲ ਕੀਤੀ ਹੈ, ਉੱਥੇ ਮਤਲਬ ਉੱਥੋਂ ਬਾਹਰ ਇਲਾਕੇ ਦੇ ਵਿੱਚ ਉਦਯੋਗਿਕ ਇਕਾਈਆਂ ਨੂੰ ਚਾਲੂ ਕਰਨ ਦੀ ਜਿਹੜੀ ਆਗਿਆ ਉਹ ਦੇ ਸਕਦੀ ਹੈ, ਜੇਕਰ ਹਾਲਾਤ ਵਧੀਆ ਰਹੇ ਤਾਂ, ਹਨਾ। ਤੇ ਉੱਥੇ ਜਿਹੜੀ ਇੱਕ 20 ਮੈਂਬਰੀ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਮੁੱਖ ਮੰਤਰੀ ਵੱਲੋਂ, ਉਹ ਜਿਹੜਾ ਸਾਰੇ ਹੀ ਪ੍ਰਬੰਧਾਂ ਤੇ ਨਜ਼ਰ ਰੱਖੇਗੀ, ਕਿਹੜੀਆਂ ਮੁਸ਼ਕਲਾਂ ਸਾਨੂੰ ਆਉਣ ਵਾਲੇ ਸਮੇਂ 'ਚ ਆ ਸਕਦੀਆਂ, ਉਹਨਾਂ ਤੇ ਗੱਲਬਾਤ ਜਿਹੜੀ ਉਹ ਸਰਕਾਰ ਤੱਕ ਪਹੁੰਚਾਉਣਗੇ। ਉੱਥੇ ਉਹਨਾਂ ਨੇ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਦੇ ਨਾਲ ਸਖਤੀ ਨਾਲ ਜਿਹੜੀ ਇੱਕ ਟੀਮ ਆ ਉਹ ਨਿਪਟੂਗੀ। ਤੇ ਮਤਲਬ ਕਿਸੇ ਦੀ ਕਹਿ ਲਓ ਕਿ ਕੋਈ ਸਿਫਾਰਿਸ਼ ਨਹੀਂ ਫਿਰ ਪੈਣੀ ਹੈਗੀ, ਜੋ ਉਹਨਾਂ ਨੇ ਡਿਸੀਜਨ ਲੈ ਲਿਆ ਉਹੀ ਉਹਦੇ ਤੇ ਉਹਨਾਂ ਨੇ ਚੱਲਣਾ। ਤੇ 3 ਮਈ ਤੋਂ ਬਾਅਦ ਜਿਹੜੇ 50% ਦੀ ਮਤਲਬ ਸਟਾਫ ਦੇ ਨਾਲ ਕੋਈ ਦੁਕਾਨਾਂ ਜਿਹੜੀਆਂ ਖੋਲ ਸਕਦੀਆਂ, ਪ੍ਰੋਪਰ ਸਟਾਫ ਨਹੀਂ ਉੱਥੇ ਮੌਜੂਦ ਹੋਊਗਾ। ਜੇਕਰ ਇੱਕ ਦੁਕਾਨ ਦੇ ਅੰਦਰ 10 ਮੈਂਬਰ ਕੰਮ ਕਰਦੇ ਤਾਂ ਉਹਦੇ ਵਿੱਚ 5 ਮੈਂਬਰ ਜਿਹੜੇ ਉਹਨਾਂ ਦੇ ਨਾਲ ਕੋਈ ਦੁਕਾਨ ਅਜਿਹੀ ਹੈਗੀ ਹੈ ਜਿਹੜੀ ਖੁੱਲਣ ਦੇ ਆਸਾਰ ਹੈਗੇ ਆ। ਮਨਪ੍ਰੀਤ ਉੱਥੇ ਇਹ ਤਾਂ ਠੀਕ ਹੈ ਕਿ 50% ਸਟਾਫ ਦੇ ਨਾਲ ਖੋਲੀ ਜਾ ਸਕਦੀ, ਕਿਉਂਕਿ ਜੇ ਦੁਕਾਨਾਂ ਖੁੱਲ ਵੀ ਜਾਂਦੀਆਂ, ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ, ਤੇ ਕਿ ਇੱਕਦਮ ਇਹ ਨਹੀਂ ਹੋ ਸਕਦਾ ਕਿ ਬਹੁਤ ਸਾਰੇ ਗ੍ਰਾਹਕ ਜਿਹੜੇ ਆ ਉੱਥੇ ਆਉਣ, ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਡਰ ਦਾ ਮਾਹੌਲ ਆ। ਤੇ ਫਿਰ ਇਹ ਪਤਾ ਨਹੀਂ ਕਦੋਂ ਲਾਕਡਾਊਨ ਕਿੰਨੀ ਦੇਰ ਲਈ ਖੁੱਲਦਾ, ਕਿਸ ਤਰੀਕੇ ਨਾਲ ਖੁੱਲਦਾ, ਉਸ ਨੂੰ ਲੈ ਕੇ ਹਰ ਕੋਈ ਜਿਹੜਾ ਆ ਮਨੀ ਸੇਵ ਕਰਨ ਦੇ ਵਿੱਚ ਲੱਗਾ ਹੋਇਆ
ਕਿ ਇਹ ਕਿੰਨਾ ਲੰਬਾ ਟਾਈਮ ਹੈ ਚੱਲਣਾ ਹੈ, ਕਿੰਨੇ ਕੰਮਾਂ ਦੇ ਪ੍ਰਭਾਵਿਤ ਹੋਣਾ। ਇਸ ਕਰ ਜੋ ਕੁਝ ਸਾਡੇ ਕੋਲ ਪਿਆ ਆ ਅਸੀਂ ਉਹਨੂੰ ਸੰਭਾਲ ਕੇ ਰੱਖੀਏ ਤਾਂ ਕਿ ਇਹ ਲੰਬੇ ਸਮੇਂ ਤੱਕ ਜਿਹੜੀ ਆ ਅਸੀਂ ਇਸ ਮਨੀ ਨੂੰ ਯੂਜ਼ ਕਰਕੇ ਆਪਣਾ ਔਖਾ ਟਾਈਮ ਆ ਜਿਹੜਾ ਉਹ ਕੱਢ ਸਕੀਏ। ਸਰ ਜਿਹੜੀ ਇਹ 20 ਮੈਂਬਰੀ ਟਾਸਕ ਫੋਰਸ ਬਣਾਈ ਗਈ ਹੈ ਉਹਨਾਂ ਨੇ ਕਿਹਾ ਕਿ 6 ਮਹੀਨੇ ਦੇ ਲਈ ਜਿਹੜਾ ਵਿਆਜ ਆ ਉਹ ਬੈਂਕਾਂ ਵੱਲੋਂ ਉਹਦੀ ਤੇ ਛੋਟ ਦਿੱਤੀ ਜਾਣੀ ਚਾਹੀਦੀ ਹੈ। ਮਤਲਬ ਵਧੀਆ ਗੱਲ ਹੈ ਜੇਕਰ ਇਦਾਂ ਹੁੰਦਾ। ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹਾਂ ਬੈਂਕਾਂ ਜਿਹੜਾ ਵਿਆਜ ਲੈਣੀਆਂ ਉਹਨਾਂ ਉੱਤੇ ਛੋੜ ਕੇ ਜਿਹੜਾ ਵਿਆਜ ਦਿੰਦੀਆਂ ਉਹਨਾਂ ਤੇ ਛੋੜ ਨਹੀਂ ਉਹ ਤਾਂ ਅਸੀਂ ਉਹਦੇ ਤੇ ਤਾਂ ਕਰਨਾ ਹੀ ਨਹੀਂ। ਬੈਂਕਾਂ ਵਾਲੇ ਪਾਸੇ ਤੇ ਅਸੀਂ ਆਪਣੀ ਗੱਲ ਕਰ ਰਹੇ ਹਾਂ ਤੇ ਉਹਦੇ ਤੇ ਜਿਹੜਾ ਵਿਆਜ ਜਿਹੜੇ ਉਦਯੋਗਿਕ ਵਿਆਜ ਜਿੱਦਾਂ ਕਈਆਂ ਨੇ ਚੱਕੇ ਹੋਏ ਕੰਮ ਦੇ ਲਈ ਚੱਕੇ ਹੋਏ ਆ ਲੋਨ, ਹਾਂਜੀ ਉਹਦੇ ਤੇ ਉਹ ਮਤਲਬ ਉਹ ਟੀਮ ਵੱਲੋਂ ਜਿਹੜਾ ਸੁਝਾਅ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਕਿ ਜਿਹੜੀ 6 ਮਹੀਨੇ ਦੀ ਕਿਸ਼ਤ ਆ ਉਹਦੇ ਤੇ ਜਿਹੜੀ ਛੋਟ ਉਹ ਦਿੱਤੀ ਜਾਵੇ। ਜੇਕਰ ਇਦਾਂ ਹੋ ਜਾਂਦਾ ਥੋੜੀ ਜਿਹੀ ਜਿਹੜੀ ਰਾਹਤ ਆ ਉਹ ਮਿਲ ਸਕਦੀ ਹੈ। ਸੁਝਾਅ ਜਿਹੜੇ ਆ ਪੰਜਾਬ ਸਰਕਾਰ ਨੂੰ ਦੇ ਕੇ ਨਹੀਂ ਗੱਲ ਮੰਨੀ, ਇਹ ਤਾਂ ਜਾਂ ਤਾਂ ਸੈਂਟਰ ਨੂੰ ਦਿੱਤੇ ਜਾਂ ਪੰਜਾਬ ਸਰਕਾਰ ਅੱਗੇ ਆਪਣੀ ਪਰ ਅਸੀਂ ਪੰਜਾਬ ਸਰਕਾਰ ਨੂੰ ਅਸੀਂ ਦੇ ਸਕਦੇ ਨਾ। ਉਹਨਾਂ ਨੇ ਸੈਂਟਰ ਦੇ ਨਾਲ ਜਿਹੜੀ ਗੱਲ ਕਰ ਉਹਨਾਂ ਨੂੰ ਤਾਂ ਹਜੇ ਤੱਕ ਕਹਿ ਲੋ ਕਿ ਜਿਹੜੀ GST ਦੀ ਬਕਾਇਦਾ ਰਾਸ਼ੀ ਸੀ ਉਹੀ ਨਹੀਂ ਵਾਪਸ ਮਿਲ ਰਹੀ ਤਾਂ ਸੁਝਾਅ ਉੱਥੇ ਤੱਕ ਹਾਂ ਹਨਾ। ਤੇ ਉੱਥੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਉਦਯੋਗ ਜਿਹੜੇ ਕਈਆਂ ਨਹੀਂ ਵੀ ਚੱਲਦੇ ਪਰ ਫਿਰ ਵੀ ਜਿਹੜੀਆਂ ਸੈਲਰੀਆਂ ਉਹ ਦੇਣੀਆਂ ਪੈ ਰਹੀਆਂ ਸੋ ਉਹਨਾਂ ਦੇ ਲਈ ਜਿਹੜੇ ਉਦਯੋਗਿਕ ਮਾਲਕ ਹੈਗੇ ਸਰਕਾਰ ਵੱਲੋਂ ਉਹਨਾਂ ਨੂੰ ਸੈਲਰੀ ਤੇ ਜਿਹੜੀ ਸਬਸਿਡੀ ਦਿੱਤੀ ਜਾਵੇ ਤਾਂ ਹੀ ਉਹ ਜਿਹੜੇ ਮਤਲਬ ਸੈਲਰੀਆਂ ਦੇ ਸਕਦੇ ਤਾਂ ਹੀ ਦੇ ਸਕਦੇ। ਇਹ ਤਾਂ ਬਿਲਕੁਲ ਸੱਚ ਹੈ। ਜਦੋਂ ਲੋਕਾਂ ਦੇ ਬਿਜ਼ਨਸ ਬੰਦ ਪਏ ਨੇ ਤੇ ਜੇ ਕੋਈ ਬਿਜ਼ਨਸ ਖੋਲਣਾ ਵੀ ਚਾਹੁੰਦਾ ਉਹ ਬਿਜ਼ਨਸ ਖੋਲੇ ਕਿੱਦਾਂ, ਕਿਉਂਕਿ ਉਹਨੂੰ ਰॉ ਮਟੀਰੀਅਲ ਦੇ ਲਈ ਪਿੱਛੇ ਸ਼ਾਪ ਤੇ ਜਾਣਾ ਪੈਂਦਾ, ਉਹਨੂੰ ਵੇਚਣ ਦੇ ਲਈ ਅਗਲੀ ਸ਼ਾਪ ਤੇ ਜਾਣਾ ਪੈਂਦਾ। ਇੱਕ ਐਗਜ਼ਾਮਪਲ ਮੈਂ ਦੱਸ ਰਿਹਾ ਹਾਂ ਕਿ ਜੇ ਤੁਹਾਡਾ ਜੋ ਸਮਾਨ ਬਣਾਵਾਂਗੇ ਉਹਨੂੰ ਅੱਗੇ ਲਿਜਾ ਕੇ ਕਿਤੇ ਕਿਤੇ ਵੇਚਣਾ ਪਏਗਾ। ਜੋ ਬਣਾਵਾਂਗੇ ਉਹਦੇ ਲਈ ਪਿੱਛੋਂ ਸਮਾਨ ਜਿਹੜਾ ਆ ਕਿਸੇ ਨਾ ਕਿਸੇ ਸਟੋਰ ਤੋਂ ਆਏਗਾ ਤੇ ਜੇ ਉਹ ਪ੍ਰੋਪਰ ਨਹੀਂ ਖੁੱਲਦੇ ਜਾਂ ਅਗਲਾ ਨਹੀਂ ਖੁੱਲਿਆ ਜਾਂ ਪਿਛਲਾ ਨਹੀਂ ਖੁੱਲਿਆ ਚੇਨ ਤਾਂ ਫੇਰ ਨਹੀਂ ਬਣੀ। ਇਹ ਵੀ ਇੱਕ ਆਪਣੇ ਚੇਨ ਆ, ਉਹ ਤਾਂ ਹੀ ਚੱਲੇਗੀ ਤੇ ਜੇ ਉਹ ਸਮਾਨ ਬਣੇਗਾ ਵਿਕੇਗਾ ਤਾਂ ਹੀ ਪੈਸੇ ਆਉਣਗੇ ਤੇ ਸੈਲਰੀ ਜਿਹੜੀਆਂ ਦੇਣੀਆਂ ਸੌਖੀਆਂ ਨੇ। ਨਹੀਂ ਤਾਂ ਕੋਈ ਵੀ ਭਾਵੇਂ ਕਿੱਡਾ ਵੀ ਵੱਡੀ ਬਿਜ਼ਨਸਮੈਨ ਹੋਵੇ ਉਹ 1 ਮਹੀਨਾ ਦੇ ਲਏਗਾ, ਹੱਦ ਕਿਤੇ ਕੋਈ ਹੋਏਗਾ ਜਿਹੜਾ 2 ਮਹੀਨੇ ਦੇ ਦੇਗਾ ਲੇਕਿਨ ਜ਼ਿਆਦਾ ਸਮਾਂ ਉਹ ਇਹ ਸੈਲਰੀਜ਼ ਨਹੀਂ ਦੇ ਪਾਏਗਾ ਜੀ। ਤੇ ਤੁਸੀਂ ਵੇਖ ਰਹੇ ਹੋ ਜੀ ਪ੍ਰੋਗਰਾਮ ਇੱਕ ਨਜ਼ਰ ਨਵਰੰਗ ਟੀਵੀ ਤੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ, ਸਾਡੇ ਨਾਲ ਜੁੜ ਸਕਦੇ ਹੋ ਟੈਲੀਫੋਨ ਦੇ ਜ਼ਰੀਏ। ਨੰਬਰ ਹੈ ਜੀ ਸਟੂਡੀਓ ਦਾ 01824508709। ਦੂਸਰਾ ਨੰਬਰ ਹੈਗਾ ਜੀ 01824380113। ਇਹਨਾਂ ਨੰਬਰਾਂ ਤੇ ਤੁਸੀਂ ਫੋਨ ਕਰਕੇ ਆਪਣਾ ਕੋਈ ਵੀ ਸੁਝਾਅ ਆ ਕੋਈ ਜਾਣਕਾਰੀ ਵਿਸ਼ੇਸ਼ ਜਾਣਕਾਰੀ ਜਿਹੜੀ ਤੁਹਾਡੇ ਕੋਲ ਹੈਗੀ ਆ ਤੁਸੀਂ ਸਾਡੇ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਪਹੁੰਚਾ ਸਕਦੇ ਹੋ। ਤੇ ਸਰ ਇਸ ਸਮੇਂ ਜਿੱਥੇ ਅਸੀਂ COVID-19 ਨਾਲ ਸਾਰੀਆਂ ਹੀ ਕੰਟਰੀਆਂ ਸਾਰੇ ਹੀ ਦੇਸ਼ ਜਿਹੜੇ ਜੂਝ ਰਹੇ ਆ ਉੱਥੇ ਹੀ ਇੱਕ ਬਹੁਤ ਵੱਡਾ ਸੰਕਟ ਇਹ ਬਣਿਆ ਹੋਇਆ ਕਿ ਜਿਹੜੀ ਮਹਾਮਾਰੀ ਆ ਹੁਣ ਬੱਚਿਆਂ ਤੇ ਜ਼ਿਆਦਾ ਜਿਹੜਾ ਪ੍ਰਭਾਵ ਪਾ ਰਹੀ ਹੈ। ਇਸੇ ਤਰ੍ਹਾਂ ਤਾਮਿਲਨਾਡੂ ਦੇ ਵਿੱਚ ਜਿਹੜੇ ਕਿ 12 ਸਾਲ ਤੋਂ ਘੱਟ ਉਮਰ ਦੇ 121 ਬੱਚਿਆਂ ਦੇ ਵਿੱਚ ਕਰੋਨਾ ਵਾਇਰਸ ਪਾਇਆ ਗਿਆ। ਓ ਮਾਈ ਗॉड। ਇਹਦਾ ਜਾਨੀ ਕਿ ਆਪਣੇ ਆਪ ਵਜ੍ਹਾ ਦੇਖੋ ਬੱਚੇ ਸਾਡਾ ਜਿਹੜਾ ਫਿਊਚਰ ਵੀ ਆ ਤੇ ਨਾਲੇ ਇਹ ਹੈ ਕਿ ਇਹ ਕਿਹਾ ਗਿਆ ਕਿ ਜਿਹੜੇ ਵੱਡਿਆਂ ਦੇ ਉੱਤੇ ਬਹੁਤ ਜਲਦੀ ਅਸਰ ਕਰਦਾ ਉੱਥੇ ਬੱਚਿਆਂ ਦੇ ਉੱਤੇ ਵੀ ਜਿਹੜਾ ਆ ਬੜੀ ਜਲਦੀ ਅਸਰ ਕਰਦਾ। ਬੱਚਿਆਂ ਨੂੰ ਜਿਹੜਾ ਬਚਾ ਕੇ ਰੱਖਣਾ ਆਪਾਂ ਕਹਿ ਦਿੰਦੇ ਨਾ ਕਿ ਬੱਚੇ ਤਾਂ ਘਰ ਹੀ ਰਹਿੰਦੇ ਆ ਜੀ। ਜਦੋਂ ਆਪਾਂ ਘੁੰਮ ਕੇ ਬਾਹਰੋਂ ਘਰ ਜਾਂਦੇ ਆ ਬੱਚਿਆਂ ਨੂੰ ਟੱਚ ਕਰਦੇ ਆ ਬੱਚਿਆਂ ਨੂੰ ਪਿਆਰ ਕਰਦੇ ਆ ਤਾਂ ਕਿਤੇ ਨਾ ਕਿਤੇ ਆਪਾਂ ਵੀ ਜਿਹੜਾ ਆ ਉਹ ਬਿਮਾਰੀ ਨੂੰ ਬਾਹਰੋਂ ਲਿਆ ਕੇ ਆਪਣੇ ਮਾਸੂਮ ਬੱਚਿਆਂ ਦੇ ਵਿੱਚ ਜਿਹੜਾ ਉਹ ਕਰਦੇ ਆ ਜੋ ਕਿ ਨਹੀਂ ਇੱਥੇ ਸਰ ਇਹ ਵੀ ਹੈ ਕਿ ਅਸੀਂ ਬਾਹਰੋਂ ਜਾਂਦੇ ਆ ਪਰ ਸ਼ਾਮ ਨੂੰ ਹਰ ਇੱਕ ਮੁਹੱਲੇ ਦੇ ਵਿੱਚ ਹਰ ਇੱਕ ਗਲੀ ਦੇ ਵਿੱਚ ਅਸੀਂ ਬਾਹਰ ਨਿਕਲਦੇ ਆ ਇਵਨ ਬੱਚੇ ਵੀ ਬਾਹਰ ਨਿਕਲਦੇ ਥੋੜੇ ਟਾਈਮ ਲਈ ਕਹਿੰਦੇ ਅਸੀਂ ਮੋਰੇ ਆਪਣੀ ਗਲੀ 'ਚ ਖੇਡ ਲੈਂਦੇ ਆ। ਹਾਂ ਬਿਲਕੁਲ। ਮਤਲਬ ਤੁਸੀਂ ਉੱਥੇ ਖੇਡ ਰਹੇ ਪਰ ਉੱਥੋਂ ਕੌਣ ਲੰਘ ਕੇ ਗਿਆ ਕਿਹੜੀ ਹਾਲਤ 'ਚ ਲੰਘ ਕੇ ਗਿਆ ਸਾਨੂੰ ਨਹੀਂ ਨਾ ਪਤਾ। ਸਾਨੂੰ ਨਹੀਂ ਪਤਾ। ਤੇ ਬੱਚਿਆਂ ਦੀ ਜਦੋਂ ਆਪਾਂ ਗੱਲ ਕੀਤੀ ਇੱਕ ਸਾਡੇ ਵੱਲੋਂ ਜਿਹੜਾ ਇੱਕ ਰਿਪੋਰਟ ਬਣਾਈ ਗਈ ਆ ਬੱਚਿਆਂ ਦੇ ਉੱਤੇ ਤੇ ਕਿ ਜਿਹੜੀ ਬੱਚਿਆਂ ਦੀ ਕਿਸ ਤਰ੍ਹਾਂ ਨਾਲ ਇਹ ਫੈਲ ਰਹੀ ਆ ਤੇ ਕਿੰਨਾ ਅਸਰ ਕਰ ਰਹੀ ਆ ਤੇ ਇਹ ਡਾਕਟਰ ਸਾਹਿਬਾਨ ਉਹਦੇ ਬਾਰੇ ਕੀ ਕਹਿੰਦੇ ਨੇ ਤੇ ਅਸੀਂ ਚਾਹੁੰਦੇ ਆ ਕਿ ਉਹ ਜਿਹੜੀ ਰਿਪੋਰਟ ਆ ਉਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਕੀਤੀ ਆ ਤੁਹਾਨੂੰ ਦਿਖਾਈ ਜਾਵੇ ਜੀ। ਦੁਨੀਆ ਭਰ ਦੇ ਲੋਕ ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਲੈ ਕੇ ਖਾਸੇ ਪਰੇਸ਼ਾਨ ਨੇ। ਇੱਕ ਪਾਸੇ ਜਿੱਥੇ ਇਹ ਵਾਇਰਸ ਬਜ਼ੁਰਗਾਂ ਲਈ ਜਾਨਲੇਵਾ ਹੈ ਉੱਥੇ ਹੀ ਦੂਜੇ ਪਾਸੇ ਇਹ ਵਾਇਰਸ ਹੁਣ ਬੱਚਿਆਂ ਨੂੰ ਵੀ ਆਪਣੀ ਚਪੇਟ ਵਿੱਚ ਲੈ ਰਿਹਾ ਹੈ। ਜਲੰਧਰ ਸ਼ਹਿਰ ਵਿੱਚ ਤਕਰੀਬਨ ਅੱਧਾ ਦਰਜਨ ਤੋਂ ਵੀ ਜ਼ਿਆਦਾ ਬੱਚੇ ਇਸ ਘਾਤਕ ਬਿਮਾਰੀ ਦੀ ਚਪੇਟ ਵਿੱਚ ਆ ਚੁੱਕੇ ਨੇ। ਬੱਚਿਆਂ ਦੇ ਮਾਹਿਰ ਡਾਕਟਰਾਂ ਦੀ ਜੇ ਮੰਨੀਏ ਤਾਂ ਉਹਨਾਂ ਨੇ ਇਹ ਸਾਫ਼ ਕਹਿ ਦਿੱਤਾ ਹੈ ਕਿ ਜੇ ਹੁਣ ਨਾ ਸਮਝੇ ਤਾਂ ਬਹੁਤ ਦੇਰ ਹੋ ਸਕਦੀ ਹੈ। ਦਰਅਸਲ ਅਨੇਕਾਂ ਜ਼ਿੰਦਗੀਆਂ ਨੂੰ ਖਾ ਜਾਣ ਵਾਲਾ ਇਹ ਕੋਰੋਨਾ ਵਾਇਰਸ ਹੁਣ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੈ। ਬੀਤੇ ਦਿਨੀ ਫਗਵਾੜਾ ਦੀ ਰਹਿਣ ਵਾਲੀ ਇੱਕ 6 ਮਹੀਨੇ ਦੀ ਬੱਚੀ ਦੀ ਵੀ ਮੌਤ ਇਸ ਵਾਇਰਸ ਦੇ ਨਾਲ ਹੋਈ ਸੀ ਜੋ ਕਿ ਚੰਡੀਗੜ੍ਹ ਦੇ PGI ਹਸਪਤਾਲ ਵਿੱਚ ਦਾਖਲ ਸੀ। ਤੇ ਹੁਣ ਕੋਰੋਨਾ ਵਾਇਰਸ ਨੇ ਬੱਚਿਆਂ ਨੂੰ ਆਪਣੀ ਜਕੜ ਵਿੱਚ ਜਕੜਨਾ ਸ਼ੁਰੂ ਕਰ ਦਿੱਤਾ ਹੈ। ਜ਼ਿਆਦਾਤਰ ਮਾਮਲੇ ਜਲੰਧਰ ਸ਼ਹਿਰ ਵਿੱਚ ਆ ਰਹੇ ਨੇ ਜਿੱਥੇ ਕਿ ਬੱਚਿਆਂ ਦੀ ਉਮਰ 3 ਤੋਂ 11 ਸਾਲ ਦੇ ਵਿੱਚ ਹੈ।
ਕੋਰੋਨਾ ਵਰਗੀ ਜਾਨਲੇਵਾ ਬਿਮਾਰੀ ਤੋਂ ਬਚਣ ਲਈ ਬੱਚਿਆਂ ਦੇ ਮਸ਼ਹੂਰ ਡਾਕਟਰ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਵਾਇਰਸ ਆਉਣਾ ਚਿੰਤਾ ਦਾ ਵਿਸ਼ਾ ਹੈ। ਬੱਚਿਆਂ ਦੇ ਵਿੱਚ ਵਾਇਰਸ ਨਾਲ ਲੜਨ ਦੀ ਸ਼ਮਤਾ ਬਹੁਤ ਘੱਟ ਹੁੰਦੀ ਹੈ। ਇਸ ਲਈ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖਣਾ ਪਵੇਗਾ। ਡਾਕਟਰ ਨੇ ਬੱਚਿਆਂ ਦੇ ਮਾਤਾ-ਪਿਤਾ ਨੂੰ ਸਲਾਹ ਦਿੱਤੀ ਕਿ ਜਿੰਨਾ ਹੋ ਸਕੇ ਬੱਚਿਆਂ ਨੂੰ ਸਾਫ਼ ਸੁਥਰਾ ਰੱਖੋ ਤੇ ਬੱਚਿਆਂ ਨੂੰ ਘਰ ਤੋਂ ਬਾਹਰ ਬਿਲਕੁਲ ਨਾ ਜਾਣ ਦਿਓ ਤੇ ਨਾ ਹੀ ਘਰ ਵਿੱਚ ਬੱਚਿਆਂ ਨੂੰ ਇਕੱਠਾ ਕਰੋ। ਜੇਕਰ ਕਿਸੇ ਵੀ ਬੱਚੇ ਨੂੰ ਹਲਕੀ ਜਿਹੀ ਖਾਂਸੀ, ਬੁਖਾਰ ਜਾਂ ਸਾਹ ਸੰਬੰਧੀ ਕੋਈ ਵੀ ਤਕਲੀਫ ਹੁੰਦੀ ਹੈ ਤਾਂ ਉਸ ਨੂੰ घर विच इलाज करन दी बजाय तुरंत डॉक्टर नूं दिखाओ। देखो सर, आपकी बात बिल्कुल ठीक है, क्योंकि कोरोना वायरस जो एक बीमारी है ये हो तो सबको सकती है, बट जो जिनकी इम्यूनिटी कम है उनको ये ज़्यादा नुकसान पहुंचाती है। तो इम्यूनिटी कम ज़्यादा दो ग्रुप ऑफ लोगों में होती है। एक तो हमारे जो बुजुर्ग हैं जिनकी उम्र 60 से ऊपर है, या फिर वो लोग जिनकी उम्र 60 से चाहे कम है पर उनको और कोई बीमारियां हैं जैसे कि डायबिटीज़, हाइपरटेंशन और दिल की बीमारी या कोई और सीरियस कैंसर या ऐसी सीरियस बीमारियां जिनको है, उन लोगों को ये डिजीज़ ज़्यादा इफेक्ट करती है। और सेम ही 1 साल से कम के बच्चों की भी इम्यूनिटी कम होती है, स्पेशली जो न्यू बॉर्न बच्चे हैं उनकी भी कम होती है, उनको भी ज़्यादा इफेक्ट करती है। पर अच्छी बात यह है, देखा गया है कि आमतौर पर बच्चों के लिए जो बीमारी अगर होती भी है तो उनका डेथ रेट बुजुर्गों के मुकाबले या अडल्ट के मुकाबले थोड़ा कम है। तो बच्चों के लिए थोड़ा फिर भी ये थोड़ा संभाल है। पर यह कि बच्चों की कैसे संभाल करनी है, सबसे इम्पोर्टेंट तो जो गवर्नमेंट सबको बता ही रही है कि सोशल डिस्टेंसिंग कम से कम सब लोगों से 2 मीटर की फासले रखना है। दूसरा कि हाथों को बार बार धोना है। तीसरा कि घर के अंदर ही रहना है, बाहर नहीं निकलना ज़्यादा। अब बहुत ज़्यादा ज़रूरत हो तभी बाहर निकलना है। इन सब चीज़ों का ध्यान रखना। और बच्चों के मामले में तो और ज़्यादा, इसीलिए गवर्नमेंट ने जो स्कूल वगैरह भी बंद किए हैं ताकि बच्चे एक्सपोज ना हो। बच्चों का एक्सपोज होना ਦੀ ਗੱਲ ਕਰੀਏ 14 ਦਿਨਾਂ ਦੇ ਲਈ ਮਤਲਬ ਉੱਥੇ ਹਸਪੀਟਲ ਦੇ ਵਿੱਚ ਵੀ ਤੁਹਾਨੂੰ ਇਕੱਲੇ ਅੰਦਰ ਰਹਿਣਾ ਪੈਣਾ, ਪਰ ਬੱਚੇ ਕਿੱਦਾਂ ਰਹਿ ਸਕਦੇ? ਮਤਲਬ ਉਹ ਤਕਲੀਫ ਉਹ ਸੋਚ ਕੇ ਵੀ ਜਿਹੜੀ ਕਹਿ ਲਓ ਇੱਕ ਚਿੰਤਾ ਜੀ ਬਣੀ ਹੁੰਦੀ ਹੈ। ਮੈਨੂੰ ਥੋੜੀ ਚਿੰਤਾ ਤਾਂ ਹੈ ਕਿਉਂਕਿ ਮੇਰਾ ਆਪਣਾ ਨਹੀਂ ਕੰਟਰੋਲ ਚ ਆ ਰਿਹਾ, ਉਹ ਟਿਕ ਨਹੀਂ ਰਿਹਾ, ਕਿਉਂਕਿ ਸਕੂਲ ਦੇ ਵਿੱਚ ਬੱਚੇ ਟਿਕ ਜਾਂਦੇ ਆ, ਉਹਨਾਂ ਦਾ ਉਦਾਂ ਦਾ ਜਿਹੜਾ ਸੁਭਾਅ ਬਣ ਜਾਂਦਾ। ਹੁਣ ਘਰਾਂ ਦੇ ਵਿੱਚ ਰਹਿ ਕੇ ਕਹਿ ਲਓ ਕਿ ਉਹ ਇੰਨੇ ਕਿ ਜ਼ਿਆਦਾ ਸ਼ਰਾਰਤੀ ਹੋ ਚੁੱਕੇ ਆ, ਮਨ ਮਰਜ਼ੀ ਦੇ ਮਾਲਕ ਹੋ ਚੁੱਕੇ ਆ, ਕਿਉਂਕਿ ਉਹਨਾਂ ਨੂੰ ਪਤਾ ਸਾਨੂੰ ਇਹਨਾਂ ਨੇ ਸਕੂਲ ਤਾਂ ਭੇਜਣਾ ਨਹੀਂ, ਨਾ ਇਹਨਾਂ ਨੇ ਮਤਲਬ ਉਦਾਂ ਕੋਈ ਪਨਿਸ਼ਮੈਂਟ ਦੇ ਨਹੀਂ। ਮੈਨੂੰ ਹੁਣ ਇਹੀ ਕਹਿਣਾ ਪੈਂਦਾ, ਅੱਜ ਮੈਂ ਇਹੀ ਕਹਿ ਕੇ ਆਈ, ਮੈਂ ਕਿਹਾ ਮੈਂ ਨੰਬਰ WhatsApp ਤੇ ਤੇਰੇ ਪਾਪਾ ਦੇ ਸੈਂਡ ਕਰ ਦਿੱਤਾ ਵੀ ਜਦੋਂ ਇਹ ਘਰੋਂ ਬਾਹਰ ਨਿਕਲੂਗਾ ਤੁਸੀਂ ਫੋਨ ਕਰ ਦਿਓ। ਹੁਣ ਦੇਖਦੇ ਆ ਵੀ ਅੱਜ ਅੰਦਰ ਬੈਠਦਾ ਕਿ ਨਹੀਂ ਬੈਠਦਾ, ਹਨਾ। ਪਰ ਨਹੀਂ ਸਰ, ਫਿਰ ਵੀ ਜੇ ਅਸੀਂ ਮਤਲਬ ਸੀਰੀਅਸ ਵਗੈਰਾ ਦੇਖੀਏ ਤਾਂ ਬਹੁਤ ਜਿਹੜਾ ਕਹ ਲਓ ਕਿ ਇੱਕ ਚਿੰਤਾ ਦਾ ਹੀ ਕਹਿ ਸਕਦੇ ਕਿ ਚਿੰਤਾ ਦਿਨ ਰਾਤ ਹੋਣੇ ਲੱਗੀ ਰਹਿਣੀ ਹੈ, ਹਨਾ। ਆਪਣਾ ਤਾਂ ਚਲੋ ਅਸੀਂ ਖਿਆਲ ਰੱਖ ਸਕਦੇ ਹਾਂ, ਬੱਚੇ ਕੀ ਹੈ ਇੱਕ ਜਗ੍ਹਾ ਟਿੱਕੇ ਨਹੀਂ ਬਹਿੰਦੇ, ਇੱਧਰ ਉੱਧਰ ਘੁੰਮ ਫਿਰ, ਘਰ ਦੇ ਵਿੱਚ ਵੀ ਹੈਗੇ, ਜੇਕਰ ਫਿਰ ਵੀ ਇੱਕ ਜਗ੍ਹਾ ਕਦੇ ਵੀ 5-10 ਮਿੰਟ ਦੇ ਲਈ ਟਿੱਕੇ ਨਹੀਂ ਬੈਠਣਗੇ, ਕਿਸੇ ਨਾ ਕਿਸੇ ਚੀਜ਼ ਨੂੰ ਟੱਚ ਕਰਨਗੇ, ਮੂੰਹ ਨੂੰ ਹੱਥ ਲਾਉਣਗੇ। ਬੱਚੇ ਚਲੋ ਫਿਰ ਬੱਚੇ ਆ ਜਿਹੜੇ ਵੱਡੇ ਨਹੀਂ ਬਹਿੰਦੇ, ਉਹੀ ਨਾ, ਜਦੋਂ ਵੱਡੇ ਹੀ ਨਹੀਂ ਬੰਦੇ ਤਾਂ ਫਿਰ ਬੱਚੇ ਤਾਂ ਚਲੋ ਫਿਰ ਬੱਚੇ ਆ, ਉਹੀ ਤਾਂ ਗੱਲ ਹੈਗੀ। ਮਤਲਬ ਇਹੀ ਹੈ ਕਿ ਅਸੀਂ ਹੁਣ ਆਪਣੇ ਆਪ ਤੇ ਕੰਟਰੋਲ ਰੱਖੀਏ, ਬੱਚਿਆਂ ਤੇ ਕੰਟਰੋਲ ਰੱਖੀਏ, ਕਿਸੇ ਨਾ ਕਿਸੇ ਤਰੀਕੇ ਜਿਹੜਾ ਸਮਾਂ ਆ ਉਹ ਅਸੀਂ ਨਿਭਾ ਲਈਏ ਹਨਾ। ਤੇ ਜੀ ਸਵਾਗਤ ਹੈ ਜੀ ਤੁਹਾਡਾ ਨਵਰੰਗ ਟੀਵੀ ਤੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਸੰਤੋਸ਼ ਕੁਮਾਰ ਗੋਗੀ ਜੀ, ਆਮ ਆਦਮੀ ਪਾਰਟੀ ਹਲਕਾ ਇੰਚਾਰਜ ਫਗਵਾੜਾ ਜੀ। ਗੋਗੀ ਜੀ ਕੀ ਹਾਲ ਚਾਲ ਜੀ? ਬਸਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ? ਬਸ ਠੀਕ ਹੈ ਜੀ, ਤੁਸੀਂ ਸੁਣਾਓ? ਬਹੁਤ ਵਧੀਆ ਬਸਾ ਸਾਹਿਬ, ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਆ। ਤੇ ਬਾਕੀ ਚਲੋ ਸਾਡੇ ਸਾਰੇ ਸੁਝਾਅ ਜਿਹੜੇ ਹਲਕੇ ਦੇ ਤੁਸੀਂ ਲੈ ਰਹੇ ਆ, ਬਹੁਤ ਅੱਛੀ ਗੱਲ ਆ ਜੀ। ਇਸ ਮਹਾਮਾਰੀ ਦੇ ਵਿੱਚ ਜੋ ਤੁਸੀਂ ਉਪਰਾਲਾ ਕਰ ਰਹੇ, ਬਹੁਤ ਵੱਡਾ ਸਮਾਜ ਸੇਵਾ ਦਾ ਕੰਮ ਕਰ ਰਹੇ ਹੋ। ਤੇ ਕੀ ਚੱਲ ਰਿਹਾ ਜੀ, ਕਿੱਦਾਂ ਲੱਗ ਰਿਹਾ ਕਿ ਜਿਹੜਾ ਲੋਕਡਾਊਨ ਆ ਉਹਦੇ ਵਿੱਚ ਤੁਹਾਡੇ ਏਰੀਆ ਦੀ ਅਗਰ ਆਪਾਂ ਗੱਲ ਕਰੀਏ, ਜਾਂ ਤੁਸੀਂ ਤਾਂ ਚਲੋ ਸਾਰੇ ਸ਼ਹਿਰ ਦੇ ਵਿੱਚ ਵਿਚਰਦੇ ਹੋ, ਕਿੱਦਾਂ ਕੀ ਮਾਹੌਲ ਲੱਗ ਰਿਹਾ? ਬਸਾ ਸਾਹਿਬ ਇਸ ਤਰ੍ਹਾਂ ਕਿ ਲੋਕਡਾਊਨ ਜਿਹੜਾ ਹੈਗਾ ਬਹੁਤ ਵਧੀਆ ਉਪਰਾਲਾ ਹੈ ਸਰਕਾਰ ਦਾ, ਔਰ ਇਹਨੂੰ ਸਕਸੈਸ ਕਰਨ ਦੇ ਲਈ 2-3 ਸੁਝਾਅ ਮੇਰੇ ਹੈਗੇ, ਜਿਹੜੇ ਮੰਨ ਲਓ ਜਿਹਨਾਂ ਵਿੱਚ ਥੋੜਾ ਬਹੁਤ ਕਮੀਆਂ ਹੈਗੀਆਂ। ਉਹਦੇ ਵਿੱਚ ਤੁਸੀਂ ਪਹਿਲੀ ਗੱਲ ਇਹ ਆ ਕਿ ਮੰਨ ਲਓ ਪੰਜਾਬ ਸਰਕਾਰ ਨੇ ਜਿਹੜੀਆਂ ਕਿੱਟਾਂ ਵੰਡੀਆਂ ਵਾ, ਉਹ ਅੱਜ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਕਿ ਅੱਜ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਨਾ ਕੀਤੀ ਜਾਵੇ, ਔਰ ਜਿਸ ਬੰਦੇ ਨੇ ਨਹੀਂ ਵੀ ਸਰਕਾਰ ਨੂੰ ਵੋਟ ਪਾਈ ਉਸ ਬੰਦੇ ਤੱਕ, ਲੋੜਵੰਦ ਬੰਦੇ ਤੱਕ ਕਿੱਟ ਪਹੁੰਚਾਈ ਜਾਣੀ ਚਾਹੀਦੀ ਹੈ। ਬਿਲਕੁਲ। ਮੇਰੇ ਮੁਹੱਲੇ ਦੇ ਵਿੱਚ ਮੰਨ ਲਓ ਮੁਹੱਲਾ ਹਕੂਪੁਰਾ ਹੈਗਾ ਵਾ, ਕਿ ਉੱਥੇ ਤੁਸੀਂ ਦੇਖ ਲਓ ਤਕਰੀਬਨ 200 ਘਰ ਹੈਗਾ ਆ, ਤੇ ਮੈਨੂੰ ਲੱਗਦਾ ਕਿ 1-2 ਘਰਾਂ ਨੂੰ ਵੀ ਕਿੱਟਾਂ ਨਹੀਂ ਮਿਲੀਆਂ। ਅੱਛਾ, ਬਹੁਤ ਲੋੜਵੰਦ ਬੰਦੇ ਹੈਗੇ ਆ। ਦੂਜੀ ਗੱਲ, ਰਾਸ਼ਨ ਕਾਰਡ ਤੈਨੂੰ ਪਤਾ ਜੀ ਕੱਟੇ ਗਏ, ਹਰੇਕ ਵਾਰਡ ਦੇ ਵਿੱਚ, ਹਰੇਕ ਪਿੰਡ ਦੇ ਵਿੱਚ ਕੱਟੇ ਗਏ ਆ, ਔਰ ਲੋੜਵੰਦਾਂ ਦੇ ਕਾਰਡ ਕੱਟੇ ਗਏ ਆ।
ਦੇਖੋ ਉਹਨਾਂ ਨੂੰ ਰਾਸ਼ਨ ਤਾਂ ਮਿਲਣਾ ਚਾਹੀਦਾ, ਪਰ ਜਿਨ੍ਹਾਂ ਦੇ ਰਾਸ਼ਨ ਕਾਰਡ ਨਹੀਂ ਬਣੇ, ਜਿਹੜੇ ਲੋੜਵੰਦ ਆ, ਉਹਨਾਂ ਲਈ ਸਰਕਾਰ ਨੇ ਕੀ ਵਿਵਸਥਾ ਕੀਤੀ ਹੈ? ਇਹ ਬਹੁਤ ਹਾਂਜੀ ਦੇਖੋ ਗੁੱਗੀ, ਮੈਂ ਤੁਹਾਨੂੰ ਇੱਕ ਚੀਜ਼ ਤੇ ਇੱਥੇ ਕੱਟਣਾ ਚਾਹਾਂਗਾ ਕਿ ਤੁਸੀਂ ਨੁਮਾਇੰਦਗੀ ਕਰਦੇ ਹੋ ਇੱਥੋਂ ਆਮ ਆਦਮੀ ਪਾਰਟੀ ਦੀ, ਤੇ ਤੁਸੀਂ ਕੈਂਡੀਡੇਟ ਸੀਗੇ ਐਮਐਲਏ ਇਲੈਕਸ਼ਨ ਦੇ ਵਿੱਚ, ਤੇ ਜਦੋਂ ਤੁਹਾਨੂੰ ਲੱਗਦਾ ਕਿ ਤੁਹਾਡੇ ਇਲਾਕੇ ਦੇ ਵਿੱਚ ਇਦਾਂ ਦਾ ਕੁਝ ਨਹੀਂ ਆਇਆ, ਕਿ ਤੁਹਾਡਾ ਫਰਜ਼ ਨਹੀਂ ਸੀ ਬਣਦਾ ਕਿ ਐਸਡੀਐਮ ਸਾਹਿਬ ਜਾਂ ਏਡੀਸੀ ਸਾਹਿਬ ਜਾਂ ਹੋਰ, ਬੇਸ਼ੱਕ ਤੁਹਾਨੂੰ ਤੁਹਾਡੇ ਆਪੋਜੀਸ਼ਨ ਪਾਰਟੀ ਦੇ ਜਿਹੜੇ ਐਮਐਲਏ ਇੱਥੋਂ ਜਿੱਤੇ ਨੇ ਉਹਨਾਂ ਕੋਲ ਵੀ ਜਾਣਾ ਪੈਂਦਾ ਆਪਣੇ ਇਲਾਕੇ ਦੀ ਆਵਾਜ਼ ਉਠਾਉਣ ਦੇ ਲਈ, ਤਾਂ ਕੀ ਤੁਸੀਂ ਬਸਰਾ ਸਾਹਿਬ ਬਿਲਕੁਲ ਸਹੀ ਸਵਾਲ ਕੀਤਾ। ਮੈਂ ਐਸਡੀਐਮ ਸਾਹਿਬ ਨੂੰ ਪਰਸਨਲੀ ਮਿਲਿਆ, ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦੀ ਗੱਲ। ਆਪਣੇ ਇੰਸਪੈਕਟਰ ਸਾਹਿਬ ਹੈਗੇ ਜਿਹੜੇ ਮੰਨ ਲਓ ਐਫਸੀਆਈ ਦੇ ਵਿੱਚ, ਔਰ ਕਪੂਰਥਲੇ ਦੇ ਜਿਹੜੇ ਮੰਨ ਲਓ ਡੀਐਫਸੀ ਸਾਹਿਬਾਨ ਚੀਮਾ ਸਾਹਿਬ ਹੈਗੇ, ਉਹਨਾਂ ਦੇ ਧਿਆਨ ਵਿੱਚ ਗੱਲ ਲਿਆਂਦੀ। ਦੇਖੋ ਅੱਜ ਦੀ ਡੇਟ ਦੇ ਵਿੱਚ ਜੋ ਵੀ ਮੰਨ ਮਹਾਮਾਰੀ ਹੈਗੀ ਹੈ, ਉਹਦੇ ਸਾਥ ਦੇਣ ਦੀ ਲੋੜ ਆ। ਅੱਜ ਮੱਧ ਵਰਗ ਜਿਹੜਾ ਪਰਿਵਾਰ ਹੈਗਾ, ਜਿੱਥੇ ਗਰੀਬ ਤਬਕਾ ਬਹੁਤ ਦੁਖੀ ਆ, ਉੱਥੇ ਮੱਧ ਵਰਗ ਵੀ ਦੁਖੀ ਹੈ। ਅੱਜ ਸਰਕਾਰਾਂ ਨੂੰ ਸਿਸਟਮ ਬਣਾਉਣਾ ਚਾਹੀਦਾ ਕਿ ਉਹ ਮੱਧ ਵਰਗ ਦੇ ਲਈ ਵੀ ਸੋਚਿਆ ਜਾਵੇ। ਜਿਸ ਤਰ੍ਹਾਂ ਸਾਡੀ ਸਰਕਾਰ ਦਿੱਲੀ ਦੇ ਵਿੱਚ ਆ, ਉਹਨਾਂ ਨੇ 71 ਲੱਖ ਲੋਕਾਂ ਨੂੰ ਜਿਨ੍ਹਾਂ ਦੇ ਕਾਰਡ ਬਣੇ ਆ ਉਹਨਾਂ ਨੂੰ ਰਾਸ਼ਨ ਦੇ ਦਿੱਤਾ। 31 ਲੱਖ ਉਹ ਲੋਕ ਨੇ ਜਿਨ੍ਹਾਂ ਦੇ ਕਾਰਡ ਨਹੀਂ ਬਣੇ, ਉਹਨਾਂ ਨੂੰ ਵੀ ਰਾਸ਼ਨ ਦਿੱਤਾ। ਔਰ 10-11 ਲੱਖ ਬੰਦੇ ਦਾ ਰੋਜ਼ ਰਾਸ਼ਨ ਬਣਦਾ। ਲੋਕਾਂ ਦਾ 2 ਕਰੋੜ ਦੀ ਆਬਾਦੀ ਵਾਲਾ ਜਿਹੜਾ ਸਟੇਟ ਹੈਗੀ ਆ, ਜਿਹੜਾ ਸ਼ਹਿਰ ਹੈਗਾ ਆ, ਉਹਦੇ ਵਿੱਚ 1 ਕਰੋੜ ਬੰਦੇ ਨੂੰ ਰਾਸ਼ਨ ਪਹੁੰਚ ਚੁੱਕਾ ਵਾ। ਉਹ ਜਿਹਦੇ ਵਿੱਚ ਇਹ ਦੇਖਿਆ ਗਿਆ ਵੀ ਕਿਹੜਾ ਕਾਂਗਰਸ ਦਾ ਵਾ, ਕਿਹੜਾ ਬੀਜੇਪੀ ਦਾ, ਕਿਹੜਾ ਆਮ ਆਦਮੀ ਪਾਰਟੀ ਦਾ, ਕਿਸੇ ਹੋਰ ਅਦਰ ਪਾਰਟੀ ਦਾ। ਇਸ ਤਰ੍ਹਾਂ ਸਿਸਟਮ ਬਣਾਉਣ ਦੀ ਲੋੜ ਆ। ਹੋਰ ਕੋਈ ਗੱਲ ਨਹੀਂ, ਸਾਡਾ ਫਰਜ਼ ਬਣਦਾ ਸੁਝਾਅ ਦੇਣਾ। ਇਹਨੂੰ ਤੁਸੀਂ ਇਸ ਤਰੀਕੇ ਨਾਲ ਸਰਕਾਰ ਨਾਲ ਲਵੇ ਕਿ ਅਸੀਂ ਕੋਈ ਆਲੋਚਨਾ ਕਰ ਰਹੇ ਹਾਂ, ਬਟ ਸਾਡਾ ਫਰਜ਼ ਬਣਦਾ ਕਿ ਅਸੀਂ ਸਰਕਾਰ ਦੇ ਮੋਢੇ ਨਾਲ ਮੋਢਾ ਲੱਗ ਚੱਲੀਏ। ਔਰ ਜਿਹੜੇ ਬੰਦੇ ਕਿੱਟਾਂ ਮੁਹੱਲਿਆਂ ਦੇ ਵਿੱਚ ਵੰਡ ਰਹੇ ਆ, ਕਿਤੇ ਨਾ ਕਿਤੇ ਉਹ ਵੀ ਵਿਚਾਰੇ ਬਦਨਾਮ ਹੋ ਰਹੇ ਆ, ਜਿਨ੍ਹਾਂ ਨੂੰ 50 ਕਿੱਟਾਂ ਦੇ ਦਿੱਤੀਆਂ ਜਾਂਦੀਆਂ ਤੇ ਜਨ ਲੋੜ ਹੁੰਦੀ ਹੈ 200 ਕਿੱਟ ਦੀ। ਇਸ ਕਰਕੇ ਠੀਕ ਹੈ, ਕੈਪਟਨ ਸਰਕਾਰ ਅੱਜ ਤੁਸੀਂ ਦੇਖੋ ਕਿ ਲੋਕ ਮਹਾਮਾਰੀ ਨਾਲ ਮਾਰੇ ਤੇ ਕੈਪਟਨ ਸਾਹਿਬ ਅੱਜ ਠੇਕੇ ਖੋਲ੍ਹਣ ਦੀ ਗੱਲ ਕਰ ਰਹੇ ਆ। ਥੋੜਾ ਜਿਹਾ ਕੈਪਟਨ ਸਾਹਿਬ ਨੂੰ ਸੋਚਣਾ ਚਾਹੀਦਾ ਕਿ ਅਗਰ ਠੇਕੇ ਖੋਲਾਂਗੇ ਤਾਂ ਮਾਹੌਲ ਦੇਖੋ ਕਿੰਨਾ ਵਿਗੜੇਗਾ, ਲੋਕਾਂ ਨੇ ਲਾਕਡਾਊਨ ਨੂੰ ਕਿੰਨਾ ਭੰਗ ਕਰਨਾ। ਬੇਨਤੀ ਇਹੀ ਆ ਕਿ 2-4 ਗੱਲਾਂ ਜਿਹੜੀਆਂ ਮੈਂ ਕੀਤੀਆਂ, ਗੱਲਾਂ ਤੇ ਬਹੁਤ ਨੇ, ਪਰ ਇਹਨਾਂ ਤੇ ਧਿਆਨ ਦੇਣ ਦੀ ਬਹੁਤ ਲੋੜ ਹੈਗੀ ਹੈ। ਜੀ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ ਇਹ, ਬਟ ਇਹ ਬੜੇ ਵੱਡੀ ਤੁਸੀਂ ਫਿਕਰ ਕਹੀ ਹੈ ਕਿ ਹਾਕੂਪੁਰਾ ਦੇ ਵਿੱਚ 200 ਘਰ ਨੇ ਤੇ 200 ਘਰਾਂ ਨੂੰ ਹੀ ਉੱਥੇ ਰਾਸ਼ਨ ਨਹੀਂ ਮਿਲਿਆ। ਠੀਕ ਆ, ਸਾਡੇ ਵੱਲੋਂ ਵੀ ਇਹ ਗੱਲ ਜਿਹੜੀ ਹੈ ਪ੍ਰਸ਼ਾਸਨ ਤੱਕ ਜ਼ਰੂਰ ਉਠਾਈ ਜਾਵੇਗੀ, ਤੇ ਤੁਸੀਂ ਵੀ ਉਮੀਦ ਹੈ ਕਿ ਆਪਣੇ ਤਰੀਕੇ ਦੇ ਨਾਲ ਜਿਹੜੀ ਹੈ ਪ੍ਰਸ਼ਾਸਨ ਨੂੰ ਠੀਕ ਢੰਗ ਨਾਲ ਗੱਲ ਰੱਖੀ ਹੋਏਗੀ। ਤੇ ਤੁਸੀਂ ਜੇ ਨਹੀਂ ਲੋਕਲ ਸੁਣੀ ਜਾਂਦੀ ਤਾਂ ਤੁਸੀਂ ਉੱਪਰ ਵੀ ਜਿਹੜੀ ਹੈ ਇਸ ਦੀ ਜਿਹੜੀ ਆ ਕੰਪਲੇਂਟ ਆ ਉਹ ਕਰ ਸਕਦੇ ਹੋ। ਤੇ ਉਸ ਤੋਂ ਇਲਾਵਾ ਤੁਸੀਂ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਜਿਹੜੇ ਜ਼ਰੀਆ ਨੇ, ਬੇਸ਼ੱਕ ਤੁਸੀਂ ਟਵੀਟ ਕਰਕੇ ਜਾਣਕਾਰੀ ਦੇ ਸਕਦੇ ਹੋ ਆਪਣੇ ਏਰੀਆ ਦੀ, ਭਾਵੇਂ ਤੁਸੀਂ ਸੀਐਮ ਨੂੰ ਡਾਇਰੈਕਟ ਟਵੀਟ ਕਰਕੇ ਵੀ ਜਿਹੜੀ ਹੈ ਇਹਦੀ ਕੰਪਲੇਂਟ ਕਰ ਸਕਦੇ ਹੋ। ਬਿਲਕੁਲ ਬਸਰਾ ਸਾਹਿਬ, ਚਾਹੇ ਡੋਮੇਲੀ ਦੀ ਗੱਲ ਕਰ ਲਓ, ਚਾਹੇ ਚਾਚੋਕੀ ਦੀ ਗੱਲ ਕਰ ਲਓ, ਗੋਬਿੰਦਪੁਰ ਦੀ ਗੱਲ ਕਰ ਲਓ, ਨੰਗਲ ਮੱਝੇ ਦੀ ਗੱਲ ਕਰ ਲਓ, ਬਰਨਾ ਦੀ ਗੱਲ ਕਰ ਲਓ, ਖਾਟੀ ਦੀ ਗੱਲ ਕਰ ਲਓ, ਇੰਨੇ ਕੁ ਫੋਨ ਆ ਰਹੇ ਆ। ਸਾਡਾ ਫਰਜ਼ ਬਣਦਾ ਸੀ ਸਰਕਾਰ ਦੇ ਅਗਾਹ ਕਰੀ ਜਾਂਦੇ ਆ ਕਿ ਇੱਥੇ ਲੋਕਾਂ ਦੀਆਂ ਸਮੱਸਿਆਵਾਂ ਹੈਗੀਆਂ, ਇਹਨਾਂ ਦੇ ਕਾਰਡ ਕੱਟੇ ਗਏ, ਕਿਤੇ 200 ਕਾਰਡ ਕੱਟਦਾ, ਕਿਤੇ 100 ਕਾਰਡ ਕੱਟਦਾ, ਕਿਤੇ ਰਾਸ਼ਨ ਮੰਨ ਲਓ ਕਿੱਟਾਂ ਪਹੁੰਚੀਆਂ ਹੀ ਨਹੀਂ। ਅਸੀਂ ਨਾਲ ਆ ਸਰਕਾਰ ਦੇ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਇਹ ਨਹੀਂ ਹੈਗਾ ਕਿ ਅਸੀਂ ਕੋਈ ਰਾਜਨੀਤੀ ਕਰ ਰਹੇ ਹਾਂ, ਬਸ ਸਾਡਾ ਫਰਜ਼ ਬਣਦਾ ਕਿ ਕੋਈ ਵੀ ਗੱਲ ਹੈਗੀ ਸਰਕਾਰ ਤੱਕ ਪਹੁੰਚਾਉਣੀ। ਤੁਹਾਡਾ ਜਿਹੜਾ ਮੀਡੀਆ ਦਾ ਜਿਹੜਾ ਸਿਸਟਮ ਹੈਗਾ ਵਾ, ਇਹਦੇ ਥਰੂ ਗੱਲ ਬਹੁਤ ਵਧੀਆ ਤਰੀਕੇ ਨਾਲ ਅਸੀਂ ਪਹੁੰਚਾ ਸਕਦੇ ਹਾਂ। ਔਰ ਸਰਕਾਰ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਅੱਜ ਇਸ ਮਹਾਮਾਰੀ ਦੇ ਸਮੇਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਾਰਟੀ ਰਾਜਨੀਤੀ ਨਾ ਕਰੇ, ਸਾਥ ਦਈਏ ਲੋਕਾਂ ਦਾ। ਮੇਰੇ ਮਹੱਲੇ ਦੇ ਵਿੱਚ, ਚਾਹੇ ਮੇਰੇ ਹਲਕੇ ਦੇ ਵਿੱਚ, ਜਿੱਥੇ ਵੀ ਸਾਡੀ ਲੋੜ ਹੈ ਕਿ ਸਾਡੀ ਸਰਕਾਰ ਡਿਊਟੀ ਲਾਵੇ, ਅਸੀਂ ਨਾਲ ਚੱਲਣ ਲਈ ਤਿਆਰ ਹਾਂ। ਵਧੀਆ, ਠੀਕ ਹੈ ਜੀ, ਬਹੁਤ ਵਧੀਆ। ਤੁਸੀਂ ਚਲੋ ਇੱਕ ਇਸ਼ੂ ਜਿਹੜਾ ਹੈ ਉਸ ਏਰੀਆ ਦਾ ਉਠਾਇਆ ਆ, ਸਾਡੇ ਵੱਲੋਂ ਵੀ ਇਹ ਗੱਲ ਜਿਹੜੀ ਹੈ ਜ਼ਰੂਰ ਕੀਤੀ ਜਾਵੇ। ਧੰਨਵਾਦ ਜੀ ਕਾਲ ਕਰਨ ਲਈ। ਸਰ ਬਹੁਤ ਬਹੁਤ ਧੰਨਵਾਦ। ਹਾਂਜੀ, ਦੇਖੋ ਕਿ ਇੱਕ ਪਾਸੇ ਸਰਕਾਰ ਕਹਿੰਦੀ ਕਿ ਰਾਸ਼ਨ ਵੰਡਿਆ ਜਾ ਰਿਹਾ, ਹੋ ਰਿਹਾ, ਲੇਕਿਨ ਅਲੱਗ-ਅਲੱਗ ਏਰੀਆ ਦੇ ਵਿੱਚੋਂ ਸਾਨੂੰ ਜਿਹੜੀ ਆ ਉਹ ਆ ਰਿਹਾ ਕਿ ਵੀ ਇਸ ਏਰੀਏ 'ਚ ਰਾਸ਼ਨ ਨਹੀਂ ਪਹੁੰਚਿਆ, ਇਸ ਏਰੀਏ 'ਚ ਆਹ ਇਸ਼ੂ ਆ, ਭਾਵੇਂ ਓਂਕਾਰ ਨਗਰ ਆਵੇ, ਹੁਣ ਹਾਕੂਪੁਰੇ ਦੀ ਗੱਲ ਹੋ ਰਹੀ ਆ। ਤੇ ਜੇ ਲਾਕਡਾਊਨ ਵੱਧਦਾ ਆ ਮਨਪ੍ਰੀਤ, ਤਾਂ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਗਵਰਨਮੈਂਟ ਨੂੰ ਲੋਕਾਂ ਲਈ ਇਹ ਰਾਸ਼ਨ ਦੀ ਵਿਵਸਥਾ ਜਿਹੜੀ ਆ ਪਹਿਲ ਦੇ ਆਧਾਰ ਤੇ ਪ੍ਰੋਪਰ ਕਰਨੀ ਪਏਗੀ? ਉਹੀ ਨਾ, ਕਿਉਂਕਿ ਅੱਜ ਵੀ ਇਹ ਬਿਆਨ ਜਿਹੜਾ ਕੈਪਟਨ ਸਾਹਿਬ ਵੱਲੋਂ ਦਿੱਤਾ ਗਿਆ ਕਿ ਜੇਕਰ ਲਾਕਡਾਊਨ ਵੱਧਦਾ ਤਾਂ ਸਾਡੇ ਕੋਲ ਗਾਂ ਖਰਚਣ ਦੇ ਲਈ ਕੋਈ ਪੈਸਾ ਹੱਥ 'ਚ ਨਹੀਂ ਹੈਗਾ, ਤੇ ਅਸੀਂ ਕਿਵੇਂ ਜਿਹੜਾ ਇੰਨੇ ਦਿਨ ਨਿਗਾਉਣੇ ਹੈਗੇ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹੀ ਉਹਨਾਂ ਨੂੰ ਕੋਈ ਕਹਿੰਦੇ ਸਾਨੂੰ ਕੇਂਦਰ ਵੱਲੋਂ ਕੋਈ ਸਹਾਇਤਾ ਹੀ ਨਹੀਂ ਮਿਲੀ ਹੈਗੀ। ਪਤਾ ਨਹੀਂ ਹੁਣ ਉਧਰੋਂ ਸੋਮ ਪ੍ਰਕਾਸ਼ ਜੀ ਨੇ ਬਿਆਨ ਦਿੱਤਾ, ਇਹ ਬੀਬੀ ਹਰਸਿਮਰਤ ਕੌਰ ਨੇ ਵੀ ਦਿੱਤਾ ਕਿ 1 ਕਰੋੜ 42 ਲੱਖ ਪਰਿਵਾਰਾਂ ਲਈ ਰਾਸ਼ਨ ਜਿਹੜਾ ਹੈ ਸੈਂਟਰ ਵੱਲੋਂ ਭੇਜ ਦਿੱਤਾ ਗਿਆ। ਉਹ ਭੇਜਿਆ ਨਹੀਂ ਭੇਜਿਆ, ਇਹਦੇ ਵਿੱਚ ਜਾਂ ਤਾਂ ਓਪਨਲੀ ਕਨਫਰਮ ਕਰਨਾ ਚਾਹੀਦਾ ਕਿ ਕੈਪਟਨ ਸਾਹਿਬ ਵੀ ਆ ਕੇ ਕਹਿਣ
ਕਿ ਸਾਨੂੰ ਹਜੇ ਤੱਕ ਕੁਝ ਨਹੀਂ ਮਿਲਿਆ ਹਨਾ, ਜਾਂ ਤਾਂ ਓਪਨਲੀ ਉਹਨੂੰ ਅਨਾਉਂਸ ਕਰਨ ਕਿ ਸਾਨੂੰ ਕੁਝ ਨਹੀਂ ਮਿਲਿਆ, ਸਾਨੂੰ ਕੋਈ ਰਾਸ਼ਨ ਜਿਹੜਾ ਹੈ ਸੈਂਟਰ ਵੱਲੋਂ ਨਹੀਂ ਆਇਆ, ਤਾਂ ਕਿ ਅਫੀਸ਼ੀਅਲ ਜਿਹੜਾ ਆ ਕੇਂਦਰ ਸਰਕਾਰ ਵੀ ਉਹਦਾ ਜਵਾਬਦੇਹੀ ਜਿਹੜੀ ਆ ਉਹ ਬਣਦੀ ਆ। ਉਹੀ ਨਾ, ਜਿੱਦਾਂ ਇਹਨਾਂ ਨੇ ਵੀ ਬਹੁਤ ਵਧੀਆ ਜਿਹੜੇ ਆਪਣੇ ਪੁਆਇੰਟ ਆਫ View ਰੱਖੇ ਆ, ਜਿੱਦਾਂ ਇਹਨਾਂ ਨੇ ਗੱਲ ਕੀਤੀ ਰਾਸ਼ਨ ਦੀ, ਜਿਹੜੇ ਕਾਰਡ ਕੱਟ ਦਿੱਤੇ ਗਏ। ਸਰ ਜੇਕਰ ਅਸੀਂ ਸੋਚੀਏ ਕਿ ਕਾਰਡ ਜਦੋਂ ਬਣਾਏ ਆ, ਦੇਖ ਕੇ ਬਣਾਏ ਸੀ ਕਿ ਜ਼ਰੂਰਤਮੰਦ ਪਰਿਵਾਰ ਹੈ, ਤਾਂ ਹੀ ਉਹਨਾਂ ਨੂੰ ਜਿਹੜੇ ਕਾਰਡ ਆ ਉਹ ਇਸ਼ੂ ਕੀਤੇ ਗਏ ਸੀ ਨਾ, ਤੇ ਹੁਣ ਬਿਨਾਂ ਦੱਸੇ ਇਹ ਕੱਟਣ ਦਾ ਤਾਂ ਕੋਈ ਮਤਲਬ ਨਹੀਂ ਬਣਦਾ ਹਨਾ। ਉਹਦੇ ਵਿੱਚ ਇਹ ਵੀ ਆ ਜਾਂਦਾ ਮਨਪ੍ਰੀਤ ਕਿ ਮੈਂ ਮੰਨਦਾ ਆ ਕਿ ਜੇ 100 ਕਾਰਡ ਬਣਿਆ ਹੋਵੇ 2-3-4 ਕਾਰਡ ਇਦਾਂ ਦੇ ਜ਼ਰੂਰ ਹੋ ਜਾਂਦੇ ਹੋਣੇ ਆ, ਕੁਝ % ਦਾ ਜ਼ਰੂਰ ਹੁੰਦੀ ਹੋਊਗੀ ਜੋ ਕਿਤੇ ਨਾ ਕਿਤੇ ਗਲਤ ਬੰਦਿਆਂ ਦੇ ਬਣ ਜਾਂਦੇ ਕਿ ਇਹਨਾਂ ਨੂੰ ਲੋੜ ਨਹੀਂ ਹੈਗੀ। ਅੱਜ ਵੀ ਬਣੇ ਹੋਏ ਹੋ ਸਕਦੇ ਆ, ਕੋਈ ਵੱਡੀ ਗੱਲ ਨਹੀਂ, ਲੇਕਿਨ ਜਿਹੜੇ ਕੱਟਨੇ ਆ ਉਹ ਕੱਟਣ ਤੋਂ ਪਹਿਲਾਂ ਉਹਦੀ ਇਨਕੁਆਇਰੀ ਕਰ ਲਈ ਜਾਣੀ ਚਾਹੀਦੀ ਹੈ, ਐਵੇਂ ਕੱਟ ਕੇ ਮਤਲਬ ਇੱਥੇ ਇਦਾਂ ਲੱਗਦਾ ਕਿ ਜਦੋਂ ਮੇਰੀ ਸਰਕਾਰ ਸੀ ਤਾਂ ਮੈਂ 100 ਬੰਦਿਆਂ ਦੇ ਕਾਰਡ ਬਣਾਏ ਆ ਤਾਂ ਚਲੋ ਚੱਲ ਗਏ, ਜਦੋਂ ਤੁਹਾਡੀ ਸਰਕਾਰ ਆਈ ਤੁਹਾਡੇ ਚੋਂ 100 ਚੋਂ ਜਿਹੜੇ ਤੁਹਾਨੂੰ ਨਹੀਂ ਸੀ ਪਸੰਦ ਤੁਸੀਂ ਕੱਟ ਦਿੱਤੇ, ਆਪਣੇ ਨੂੰ ਪਾ ਲੈਣਾ ਮੈਂ। ਉਹੀ ਨਾ, ਇਦਾਂ ਚੱਲ ਰਿਹਾ ਸਿਸਟਮ ਜੁੜੇ ਨੇ। ਸਵਾਗਤ ਹੈ ਜੀ ਤੁਹਾਡਾ ਨਵਰੰਗ ਟੀਵੀ ਤੇ। ਜੀ ਬਾਰਵੀਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਹੈਲੋ, ਕੱਟ ਹੋ ਗਿਆ ਮਤਲਬ ਕਾਲ ਜਿਹੜੀ ਆ ਕੱਟ ਗਈ ਆ ਜੀ। ਤੇ ਉੱਥੇ ਜਿੱਥੇ ਅਸੀਂ ਕਾਰਡ ਦੀ ਕਾਲ ਦੁਬਾਰਾ ਲਗਾ ਲਓ ਜੀ। ਜੀ ਤੇ ਸਰ ਜਿਵੇਂ ਅਸੀਂ ਕਾਰਡਾਂ ਦੀ ਗੱਲ ਕਰ ਰਹੇ ਹਾਂ, ਉਹਨਾਂ ਨੇ ਇੱਕ ਬਹੁਤ ਵਧੀਆ ਹੋਰ ਵੀ ਕੀਤਾ ਕਿ ਜਿਹੜਾ ਕਿਹਾ ਜਾ ਰਿਹਾ ਕਿ ਠੇਕੇ ਖੋਲ ਦਿੱਤੇ ਜਾਣ, ਜਿੱਥੇ ਲੋਕਡਾਊਨ ਦੀ ਉਲੰਘਣਾ ਹੋਣੀ ਉੱਥੇ ਘਰਾਂ ਦੇ ਵਿੱਚ ਜਿਹੜੀ ਘਰੇਲੂ ਹਿੰਸਾ ਆ ਉਹ ਵੀ ਬਹੁਤ ਵਧਣੀ ਹੈ। ਉਹਦੇ ਨਾਲ ਮਨਪ੍ਰੀਤ ਕੀ ਕੈਪਟਨ ਸਾਹਿਬ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਬਹੁਤ ਵੱਡਾ ਜਿਹੜਾ ਆ ਆਰਥਿਕ ਨੁਕਸਾਨ ਆ ਗਵਰਨਮੈਂਟ ਨੂੰ ਝੱਲਣਾ ਪੈ ਰਿਹਾ, ਤੇ ਉਹਦੇ ਕਰਕੇ ਜਿਹੜੀ ਆ ਠੇਕੇ ਆ ਖੋਲਣੇ ਚਾਹੀਦੇ ਤਾਂ ਕਿ ਗਵਰਨਮੈਂਟ ਨੂੰ ਜਿਹੜਾ ਫੰਡਸ ਆਉਣ ਤਾਂ ਉਹ ਕਰ ਸਕਣ। ਲੇਕਿਨ ਦੂਜਾ ਠੇਕਿਆਂ ਤੋਂ ਹੀ ਸਰਕਾਰ ਨੂੰ ਆ ਰਿਹਾ। ਨਹੀਂ, ਮੈਂ ਇੱਕ ਉਹਦਾ ਦੂਜਾ ਪਹਿਲੂ ਜਿਹੜਾ ਦੱਸਦਾ ਕਿ ਜੇ ਕਿਸੇ ਸਪੋਜ਼ ਕਰ ਲਓ ਕਿਸੇ ਦੇ ਘਰ 1000 ਜਾਂ 2000 ਰੁਪਇਆ ਜਾਂ 5000 ਰੁਪਇਆ ਜਾਂ 10000 ਰੁਪਇਆ ਪਿਆ ਆ, ਜਦੋਂ ਅੱਜ ਠੇਕੇ ਨਹੀਂ ਖੁੱਲੇ ਤਾਂ ਜਿਹੜੇ ਉਹ ਪੈਸੇ ਨੇ ਉਹ ਯੂਜ਼ ਹੋ ਰਹੇ ਨੇ ਰਾਸ਼ਨ ਦੇ ਲਈ ਜਾਂ ਹੋਰ ਕੰਮਾਂ ਦੇ ਲਈ, ਤੇ ਜੇ ਠੇਕੇ ਖੁੱਲ ਕੇ ਸ਼ਾਮ ਨੂੰ ਬੋਤਲ ਆ ਗਈ 1000 ਦੇ ਵਿੱਚ ਬੋਤਲ ਆ ਗਈ ਜਾਂ 500 ਜਾਂ 700 ਜਾਂ ਜਿੰਨੇ ਦੀ ਹੋਊਗੀ। ਸਰ ਤੁਸੀਂ ਇਹ ਦੇਖੋ ਜਦ ਸਾਡੇ ਕੋਲ ਰਾਸ਼ਨ ਤੱਕ ਖਰੀਦਣ ਦੇ ਲਈ ਇਸ ਸਮੇਂ ਪੈਸੇ ਨਹੀਂ ਹੈਗੇ ਤਾਂ ਅਸੀਂ ਇੰਨੀ ਮਹਿੰਗੀ ਸ਼ਰਾਬ ਕਿੱਥੋਂ ਖਰੀਦਾਂਗੇ। ਹਾਂ ਬਿਲਕੁਲ ਸਹੀ, ਕਾਲਰ ਜੁੜ ਗਿਆ ਜੀ। ਸਵਾਗਤ ਹੈ ਜੀ ਤੁਹਾਡਾ ਨਵਰੰਗ ਟੀਵੀ ਤੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਬਸ ਵਧੀਆ ਜੀ। ਹਾਂਜੀ ਬਸ ਸਾਹਿਬ ਜੀ ਕੀ ਹਾਲ ਚਾਲ? ਬਸ ਠੀਕ ਹੈ ਜੀ। ਕੌਣ ਬੋਲ ਰਿਹਾ ਜੀ? ਹਾਂਜੀ ਮੈਂ ਭਾਈ ਪਲਾਈਗੇਟ ਤੋਂ ਬੋਲਦਾ। ਹਾਂਜੀ ਭਾਈ ਆਪਣੇ ਫੁਆਰੇ ਵਿੱਚ ਲੋਗੋ ਤੇ ਤੁਹਾਡਾ ਲੱਗਾ, ਆਪਾਂ ਆਪਣੇ ਸੰਧੂਰਾ ਬੰਦੇ ਦਾ ਚੌਂਕ ਦੇਖੋ ਕਿੰਨੇ ਬੰਦੇ ਮੈਚ ਖੇਡਦੇ ਪਏ ਆ, ਕਿੰਨੇ ਬੰਦੇ ਤਾਸ਼ਾ ਖੇਡਦੇ ਪਏ ਆ। ਸੰਧੂਰਾ ਮੰਦਿਰ ਜੀ? ਹਾਂਜੀ ਦੇਖੋ ਪਹਿਲਾਂ ਹਾਂਜੀ ਸੰਧੂਰਾ ਬੰਦਰ ਇਹਦਾ ਲਾਵਾ ਬੰਦੇ ਆ ਜਾਓ, ਕਿੰਨੇ ਬੱਚੇ ਕਿਰੋਂ ਦੇ ਬੈਗ ਲਾ ਕੇ ਬੈਠੇ ਆ, ਬਾਹਰ ਕਿੰਨੇ ਬੰਦੇ ਬੈਠੇ ਆ, ਇਹਦਾ ਕੀ ਫਾਇਦਾ ਲਾਕਡਾਊਨ ਦਾ ਸਾਨੂੰ? ਠੀਕ ਹੈ ਜੀ, ਪਰ ਉਹਦੇ ਵਿੱਚ ਇਹ ਹੈ ਕਿ ਪ੍ਰਸ਼ਾਸਨ ਨੇ ਤਾਂ ਚਲੋ ਜਿਹੜਾ ਚੱਕਰ ਲਗਾਉਣਾ ਹੁੰਦਾ ਉਹ ਲਗਾਉਂਦਾ ਹੈ ਜਾਂ ਕਹਿੰਦੇ ਵੀ ਆ, ਸਭ ਕੁਝ ਕਰਦੇ ਆ, ਤੇ ਬਟ ਉੱਥੇ ਲੋਕਲ ਜਿਹੜੇ ਵੀ ਨੁਮਾਇੰਦਗੀ ਕਰਦੇ ਆ ਉਸ ਏਰੀਆ ਦੀ, ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਅੱਗੇ ਆ ਕੇ ਉਹਨਾਂ ਨੂੰ ਸਮਝਾਉਣਾ ਚਾਹੀਦਾ ਵੀ ਇਦਾਂ ਨਹੀਂ ਕਰਨੀ ਆਪਾਂ, ਕਿ ਉਹ ਆਪ ਨਾਲ ਸਾਡੇ ਲੱਗ ਪੈਂਦੇ ਆ? ਸਮਝਾਦੇ ਬਸ ਬਹੁਤ ਸਮਝਦੇ ਨਹੀਂ, ਤੇ ਫਿਰ ਤੁਹਾਨੂੰ ਕੰਪਲੇਂਟ ਕਰਨੀ ਚਾਹੀਦੀ ਆ ਕਿ ਜੇ ਪੁਲਿਸ ਨੇ ਹਜੇ ਤੱਕ ਮੈਂ ਵੈਸੇ ਉੜਦਾ ਤਾਂ ਨਹੀਂ ਦੇਖਿਆ ਇੱਕ ਖਬਰ ਤੋਂ ਇਲਾਵਾ ਕਿ ਜਿਹੜਾ ਕਹਿੰਦੇ ਸੀ ਡਰੋਨ ਫਗਵਾੜੇ ਦੇ ਵਿੱਚ ਲਾਇਆ ਗਿਆ, ਮੈਂ ਨਹੀਂ ਉਸ ਤੋਂ ਬਾਅਦ ਉਹਦੀ ਰਿਪੋਰਟ ਸੁਣੀ ਕਿਤੇ ਕਿ ਡਰੋਨ ਜਿਹੜਾ ਆ ਉਡਾਇਆ ਗਿਆ ਹੋਏ, ਤੇ ਨਾ ਹੀ ਕੋਈ ਉਹਦੀ ਰਿਪੋਰਟ ਸਾਨੂੰ ਸਾਹਮਣੇ ਆਈ ਹੈ। ਜੇ ਉਹ ਇਸੇ ਕੰਮ ਨੂੰ ਸੀ ਕਿ ਮੁਹੱਲਿਆਂ ਦੇ ਉੱਤੇ ਡਰੋਨ ਉਡਾ ਕੇ ਲੋਕਾਂ ਨੂੰ ਇਹ ਸਮਝਾਇਆ ਜਾਵੇ ਕਿ ਉੱਪਰੋਂ ਵੀ ਤੁਹਾਨੂੰ ਜਿਹੜੇ ਆ ਉਹ ਪੁਲਿਸ ਦੇਖ ਸਕਦੀ ਆ, ਮਤਲਬ ਉਹ ਇਹਨੇ ਲੋਕਾਂ ਨੂੰ ਖੁੱਲ੍ਹ ਮਿਲ ਜਾਂਦੀ ਹੈ ਕਿ ਇਹਨਾਂ ਨੇ ਫੋਲੋ ਕਰ ਦਿੱਤਾ ਹੈ ਵੀ ਅਸੀਂ ਜਿਹੜਾ ਡਰੋਨ ਜਾਂ ਪੁਲਿਸ ਵਰਦੀ ਦੇ ਬਿਨਾਂ ਭੇਜੋ। ਠੀਕ ਹੈ ਜੀ, ਸਾਡੇ ਵੱਲੋਂ ਜਿਹੜੀ ਤੁਹਾਡੀ ਮੰਗ ਹੈ ਪ੍ਰਸ਼ਾਸਨ ਤੱਕ ਪਹੁੰਚਾਈ ਜਾਵੇਗੀ। ਜਿੱਦਾਂ ਆਪਾਂ ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ। ਮਤਲਬ ਹੁਣ ਇੱਥੇ ਸਰ ਆਪਣੀ ਸੋਚ ਆ ਜਾਂਦੀ ਹੈ, ਜੇਕਰ ਜਦ ਅਸੀਂ ਆਪਣੇ ਲਈ ਨਹੀਂ ਅਸੀਂ ਸੋਚ ਸਕਦੇ, ਅਸੀਂ ਆਪਣੇ ਸਮਾਜ ਲਈ ਕਿੱਥੋਂ ਸੋਚਾਂਗੇ ਹਨਾ? ਜੇਕਰ ਅਸੀਂ ਆਪਣਾ ਨਹੀਂ ਖਿਆਲ ਰੱਖ ਸਕਦੇ ਤਾਂ ਬਾਕੀਆਂ ਦਾ, ਪਰਿਵਾਰ ਦਾ ਕਿੱਥੋਂ ਰੱਖਾਂਗੇ? ਇਹ ਤਾਂ ਸਾਡੀ ਆਪਣੀ ਜਿਹੜੀ ਪਹਿਲ ਕਦਮੀ ਹੋਣੀ ਚਾਹੀਦੀ ਕਿ ਅਸੀਂ ਇਸ ਸਮੇਂ ਜਿਹੜੇ ਸਰਕਾਰ ਵੱਲੋਂ ਕੋਈ ਵੀ ਰੂਲ ਬਣਾਏ ਗਏ ਉਹਨਾਂ ਨੂੰ ਅਸੀਂ ਖੁਦ ਫੋਲੋ ਕਰੀਏ, ਨਾ ਕਿ ਡੰਡੇ ਦੇ ਨਾਲ। ਬੇਟੀ ਗੱਲ ਕਰਨੀ ਸਾਰੇ ਕੋਈ ਡੰਡਾ ਮਾਰੇ, ਉਹੀ ਨਾ। ਤੇ ਉੱਥੇ ਹੀ ਸਰ ਮਲੇਰਕੋਟਲਾ ਦੇ ਵਿੱਚ ਜਿਹੜੀ ਮੰਡੀ ਲੱਗਦੀ ਹੈ ਨਾ, ਉੱਥੇ ਇੰਨਾ ਕੁ ਜ਼ਿਆਦਾ ਰਸ਼ ਹੋ ਗਿਆ, ਪੁਲਿਸ ਦੇ ਕੰਟਰੋਲ ਤੋਂ ਬਾਹਰ ਸੀ, ਉਹਨਾਂ ਨੇ ਕਿਸੇ ਮਤਲਬ ਪ੍ਰਸ਼ਾਸਨ ਵੱਲੋਂ ਕੋਈ ਉਹਨਾਂ ਨੂੰ ਹੁਕਮ ਨਹੀਂ ਦਿੱਤਾ ਗਿਆ, ਪਰ ਫਿਰ ਵੀ ਉਹਨਾਂ ਨੇ ਖੂਬ ਡੰਡਾ ਭਰਾਇਆ ਤੇ ਲੋਕੀ ਮਿੰਟਾਂ 'ਚ ਘਰੋਂ ਘਰੀ ਵੜ ਗਏ। ਮਤਲਬ ਉਹ ਕਹਿੰਦੇ ਕਿ ਸਾਡੇ ਕੰਟਰੋਲ ਤੋਂ ਸਾਡੀ ਜਿਹੜੀ ਸਹਿਣ ਸ਼ਕਤੀ ਹੈ ਇਸ ਸਮੇਂ ਹਨਾ, ਤੇ ਸਹਿਣ ਸ਼ਕਤੀ ਉਹ ਕਹਿੰਦੇ ਸਾਡੇ 'ਚ ਹੁਣ ਹੋਰ ਨਹੀਂ ਹੈਗੀ, ਇਦਾਂ ਦੇ ਹਾਲਾਤ ਚੱਲ ਰਹੇ, ਫਿਰ ਵੀ ਲੋਕ ਸਮਝ ਨਹੀਂ ਰਹੇ। ਤੇ ਸਾਡੇ ਨਾਲ ਕਾਲਰ ਜੁੜੇ ਨੇ ਜੀ ਪ੍ਰੋਗਰਾਮ ਦੇ ਵਿੱਚ। ਸਵਾਗਤ ਹੈ ਜੀ ਤੁਹਾਡਾ ਨਵਰੰਗ ਟੀਵੀ ਤੇ।
ਨਹੀਂ ਕਾਲ ਕੱਟ ਗਈ ਹੈ ਜੀ। ਜੀ ਤੇ ਕੋਈ ਨਹੀਂ ਦੁਬਾਰਾ ਮਿਲਾ ਲਈਏ ਤੁਸੀਂ ਤੇ ਗੱਲ ਕਰਦੇ ਆ ਮਨਪ੍ਰੀਤ ਆਪਾਂ ਹਜੂਰ ਸਾਹਿਬ ਤੋਂ ਜੋ ਯਾਤਰੂ ਆ ਰਹੇ ਨੇ ਹਨਾ ਸੈਂਕੜੇ ਦੀ ਤਾਦਾਦ ਦੇ ਵਿੱਚ ਆਏ ਵੀ ਨੇ ਬੜੀ ਮੰਦਭਾਗੀ ਜਿਹੜੀ ਆ ਉਹ ਖਬਰਾਂ ਆ ਰਹੀਆਂ ਨੇ ਕਿ ਉਹ ਜਿਹੜੇ ਯਾਤਰੂ ਨੇ ਉਹ ਬਹੁਤ ਸਾਰੇ ਯਾਤਰੂ ਜਿਹੜੇ 12 ਯਾਤਰੂ ਸ਼ਾਇਦ ਹੁਣ ਤੱਕ ਪੋਜ਼ਿਟਿਵ ਨਿਕਲ ਚੁੱਕੇ ਨੇ ਜੀ ਤੇ ਪੋਜ਼ਿਟਿਵ ਨਿਕਲ ਚੁੱਕੇ ਨੇ ਜਿਹੜੀ ਬਹੁਤ ਵੱਡੀ ਤਾਦਾਦ ਆ ਤੇ ਕਿਹਾ ਜਾ ਰਿਹਾ ਕਿ ਇਹ ਜਿਹੜਾ ਆ ਰਸਤੇ ਦੇ ਵਿੱਚ ਇੰਦੌਰ ਜਿਹੜਾ ਆ ਬਹੁਤ ਵੱਡੇ ਤੌਰ ਦੇ ਉੱਤੇ ਲੰਗਰ ਜਿਹੜਾ ਆ ਯਾਤਰੂਆਂ ਲਈ ਲਾਇਆ ਗਿਆ ਸੀ। ਇਹ ਡਰ ਆ ਕਿ ਕਿਤੇ ਇੰਦੌਰ ਬਹੁਤ ਪ੍ਰਭਾਵਿਤ ਏਰੀਆ ਰਿਹਾ ਬੜਾ ਹਾਈਲਾਈਟ ਏਰੀਆ ਰਿਹਾ ਆ ਕਰੋਨਾ ਨੂੰ ਲੈ ਕੇ ਕਿਤੇ ਇਹ ਜਿਹੜੇ ਕਰੋਨਾ ਦੇ ਜਿਹੜੇ ਵਿਸ਼ਾਣੂ ਸੀ ਇਹ ਕਿਤੇ ਉੱਥੋਂ ਤਾਂ ਨਹੀਂ ਉਹਨਾਂ ਦੇ ਨਾਲ ਆਇਆ ਹਨਾ ਇਸ ਚੀਜ਼ ਦੀ ਜਿਹੜਾ ਪਹਿਲਾਂ ਮੇਬੀ ਜਦੋਂ ਉੱਥੋਂ ਚੱਲੇ ਆ ਉਦੋਂ ਮੈਨੂੰ ਲੱਗਦਾ ਕਿ ਉਦੋਂ ਚਾਹੀਦਾ ਸੀ ਕਿ ਕੱਲੇ ਦੀ ਰਿਪੋਰਟ ਜਿਹੜੀ ਲਈ ਜਾਂਦੀ ਇਹਦੇ ਕੋਲ ਜਿਹੜਾ ਲੱਗ ਰਿਹਾ ਸੀ ਜਿਹਦੇ ਚ ਕੋਈ ਲੱਛਣ ਸੀਗਾ ਉਹਨੂੰ ਪਹਿਲਾਂ ਹੀ ਸੈਪਰੇਟ ਕਰ ਦਿੱਤਾ ਜਾਂਦਾ ਤੇ ਜਿਹੜੇ ਬਾਕੀ ਦੇ ਆ ਉਹ ਵਿਚਾਰੇ ਨਾਲ ਨਾ ਰਗੜੇ ਜਾਂਦੇ ਹਨਾ ਮੈਨੂੰ ਕੱਲ ਜੀ ਸਵਾਗਤ ਹੈ ਜੀ ਤੁਹਾਡਾ ਨਵਰੰਗ ਟੀਵੀ ਤੇ। ਹੈਲੋ ਮੈਨੂੰ ਲੱਗਦਾ ਕਾਲਰ ਦਾ ਕੋਈ ਇਸ਼ੂ ਆ ਰਿਹਾ ਕਿ ਕਾਲ ਜਿਹੜੀ ਆ ਉਹ ਕੱਟ ਕੀਤੀ ਜਾ ਰਹੀ ਆ ਤੇ ਗੱਲ ਉਹੀ ਆ ਜਾਂਦੀ ਹੈ ਕਿ ਦੇਖੋ ਜਿਹੜੇ ਤਾਂ ਜੇ ਆਪਾਂ ਫਗਵਾੜੇ ਦੀ ਗੱਲ ਕੀਤੀ ਆ ਤਾਂ ਪ੍ਰਸ਼ਾਸਨ ਨੇ ਬਹੁਤ ਵਧੀਆ ਸਟੈਪ ਲਿਆ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਉਹਨੂੰ ਸਿੱਧੇ ਹਸਪੀਟਲ ਲਿਜਾ ਕੇ ਉਹਨਾਂ ਦਾ ਟੈਸਟ ਕਰਵਾਇਆ ਤੇ ਪੋਜ਼ਿਟਿਵ ਆਉਣ ਤੋਂ ਬਾਅਦ ਉਹਨਾਂ ਨੂੰ ਸਿੱਧਾ ਆਈਸੋਲੇਸ਼ਨ ਵਾਰਡ ਕਪੂਰਥਲਾ ਭੇਜ ਦਿੱਤਾ ਗਿਆ। ਤੁਸੀਂ ਤਰਨਤਾਰਨ ਜਾਂ ਹੋਰ ਏਰੀਆ ਜਾਂ ਕਈ ਏਰੀਆ ਵਿੱਚ ਦੇਖਿਆ ਜਿਹੜੇ ਸ਼ਰਧਾਲੂ ਆਪਣੇ ਘਰਾਂ ਨੂੰ ਚਲੇ ਗਏ ਉੱਥੋਂ ਹਨਾ ਉੱਥੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਨੈਗਲੀਜੈਂਸੀ ਵੀ ਹੈਗੀ ਆ ਕੋਈ ਅਰੇਂਜਮੈਂਟਸ ਨਹੀਂ ਕੀਤੇ ਗਏ ਸੀ। ਫਗਵਾੜੇ ਤਾਂ ਸਿਰਫ 3 ਸੀਗੇ 3 ਉਹਨਾਂ ਨੇ ਸਾਂਭ ਲਏ ਉੱਥੇ ਕਿਤੇ ਸੈਂਕੜੇ ਦੀ ਤਾਦਾਦ ਦੇ ਵਿੱਚ ਗਏ ਹੋਣਗੇ ਹੋ ਸਕਦਾ ਕਿ ਨਹੀਂ ਸੰਭਾਲ ਪਾਏ। ਤੇ ਇੱਕ ਅਹਿਮ ਜਿਹੜੀ ਆ ਵੀਡੀਓ ਚੱਲਦੀ ਪਈ ਆ ਉਹ ਇਹ ਆ ਕਿ ਚੈਨਲਾਂ ਨੇ ਵੀ ਬੜਾ ਉਹਨੂੰ ਹਾਈਲਾਈਟ ਕੀਤਾ ਸਾਰੇ ਮੀਡੀਆ ਦੇ ਵਿੱਚ ਕਿ ਇੱਕ ਜਿਨ੍ਹਾਂ ਦੇ ਘਰ ਸ਼ਰਧਾਲੂ ਗਏ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਲੈਣ ਲਈ ਐਂਬੂਲੈਂਸ ਜਿਹੜੀ ਆ ਭੇਜੀ ਗਈ ਤੇ ਐਂਬੂਲੈਂਸ ਦੀ ਹਾਲ ਇਹ ਸੀ ਕਿ ਜਿੱਦਾਂ ਪਾਥੀਆਂ ਵਾਲੀ ਗੱਡੀ ਨਹੀਂ ਹੁੰਦੀ ਉਹਨੂੰ ਪਹਿਲਾਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਝਾੜੂ ਮਾਰ ਕੇ ਸਾਫ਼ ਕਰ ਲੈ ਮਿੱਟੀ ਉੜਦੀ ਪਈ ਪੂਰੀ ਤੇ ਇੰਨਾ ਬੁਰਾ ਹਾਲ ਆ ਕਿ ਐਂਬੂਲੈਂਸ ਆਪਣੇ ਆਪ ਦੇ ਵਿੱਚ ਜਿਹੜੀ ਆ ਉਹ ਬਿਮਾਰ ਸੀ। ਉਹਨਾਂ ਦੇ ਘਰਦਿਆਂ ਵੱਲੋਂ ਕਿਹਾ ਗਿਆ ਕਿ ਆਪਣੀ ਗੱਡੀ ਦੇ ਵਿੱਚ ਹਸਪੀਟਲ ਚੱਲ ਜਾਾਂਗੇ ਜੇ ਅਸੀਂ ਇਸ ਐਂਬੂਲੈਂਸ ਦੇ ਵਿੱਚ ਬੈਠੇ ਤਾਂ ਅਸੀਂ ਜੇ ਠੀਕ ਹੋਏ ਤਦ ਵੀ ਜਿਹੜੇ ਆ ਉਹ ਬਿਮਾਰ ਹੋ ਸਕਦੇ ਕਿਉਂਕਿ ਉਹਦਾ ਇੰਨਾ ਬੁਰਾ ਹਾਲ ਸੀਗਾ ਉਸ ਐਂਬੂਲੈਂਸ ਦਾ ਜਿਹਨੂੰ ਲੈ ਕੇ ਸਾਡੇ ਹੈਲਥ ਮਿਨਿਸਟਰ ਨੇ ਬਲਵੀਰ ਸਿੰਘ ਸਿੱਧੂ ਹੁਣੀ ਜਿਨ੍ਹਾਂ ਨੇ ਕਿ ਉਹਦੀ ਇਨਕੁਆਇਰੀ ਵੀ ਕਹੀ ਆ ਤੇ ਸੀਐਮਓ ਨੂੰ ਵੀ ਤਲਬ ਕੀਤਾ ਤੇ ਉਹਦੇ ਵਿੱਚ ਦੇਖਿਆ ਜਾ ਰਿਹਾ ਕਿ ਅੱਜ ਉੱਤੇ ਕੋਈ ਸਪੈਸ਼ਲ ਐਕਸ਼ਨ ਜਿਹੜਾ ਹੋ ਸਕਦਾ ਗਵਰਨਮੈਂਟ ਜਿਹੜੀ ਆ ਲਵੇ ਤੇ ਸਾਡੇ ਨਾਲ ਕਾਲਰ ਜੁੜੇ ਨੇ। ਸਵਾਗਤ ਹੈ ਜੀ ਤੁਹਾਡਾ ਨਵਰੰਗ ਟੀਵੀ ਤੇ। ਹੈਲੋ ਨਹੀਂ ਕਾਲਰ ਹੈਲੋ ਕਾਲ ਜਿਹੜੀ ਕੱਟ ਗਈ ਆ ਤੇ ਤੁਸੀਂ ਦੇਖੋ ਕਿ ਜਦੋਂ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਕਿਹੜੀ ਗੱਡੀ ਭੇਜ ਦਿੱਤੀ ਉੱਥੇ ਹਨਾ ਉਹ ਆਪਣੇ ਆਪ ਵਿੱਚ ਬਿਮਾਰ ਗੱਡੀ ਭੇਜੀ ਉੱਥੇ ਜੇ ਇਦਾਂ ਦੇ ਇੰਤਜ਼ਾਮ ਹੋਣਗੇ ਤੇ ਜੇ ਆਪਾਂ ਕਹਿੰਦੇ ਆ ਕਿ ਮਿਸ਼ਨ ਫਤਿਹ ਲੈ ਕੇ ਚੱਲ ਰਿਹਾ ਹੈ ਜਿਹੜੀ ਪੰਜਾਬ ਸਰਕਾਰ ਆ ਕਿ ਆਪਾਂ ਕਰੋਨਾ ਨੂੰ ਫਤਿਹ ਕਰਨਾ ਆ ਤੇ ਲੇਕਿਨ ਜੇ ਇਦਾਂ ਦੀਆਂ ਗੱਡੀਆਂ ਦੇ ਨਾਲ ਇਦਾਂ ਦੇ ਅਰੇਂਜਮੈਂਟਸ ਦੇ ਨਾਲ ਕਿੱਥੋਂ ਫਤਿਹ ਕੀਤਾ ਜਾ ਸਕਦਾ। ਬਿਲਕੁਲ ਜੀ ਤੇ ਕਾਲਰ ਸਾਡੇ ਨਾਲ ਜੁੜੇ ਨੇ। ਹੈਲੋ ਹਾਂਜੀ ਕੌਣ ਬੋਲ ਰਿਹਾ ਜੀ? ਸਰਵਨ ਸਿੰਘ ਕੁਲਾਰ ਬੋਲੇ। ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ? ਠੀਕ ਕੁਲਾਰ ਸਾਹਿਬ ਪਹਿਲਾਂ ਤਾਂ ਕਿੱਦਾਂ ਚੱਲ ਰਹੀ ਹੈ ਜੀ ਤੁਸੀਂ ਰੋਜ਼ 10 ਤੋਂ 12,000 ਲੋਕਾਂ ਤੱਕ ਲੰਗਰ ਪਹੁੰਚਾ ਰਹੇ ਹੋ ਕੱਲ ਤੁਸੀਂ ਟਰੱਕ ਵੀ ਜਿਹੜੇ ਆ ਦਰਬਾਰ ਸਾਹਿਬ ਲਈ ਕਣਕ ਦੇ ਭੇਜੇ ਆ ਇਹ ਸਾਰੀ ਸੇਵਾ ਕਿਸ ਤਰੀਕੇ ਨਾਲ ਚੱਲ ਰਹੀ ਹੈ ਜੀ? ਦੇਖੋ ਇਹ ਤਾਂ ਗੁਰੂ ਮਹਾਰਾਜ ਦੀ ਕਿਰਪਾ ਆ ਉਹਦੀ ਕਿਰਪਾ ਦੇ ਨਾਲ ਇਹ 40 ਦਿਨ ਤੋਂ ਲਗਾਤਾਰ ਸੁਖਚੈਨ ਸਾਹਿਬ ਲੰਗਰ ਦੀ ਸੇਵਾ ਚੱਲ ਰਹੀ ਆ 10 ਤੋਂ 11-12,000 ਤੱਕ ਲੰਗਰ ਉਹ ਤਿਆਰ ਕੀਤਾ ਜਾਂਦਾ ਕਿਉਂਕਿ ਇਸ ਦੁੱਖ ਦੀ ਘੜੀ ਵਿੱਚ ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਮਾਨਵਤਾ ਦੀ ਸੇਵਾ ਨੂੰ ਪ੍ਰਮੁੱਖ ਰੱਖੀਏ ਔਰ ਕੋਈ ਭੁੱਖਾ ਨਾ ਸੌਵੇ ਨਾਲੇ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਆ ਉਹ ਵੀ ਆਪਾਂ ਨੂੰ ਕਰਨਾ ਚਾਹੀਦਾ ਹੈ ਕਿ ਕੋਈ ਵੀ ਭੁੱਖਾ ਨਾ ਸਾਡੇ ਦੇਸ਼ ਪਾਵੇ। ਇਸ ਦੁੱਖ ਦੀ ਘੜੀ ਵਿੱਚ ਕੱਲ ਦਰਬਾਰ ਸਾਹਿਬ ਵਾਸਤੇ 200 ਕੁਇੰਟਲ ਕਣਕ ਜਿਹੜੀ ਆ ਮੰਡੀ ਤੋਂ ਭੇਜੀ ਗਈ ਆ ਤੇ ਗੁਰੂ ਰਾਮਦਾਸ ਜੀ ਨੇ ਆਪ ਕਿਰਪਾ ਕੀਤੀ ਹੈ। ਦੇਖੋ ਉਹਦਾ ਕਾਰਜ ਆਪ ਹੀ ਹਿੰਮਤ ਬਖਸ਼ਦਾ ਆਪ ਹੀ ਉਹ ਸੇਵਾ ਬਖਸ਼ਦਾ ਹੈ ਉਹਦਾ ਸਾਰਾ ਧੰਨਵਾਦ। ਬਿਲਕੁਲ ਜੀ ਤੇ ਜਿਹੜਾ ਅਰੇਂਜਮੈਂਟ ਤੁਹਾਡੇ ਵੱਲੋਂ ਉੱਥੋਂ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਸੁਖਚੈਨ ਸਾਹਿਬ ਤੋਂ ਕੀਤਾ ਜਾਂਦਾ ਤੇ ਉਹ ਕਿਸ ਤਰੀਕੇ ਨਾਲ ਤੁਸੀਂ ਜਿਹੜੇ ਲੰਗਰ ਆ ਲੋਕਾਂ ਤੱਕ ਪਹੁੰਚਾਉਂਦੇ ਹੋ? ਅਸੀਂ ਤਕਰੀਬਨ ਸਾਰਾ ਲੰਗਰ ਜਿਹੜਾ 10 ਵਜੇ ਤੱਕ ਸਾਰਾ ਤਿਆਰ ਹੋ ਜਾਂਦਾ ਹੈ। ਉਸ ਤੋਂ ਬਾਅਦ ਵੱਖ-ਵੱਖ ਵਾਰਡਾਂ ਤੋਂ ਗੱਡੀਆਂ ਆਉਂਦੀਆਂ ਕੋਈ 200 ਦਾ ਕੋਈ 400 ਦਾ ਕੋਈ 500 ਦਾ ਜਿੰਨਾ ਉਹ ਡਿਮਾਂਡ ਕਰਦਾ ਉਹਨਾਂ ਦੇ ਭਾਂਡਿਆਂ ਵਿੱਚ ਅਸੀਂ ਪਾ ਕੇ ਦਿੰਨੇ ਆ ਔਰ ਉਸ ਤੋਂ ਬਾਅਦ ਜਿਹੜਾ ਇੱਕ ਹਫ਼ਤੇ ਤੋਂ ਪਿਛਲੇ ਤੋਂ ਆਪ ਨਿੱਜੀ ਤੌਰ ਤੇ ਜਿਹੜੇ ਕੋਈ ਪਰਿਵਾਰਕ ਦੇ ਮੈਂਬਰ ਆਉਂਦਾ ਹੈ ਉਹ ਆਪ ਲੰਗਰ ਛਕਿਆ ਉਹਦਾ ਬਾਕੀ ਕੋਈ 5 ਦਾ ਕੋਈ 10 ਦਾ ਉਹ ਪਵਾ ਕੇ ਉੱਤੇ ਲਾਈਨਾਂ ਲਾ ਕੇ
ਦੂਰੀ ਰੱਖ ਕੇ ਉਹ ਸਾਰਾ ਉਹਨਾਂ ਨੂੰ ਦੇ ਰਹੇ ਆ। ਔਰ ਮੈਂ ਸਮਝਦਾ ਵੀ ਇਹ ਪਿਛਲੇ ਇੱਕ ਹਫ਼ਤੇ ਤੋਂ ਬਹੁਤ ਵਧੀਆ ਚੱਲ ਰਿਹਾ ਵੀ ਜਿਹੜੇ ਕੱਲੇ ਆਉਂਦੇ ਆ ਉਹ ਕੋਈ ਆਪਣੇ ਵਹੀਕਲ ਤੇ ਆਉਂਦੇ ਆ ਤੇ ਜਿੰਨੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਆ ਉਹ ਬੇਟਿਆਂ ਦਾ ਖਾਣਾ ਉੱਥੇ ਲੈ ਕੇ ਜਾਂਦੇ ਆ। ਤੇ ਮੈਂ ਸਮਝਦਾ ਵੀ ਇਹ ਸਾਰਾ ਹੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੋ ਰਿਹਾ ਜੀ। ਸੰਗਤਾਂ ਦਾ ਬੜਾ ਸਹਿਯੋਗ ਮਿਲ ਰਿਹਾ, ਕੋਈ ਸੇਵਾ ਵੀ ਆਪ ਕਰ ਜਾਂਦਾ ਆ, ਇਸ ਕਰਕੇ ਕੋਈ ਮੁਸ਼ਕਲ ਆਈ ਨਹੀਂ, ਕੋਈ ਰਿਕਾ ਨਹੀਂ ਹੋਇਆ ਜੀ। ਤੇ ਇਹ ਵਿੱਚ ਕਿਹੜੀਆਂ ਚੀਜ਼ਾਂ ਹੈ ਜੀ ਲੰਗਰ ਦੇ ਵਿੱਚ ਜ਼ਿਆਦਾਤਰ ਤੁਸੀਂ ਬਣਾਉਂਦੇ ਹੋ? ਦਾਲ ਫੁਲਕਾ ਚੱਲਦਾ ਜਾਂ ਹੋਰ ਵੀ ਕੁਝ ਦਿੰਦੇ ਹੋ? ਅਸੀਂ ਵੀ ਉਹ ਬਦਲ ਕੇ ਚੌਲ ਤਾਂ ਰੋਜ਼ ਹੁੰਦੇ ਹੀ ਆ ਜੀ, ਫੁਲਕਾ ਵੀ ਰੋਜ਼ ਹੁੰਦਾ ਆ ਤੇ ਇੱਕ ਦਿਨ ਕੜੀ ਪਕੌੜਾ ਕਰੀਦਾ, ਇੱਕ ਦਿਨ ਮਿਕਸ ਦਾਲ ਕਰੀਦੀ ਆ ਤੇ ਇੱਕ ਦਿਨ ਆਲੂ ਤੇ ਬੜੀਆਂ ਜਾਂ ਆਲੂ ਤੇ ਛੋਲੇ, ਇਹ ਹਿਸਾਬ ਦੇ ਨਾਲ ਇੱਕ ਦਿਨ ਛੱਡ ਕੇ ਉਹ ਕਰਦੇ ਆ ਜੀ। ਇੰਨੇ ਹਜ਼ਾਰਾਂ ਬੰਦਿਆਂ ਦਾ ਰੋਜ਼ ਜਿਹੜਾ ਆ ਉਹ ਲੰਗਰ ਤਿਆਰ ਕਰਨਾ ਆ ਤੇ ਉਹਦੇ ਲਈ ਸੇਵਾਦਾਰਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਹੁੰਦੀ ਕਿ ਆਮ ਸੰਗਤ ਜਿਹੜੀ ਆ ਉਹਨੂੰ ਸੇਵਾ ਲਈ ਬੁਲਾਇਆ ਜਾਂਦਾ? ਅਸੀਂ ਜਿਹੜੇ ਸਾਡੇ ਇੱਕ ਤਾਂ ਸਾਰੇ ਜਿੰਨੇ ਮੁਲਾਜ਼ਮ ਆ, ਜਿੰਨੇ ਸਾਡੇ ਸੇਵਾਦਾਰ ਉਹ ਪੱਕੇ ਹੀ ਉਧਰ ਦੇ ਉੱਥੇ ਆ। ਦੂਸਰੇ ਜਿਹੜੇ ਸਾਡੇ ਜਿਨ੍ਹਾਂ ਨੂੰ ਅਸੀਂ ਉਹ ਪੱਕੇ ਤੌਰ ਤੇ ਰੱਖਿਆ ਰੋਟੀਆਂ ਪਕਾਉਣ ਵਾਸਤੇ, ਉਹ ਵੀ ਉਸ ਦਿਨ ਤੋਂ ਹੀ ਸਵੇਰੇ 3 ਵਜੇ 3:30 ਵਜੇ ਸ਼ੁਰੂ ਕਰਦੇ ਵੀ ਆ। ਤੇ ਇਸ ਤਰੀਕੇ ਦੇ ਨਾਲ ਬਾਕੀ ਜਿਹੜੇ ਮਹੱਲਾ ਨਾਲ ਦਾ ਸੁਖਚੈਨ ਨਗਰ ਦੂਸਰਾ, ਉੱਥੋਂ ਵੀ ਬੀਬੀਆਂ ਜਿਹੜੀਆਂ ਪੱਕੀਆਂ ਸੇਵਾ ਕਰਦੀਆਂ ਉਹ ਰੋਜ਼ ਲਗਾਤਾਰ ਆ ਕੇ ਉਹ ਸਾਰੇ ਕਰ ਰਹੇ ਆ। ਸਾਡੇ ਕਾਰ ਸੇਵਾ ਮਹਾਂਪੁਰਸ਼ ਆ, ਉਹਨਾਂ ਦੇ ਬਾਬਾ ਜੀ ਆ, ਉਹ ਵੀ ਬੜਾ ਉਪਰਾਲਾ ਕਰਦੇ ਆ। ਬੀਬੀਆਂ ਕਈਆਂ ਨੂੰ ਪ੍ਰੇਰਨਾ ਦੇ ਕੇ ਲੈ ਆਉਂਦੇ ਆ ਔਰ ਉਸੇ ਦਿਨ ਤੋਂ ਲੱਗੇ ਹੋਏ, ਇਸ ਕਰਕੇ ਉਹ ਸਵੇਰੇ ਅਸੀਂ 3:30 ਵਜੇ ਇਹ ਸ਼ੁਰੂ ਕਰ ਦਿੰਦੇ ਆ ਤਾਂ ਤਕਰੀਬਨ 10 ਵਜੇ ਤੱਕ ਸਾਡਾ ਤਿਆਰ ਹੋ ਜਾਂਦਾ। ਤੇ ਕੁਲਾਰ ਸਾਹਿਬ ਤੁਸੀਂ ਸ਼੍ਰੋਮਣੀ ਕਮੇਟੀ ਮੈਂਬਰ ਵੀ ਹੋ ਤੇ ਪਿਛਲੇ ਦਿਨੀ ਦਿੱਲੀ ਦੇ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵੀ ਜਿਹੜਾ ਆ ਸਥਾਨਕ ਪੁਲਿਸ ਵੱਲੋਂ ਇੱਕ ਕਿਸਮ ਦਾ ਸੈਲੂਟ ਕੀਤਾ ਗਿਆ ਸਿੱਖ ਕੌਮ ਨੂੰ ਜੋ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ। ਕੈਲੀਫੋਰਨੀਆ, UK, ਯੂਰਪ, ਅਲੱਗ-ਅਲੱਗ ਥਾਂ ਦੇ ਉੱਤੇ, ਬੇਸ਼ੱਕ ਇਟਲੀ ਹੋਵੇ, ਫਰਾਂਸ ਹੋਵੇ, ਜਿੱਥੇ ਇੰਨਾ ਜ਼ਿਆਦਾ ਕਰੋਨਾ ਦਾ ਕਹਿਰ ਸੀ ਹਨਾ, ਉਸ ਜਗ੍ਹਾ ਦੇ ਉੱਤੇ ਵੀ ਜਿਹੜਾ ਸਿੱਖ ਸੰਗਤ ਵੱਲੋਂ ਗੁਰਦੁਆਰਾ ਸਾਹਿਬਾਨ ਵੱਲੋਂ ਜਿਹੜੀਆਂ ਆ ਉਹ ਲੰਗਰ ਦੀ ਸੇਵਾ ਕੀਤੀ ਗਈ, ਜਿਹਦੀ ਪੂਰੀ ਦੁਨੀਆ ਦੇ ਵਿੱਚ ਤਾਰੀਫ ਹੋ ਰਹੀ ਆ। ਤੇ ਕੱਲ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵੀ ਜਿਹੜਾ ਸਪੈਸ਼ਲ ਇਹਦੇ ਉੱਤੇ ਕਿਹਾ ਕਿ ਅਸੀਂ ਕਦੀ ਵੀ ਇਸ ਕੌਮ ਦਾ ਜਿਹੜਾ ਦੇਣਾ ਉਹ ਨਹੀਂ ਦੇ ਸਕਦੇ ਜੋ ਲੰਗਰ ਦੀ ਸੇਵਾ ਇਹ ਕਰਦੇ ਨੇ। ਤੇ ਤੁਸੀਂ ਕੀ ਮਾਣ ਮਹਿਸੂਸ ਕਰਦੇ ਹੋ ਕਿ ਕੀ ਵਰਡਿੰਗ ਹੈ ਤੁਹਾਡੀ ਇਹਦੇ ਬਾਰੇ? ਬਹੁਤ ਵੱਡਾ ਮਾਣ ਕੌਮ ਨੂੰ, ਇਹ ਸਮਝ ਲਓ ਗੁਰੂ ਸਾਹਿਬ ਦੀ ਕਿਰਪਾ ਆ, ਕਿਉਂਕਿ ਜਿਹੜਾ ਵਿਦੇਸ਼ਾਂ ਵਿੱਚ ਵੀ ਸਾਰੇ ਜੋ ਮਾਣ ਸਤਿਕਾਰ ਮਿਲਿਆ ਔਰ ਦਿੱਲੀ ਵਿੱਚ ਵੀ ਔਰ ਸਾਰੇ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਔਰ ਟਰੰਪ ਨੇ ਰਾਸ਼ਟਰਪਤੀ ਅਮਰੀਕਾ ਨੇ ਅਤੇ ਹੋਰ ਸਾਰੇ ਵੱਖ-ਵੱਖ ਜੋ ਕਮੇਟਸ ਆਏ ਆ, ਮੈਂ ਸਮਝਦਾ ਵੀ ਇਹ ਬਹੁਤ ਵੱਡਾ ਮਾਣ ਫਖਰ ਉਸ ਕੌਮ ਲਈ ਜਿਹਦੀ ਗਿਣਤੀ ਬਹੁਤ ਘੱਟ ਆ। ਪਰ ਜੋ ਸੇਵਾ ਭਾਵਨਾ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ, ਜੋ ਲੰਗਰ ਦੀ ਪ੍ਰਥਾ ਗੁਰੂ ਨਾਨਕ ਸਾਹਿਬ ਨੇ ਚਲਾਈ ਔਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਸਾਰਾ ਕੁਝ ਹੋਇਆ। ਮੈਂ ਸਮਝਦਾ ਵੀ ਕਿਤੇ ਵੀ ਬੱਚਾ ਸਿੱਖ ਉਹ ਇੱਕ ਬਹੁਤ ਵੱਡਾ ਮਾਣ ਮਹਿਸੂਸ ਕਰ ਰਿਹਾ ਔਰ ਬਣਦਾ ਵੀ ਹੈ ਦੀ ਸੇਵਾ ਨੂੰ ਸਮਰਪਿਤ ਆ। ਜੋ ਅੱਜ ਇਹ ਮਾਣ ਕੌਮ ਦੀ ਝੋਲੀ ਵਿੱਚ ਪਿਆ, ਇਹਦੀ ਕੋਈ ਕੀਮਤ ਨਹੀਂ। ਇਹ ਤਾਂ ਇੱਕ ਕਿਸਮ ਦਾ ਜਿੱਦਾਂ ਕਹਿੰਦੇ ਹੋਰ ਉਤਸ਼ਾਹ ਮਿਲੇਗਾ, ਹੋਰ ਵੱਧ ਚੜ ਕੇ ਸੇਵਾ, ਹਰ ਤਰ੍ਹਾਂ ਦੀ ਸੇਵਾ ਇਹ ਕੌਮ ਜਿਹੜੀ ਕਰੇਗੀ। ਬਹੁਤ ਵੱਡਾ ਮਾਣ ਦਿੱਤਾ ਹੈ, ਸਾਰੇ ਕੰਟਰੀਆਂ ਨੇ ਦਿੱਤਾ, ਸਾਰੇ ਮੁਖੀਆਂ ਨੇ ਦਿੱਤਾ ਔਰ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ ਵੀ ਦਿੱਤਾ ਔਰ ਜੋ ਪੁਲਿਸ ਨੇ ਉੱਥੇ ਵਧੀਆ ਰੋਲ ਅਦਾ ਕੀਤਾ, ਉਹਦੇ ਨਾਲ ਸਾਰਿਆਂ ਦਾ ਮਨੋਬਲ ਵਧਿਆ ਔਰ ਹਰ ਇੱਕ ਦੀ ਮੈਂ ਸਮਝਦਾ ਵੀ ਜਿੱਥੇ ਸਿੱਖ ਤਾਂ ਇਸ ਤੋਂ ਹੋਰ ਪ੍ਰੇਰਨਾ ਲੈ ਕੇ ਜ਼ਿਆਦਾ ਸੇਵਾ ਕਰਨਗੇ, ਦੂਜੀਆਂ ਕੌਮਾਂ ਵੀ ਮੈਂ ਸਮਝਦਾ ਵੀ ਪ੍ਰੇਰਨਾ ਲੈ ਕੇ ਸੇਵਾ ਦੇ ਵਿੱਚ ਯੋਗਦਾਨ ਪਾਉਣਗੇ। ਤੇ ਕੁਲਾਰ ਸਾਹਿਬ ਜਿਹੜੀਆਂ ਹਜ਼ਾਰਾਂ ਦੇ ਕਰੀਬ ਸ਼ਰਧਾਲੂ ਜਿਹੜੇ ਨੇ ਉੱਥੋਂ ਹਜੂਰ ਸਾਹਿਬ ਤੋਂ ਆ ਰਹੇ ਨੇ, ਬੜੀ ਦੁਖਦਾਈ ਖਬਰ ਆ ਕਿ ਉਹਦੇ ਵਿੱਚੋਂ ਬਹੁਤ ਸਾਰੇ ਜਿਹੜੇ ਆ ਉਹ ਕਰੋਨਾ ਪੋਜ਼ਿਟਿਵ ਨਿਕਲ ਰਹੇ ਆ। ਤੇ ਇਹ ਸਾਰੇ ਜਿਹੜੇ ਇਨਸੀਡੈਂਟ ਆ ਉਹਨੂੰ ਕਿਸ ਤਰੀਕੇ ਨਾਲ ਲੈਂਦੇ ਹੋ? ਇਹਦੇ ਵਿੱਚ ਇਦਾਂ ਵੀ ਇੱਕ ਤਾਂ ਲੋਕ ਉੱਥੇ ਸਮਝ ਨਹੀਂ ਆਉਂਦੀ, ਉੱਥੇ ਉਹਨੂੰ ਚੈਕਿੰਗ ਵੀ ਕਰਦੇ ਰਹੇ ਆ, ਪਰ ਫਿਰ ਵੀ ਜਿਸ ਤਰ੍ਹਾਂ ਜਦੋਂ ਵਾਪਸੀ ਤੇ ਆਏ ਆ ਕੁਝ ਜਿਹੜੇ ਬੱਸਾਂ ਰਾਹੀਂ ਆਏ ਉਹਨਾਂ ਦੀ ਰਿਪੋਰਟ ਤਾਂ ਲਿਆਉਣੀ ਆ, ਜਿਹੜੇ ਮੇਰੇ ਕੋਲ ਕੋਈ ਟੈਂਪੂ ਡਰਾਈਵਰ ਤੇ ਆ ਗਏ ਜਾਂ ਉਹਨਾਂ ਦੇ ਸੰਪਰਕ ਦੇ ਵਿੱਚ ਥੋੜੀ ਜਿਹਾ ਉਹ ਗੜਬੜ ਹੋਈ ਆ। ਇੱਥੇ ਸਾਡੇ ਫਗਵਾੜੇ ਵੀ ਰੱਖੇ ਹੋਏ ਆ ਬੰਦੇ ਜਿਹਨਾਂ ਨੂੰ ਕਈਆਂ ਦੀ ਪੋਜ਼ਿਟਿਵ ਆਈ, ਉਹ ਤਾਂ ਕਪੂਰਥਲੇ ਲੈ ਗਏ। ਬਾਕੀਆਂ ਦੀ ਜਿਹੜੇ ਇੱਥੇ ਹੈਗੇ ਆ ਉਹਨਾਂ ਨੇ ਸਾਡੇ ਡਾਕਟਰ ਸਾਹਿਬ ਨਾਲ ਕੋਈ ਗੱਲ ਐਸਟੀਮ ਨੇ ਕਿਹਾ ਉੱਥੇ ਚਾਹ 2 ਵੇਲੇ ਤੇ ਬਾਕੀ ਜਿਹੜਾ ਦੁੱਧ ਬੱਚੇ ਆ ਉਹਨਾਂ ਦੇ ਖਿਡਾ ਤੇ ਉਹ ਤੇ ਪਹੁੰਚਾ ਰਹੇ ਆ। ਪਰ ਜਿੱਦਾਂ ਕਹਿੰਦੇ ਅੱਜ ਦਾ ਸਮਾਂ ਇਹ ਆ ਵੀ ਜੋ ਹਦਾਇਤਾਂ ਆ ਸਰਕਾਰ ਦੀਆਂ, ਪ੍ਰਸ਼ਾਸਨ ਦੀਆਂ, ਉਹਨਾਂ ਸਾਨੂੰ ਸਾਰਿਆਂ ਨੂੰ ਪਾਲਣ ਕਰਨਾ ਚਾਹੀਦਾ ਤਾਂ ਜੋ, ਕਿਉਂਕਿ ਇਹਦੀ ਪਤਾ ਨਹੀਂ ਲੱਗ ਰਿਹਾ, ਇਹਦਾ ਸਿੰਪਟਮ ਵੀ ਕਈ ਵਾਰੀ ਨਹੀਂ ਪਤਾ ਲੱਗਦਾ ਤੇ ਇਸ ਤਰ੍ਹਾਂ ਹੀ ਬਿਮਾਰੀ ਫੈਲ ਜਾਂਦੀ ਆ। ਇਸ ਕਰਕੇ ਸਾਨੂੰ ਬੜਿਆਂ ਨੂੰ ਚੌਕਸ ਹੋ ਕੇ ਜੋ ਹਦਾਇਤਾਂ ਆ ਉਸ ਹਿਸਾਬ ਦੇ ਨਾਲ ਹੀ ਆਪਾਂ ਕਰੀਏ। ਕੋਈ ਜਦੋਂ ਬਿਲਕੁਲ ਜ਼ਰੂਰੀ ਆ ਉਹਨਾਂ ਕੇ ਆਪਾਂ ਬਾਹਰ ਨਿਕਲੀਏ, ਨਹੀਂ ਤਾਂ ਆਪਾਂ ਘਰਾਂ ਵਿੱਚ ਬੈਠੀਏ ਤਾਂ ਜੋ ਇਹ ਬਿਮਾਰੀ ਤੇ ਆਪਾਂ ਸਾਰੇ ਹੀ ਰਲ ਮਿਲ ਕੇ, ਇੱਕੋ ਇਕੱਲੇ ਦਾ ਤਾਂ ਹੋ ਨਹੀਂ ਸਕਦਾ, ਸਾਰੇ ਹੀ ਆਪਾਂ ਇਹ ਜਿਹਨੂੰ ਸਮਝਾਂਗੇ ਉਸ ਹਿਸਾਬ ਦੇ ਨਾਲ ਗੱਲ ਆਪਣੀ ਕਬਰ ਹੋ ਸਕਦੀ। ਕੁਲਾਰ ਸਾਹਿਬ ਆਪਣੇ ਅਗਰ ਫਗਵਾੜੇ ਦੀ ਗੱਲ ਕਰੀਏ, ਇੱਥੇ ਕਿੰਨੇ ਕੁ ਜਿਹੜੇ ਸ਼ਰਧਾਲੂ ਨੇ ਹਜੂਰ ਸਾਹਿਬ ਤੋਂ ਆਏ ਨੇ?
ਅੰਦਾਜ਼ਾ ਫਗਵਾੜੇ ਦੇ 4 ਸੀਗੇ ਜੀ, 3 ਸੀਗੇ ਆਪਣੇ ਸੁਖਚੈਨ ਨਗਰ ਦੇ, ਤੇ ਉਹ ਫਿਰ ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆਈ। ਉਹ ਤਾਂ ਹੋ ਗਿਆ। ਉਸ ਤੋਂ ਇਲਾਵਾ ਹੋਰ ਕਿੰਨੇ ਸ਼ਰਧਾਲੂ ਜਿਨ੍ਹਾਂ ਦੇ ਜਿਹੜੀ ਰਿਪੋਰਟ ਗਈ ਹੋਈ ਆ, ਕਿੰਨੇ ਸ਼ਰਧਾਲੂ ਨੇ? ਸਾਨੂੰ ਹਾਲੇ ਐਗਜ਼ੈਕਟ ਨਹੀਂ ਉਹਨੇ ਦੱਸਿਆ, ਕੱਲ ਉਹ ਦੱਸਿਆ ਸੀ ਵੀ 5-7 ਬੰਦੇ ਸਾਨੂੰ ਕਹਿੰਦੇ ਸੀ ਵੀ ਫਗਵਾੜੇ ਦੇ ਆਉਣੇ ਆ, ਉਹ ਹਾਲੇ ਪਹੁੰਚੇ ਨਹੀਂ। ਤੇ ਸਾਨੂੰ ਉਦੋਂ ਕਿਹਾ ਸੀ ਵੀ ਤੁਸੀਂ ਇੱਥੇ ਗੁਰਦੁਆਰੇ ਰੱਖਣੇ ਆ, ਅਸੀਂ ਉੱਥੇ ਵੀ ਤਿਆਰੀ ਕੀਤੀ ਸੀ ਕਮਰਿਆਂ ਦੀ, ਪਰ ਬਾਅਦ ਵਿੱਚ ਇਹਨਾਂ ਨੇ ਪਾਲਿਸੀ ਜੋ ਡਾਕਟਰਾਂ ਦੀ ਵੀ ਅਸੀਂ ਤੇ ਚੈੱਕ ਕਰਕੇ ਅਸੀਂ ਆਪਣੇ ਕੋਲ ਹੀ ਰੱਖਣੇ ਆ। ਅਸੀਂ ਤਾਂ ਵੈਸੇ ਕਮਰੇ 6-7 ਤਿਆਰ ਕੀਤੇ ਹੋਏ ਸੀ ਉੱਥੇ, ਉਹ ਸਾਨੂੰ ਕਹਿੰਦੇ ਵੀ 7 ਬੰਦੇ ਫਗਵਾੜੇ ਦੇ ਆ, ਪਰ ਹਾਲੇ ਉਹ ਜਿਹੜੇ 3 ਆਏ ਸੀ ਉਹਦੀ ਪੋਜ਼ਿਟਿਵ ਹੋਣ ਕਰਕੇ ਉਹ ਕਬੂਤਰੇ ਚਲ ਗਏ, ਤੇ ਦੂਸਰੇ ਹਾਲੇ ਆਏ ਨਹੀਂ, ਸਾਨੂੰ ਦੱਸਿਆ ਨਹੀਂ। ਜਿੱਦਾਂ ਆ ਕੇ ਜੇ ਉਹ ਸਾਨੂੰ ਸੇਵਾ ਕਹੂਗੇ ਅਸੀਂ ਉਹਨੂੰ ਨਾਲ ਕੋਆਪਰੇਟ ਕਰਨ ਨੂੰ ਤਿਆਰ। ਧੰਨਵਾਦ ਕੁਲਾਰ ਸਾਹਿਬ ਕਾਲ ਕਰਨ ਲਈ, ਤੁਸੀਂ ਬਹੁਤ ਅੱਛੀ ਜਿਹੜੀ ਹੈ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿੱਤੀ। ਧੰਨਵਾਦ। ਧੰਨਵਾਦ ਜੀ। ਦੇਖੋ ਨਾ ਡੇਲੀ ਕਿੰਨਾ ਲੰਗਰ ਜਿਹੜਾ ਆ ਉਹਦੀ ਸੇਵਾ ਕੀਤੀ ਜਾ ਰਹੀ ਆ, ਤੇ ਆਪ ਵੀ ਇਹ ਦਿਨ ਰਾਤ ਜਿਹੜੇ ਨੇ ਲੱਗੇ ਰਹਿੰਦੇ ਨੇ। ਤੇ ਜੇ ਆਪਾਂ ਓਂਕਾਰ ਨਗਰ ਦੀ ਗੱਲ ਕਰੀਏ ਜਿੱਥੇ ਇਸ਼ੂ ਆਇਆ ਸੀ, ਉੱਥੇ ਵੀ ਲਗਾਤਾਰ ਲੰਗਰ ਅਲੱਗ-ਅਲੱਗ ਜਿਹੜੀਆਂ ਸੰਸਥਾਵਾਂ ਵੱਲੋਂ ਜਿਹੜਾ ਦਿੱਤਾ ਜਾਂਦਾ। ਅੱਜ ਵੀ 1-2 ਸੰਸਥਾ ਵਾਲਿਆਂ ਦੀ ਮੈਨੂੰ ਸਵੇਰੇ ਕਾਲ ਆਈ ਸੀ, ਜਿਨ੍ਹਾਂ ਨੇ ਕਿਹਾ ਕਿ ਅਸੀਂ ਸਾਡੀ ਡਿਊਟੀ ਉੱਥੇ ਲੱਗੀ ਓਂਕਾਰ ਨਗਰ ਵਿਖੇ ਜਿਹੜਾ ਕਿ ਲੰਗਰ ਜਿਹੜਾ ਆ ਪਹੁੰਚਾਉਣਾ ਆ, ਫਿਰ ਆਪਣੇ ਤੌਰ ਤੇ ਲੱਗਾ। ਤੇ ਜਿਹੜੇ ਸ਼ਰਧਾਲੂਆਂ ਜਿਨ੍ਹਾਂ ਨੇ ਗੱਲ ਕੀਤੀ ਆ, ਉਹ ਵੀ ਠੀਕ ਆ ਕਿ ਅਸੀਂ ਵੀ ਚਾਹੁੰਦੇ ਆ ਕਿ ਜਿੰਨੇ ਵੀ ਆਉਣ ਉਹ ਹੁਣ ਠੀਕ ਹੈ ਨਿਕਲਣ, ਚਲੋ ਬਾਕੀ ਵਾਹਿਗੁਰੂ ਦੇ ਹੱਥ ਆ। ਤੇ ਉਹਨਾਂ ਦੀ ਰਿਪੋਰਟਸ ਜਿੰਨੇ ਜਾਂਦੀਆਂ ਉਹ ਨੈਗੇਟਿਵ ਹੋਣ ਤੇ ਸਾਰੇ ਆਪਣੇ ਘਰ ਠੀਕ ਠਾਕ ਜਿਹੜੇ ਆ ਉਹ ਜਾਣ। ਸਰ ਤੁਸੀਂ ਪਹਿਲਾਂ ਉਹ ਐਂਬੂਲੈਂਸ ਵਾਲੀ ਗੱਲ ਕਰ ਰਹੇ ਸੀ। ਹਾਂ, ਐਂਬੂਲੈਂਸ ਵਾਲੀ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਉਹ ਐਂਬੂਲੈਂਸ ਦਾ ਹਾਲਾਤ ਦੇਖ ਕੇ ਇਦਾਂ ਲੱਗਦਾ ਸੀ ਕਿ ਉਹਦੇ ਵਿੱਚ ਬਹੁਤ ਦੇਰ ਤੋਂ ਪਾਥੀਆਂ ਢੋਈਆਂ ਜਾ ਰਹੀਆਂ ਨੇ, ਇੱਕ ਕਿਸਮ ਦਾ ਇੰਨੀ ਮਿੱਟੀ ਤੇ ਇੰਨਾ ਬੁਰਾ ਹਾਲ ਸੀ ਉਸਦਾ। ਤੇ ਉਹਦੇ ਸੰਬੰਧ ਵਿੱਚ ਜਿਹੜੀ ਸੀ ਹੁਣ ਇਨਕੁਆਇਰੀ ਵੀ ਕੀਤੀ ਗਈ ਆ ਕਿ ਉਹਨਾਂ ਨੇ ਵੀਡੀਓ ਬਣਾ ਕੇ ਜਿਹੜੀ ਪਾਈ ਆ, ਅਲੱਗ-ਅਲੱਗ ਮੀਡੀਆ ਦੇ ਉੱਤੇ ਖਬਰਾਂ ਆਉਣ ਤੋਂ ਬਾਅਦ ਜਿਹੜੀ ਆ ਸਰਕਾਰ ਹਰਕਤ ਚ ਆਈ ਆ, ਉੱਤੇ ਇਨਕੁਆਇਰੀ ਜਿਹੜੀ ਬਿਠਾਤੀ ਗਈ ਆ। ਤੇ ਅੱਜ ਹੋ ਸਕਦਾ ਹੈ ਕਿ ਉਹਦੇ ਜਿਹੜੇ ਦੋਸ਼ੀ ਸੀ ਉਹਨਾਂ ਦੇ ਉੱਤੇ ਕੋਈ ਨਾ ਕੋਈ ਸਰਕਾਰ ਵੱਲੋਂ ਕਾਰਵਾਈ ਵੀ ਕੀਤੀ ਜਾਵੇ। ਸਰ ਉਹੀ ਨਾ ਕਿ ਜਿੱਥੇ ਇਹ ਤੇਜ਼ੀ ਮਤਲਬ ਚੱਲਦੀ ਪਈ ਹੈ, ਮਤਲਬ ਵਾਇਰਸ ਦੀ ਤੇਜ਼ੀ ਚੱਲਦੀ ਹੈ, ਉਧਰ ਡਾਕਟਰ ਦੂਹੋ ਆਪਣਾ ਕੰਮ ਕਰ ਰਿਹਾ, ਮਤਲਬ ਤੇਜ਼ੀ ਦੇ ਨਾਲ ਕਰ ਰਿਹਾ, ਪ੍ਰਸ਼ਾਸਨ ਕਰ ਰਿਹਾ। ਉੱਥੇ ਨਾਲ ਦੀ ਨਾਲ ਕਈ ਅਜਿਹੀਆਂ ਲਾਪਰਵਾਹੀਆਂ ਵੀ ਜਿਹੜੀਆਂ ਸਾਹਮਣੇ ਆ ਰਹੀਆਂ। ਇਸੇ ਹੀ ਤਰ੍ਹਾਂ ਜਲੰਧਰ ਦੇ ਵਿੱਚ ਕੱਲ ਇੱਕ ਮਰੀਜ਼ ਜਿਹੜਾ ਉਹਨੂੰ ਹਸਪੀਟਲ ਤੋਂ ਛੁੱਟੀ ਦਿੱਤੀ ਗਈ ਪਈ, ਮਤਲਬ ਨੈਗੇਟਿਵ ਆ। ਰਾਤ ਨੂੰ ਉਹਨੂੰ ਫਿਰ ਪ੍ਰਸ਼ਾਸਨ ਨੂੰ ਭਾਜੜਾ ਪਈ ਹੈ, ਰਾਤ ਨੂੰ ਫਿਰ ਉਹਨੂੰ ਵਾਪਸ ਹਸਪੀਟਲ ਲਿਆਂਦਾ ਗਿਆ ਜਦਕਿ ਉਹ ਪੋਜ਼ਿਟਿਵ ਸੀ। ਤੁਸੀਂ ਇਹ ਦੇਖੋ, ਉਹ ਜਾ ਕੇ ਪਤਾ ਨਹੀਂ ਖੁਸ਼ੀ ਦੇ ਵਿੱਚ ਆਂਢ ਗੁਆਂਢ ਗਿਆ ਹੋਣਾ, ਕਿੰਨਿਆਂ ਨੂੰ ਮਿਲਿਆ ਹੋਣਾ। ਮਤਲਬ ਉਹੀ ਨਾ ਵੀ ਕਹਿੰਦੇ ਕਿ ਜਲਦੀ ਦੇ ਵਿੱਚ ਲਾਪਰਵਾਹੀ ਜਿਹੜੀ ਉਹ ਵੀ ਜਿਹੜੀ ਵੱਡੀਆਂ ਲਾਪਰਵਾਹੀਆਂ ਸਾਹਮਣੇ ਆ ਰਹੀਆਂ ਨੇ। ਹਾਂਜੀ, ਸਾਡੇ ਕਾਲਰ ਜੁੜੇ ਨੇ। ਸਵਾਗਤ ਹੈ ਜੀ ਤੁਹਾਡਾ ਨਵਰੰਗ ਟੀਵੀ ਤੇ। ਹੈਲੋ ਹੈਲੋ ਹਾਂਜੀ 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 ਹੈਲੋ ਹਾਂਜੀ, ਕੌਣ ਬੋਲ ਰਿਹਾ ਜੀ? ਬਸ ਜੀ ਸੁਰਿੰਦਰ ਮਿੱਤਲ ਬੋਲ ਰਿਹਾ। ਹਾਂਜੀ ਹਾਂਜੀ ਮਿੱਤਲ ਸਾਹਿਬ, ਕੀ ਹਾਲ ਚਾਲ ਜੀ? ਬਸ ਠੀਕ ਹੈ, ਤੁਸੀਂ ਸੁਣਾਓ ਜੀ। ਮਿੱਤਲ ਸਾਹਿਬ, ਅਗਰ ਆਪਾਂ ਲਾਕਡਾਊਨ ਦੀ ਗੱਲ ਕਰਦੇ ਆ, ਤੁਸੀਂ ਵੀ ਬੜੇ ਸੂਝਵਾਨ ਹੋ, ਅਲੱਗ-ਅਲੱਗ ਅਹੁਦਿਆਂ ਤੇ ਕੰਮ ਕੀਤਾ ਆ, ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਲਾਕਡਾਊਨ ਚੱਲ ਰਿਹਾ ਇਹ ਕਿੱਦਾਂ ਠੀਕ ਚੱਲ ਰਿਹਾ ਸਭ ਕੁਝ, ਕੀ ਇਹਦੇ ਵਿੱਚ ਚੇਂਜਸ ਹੋਣੀਆਂ ਚਾਹੀਦੀਆਂ? ਨਹੀਂ ਬਸ ਜੀ ਦੇਖੋ, ਲਾਕਡਾਊਨ ਤਾਂ ਸਾਰੇ ਦੁਨੀਆ ਨੂੰ ਬਚਾਉਣ ਦੇ ਲਈ ਇੱਕ ਬਹੁਤ ਵੱਡਾ ਸਟੈਪ ਸੀਗਾ। ਇਸ ਤੋਂ ਇਲਾਵਾ ਤਾਂ ਕੋਈ ਹੋਰ ਹੱਲ ਹੋ ਹੀ ਨਹੀਂ ਸਕਦਾ ਸੀ, ਕਿਉਂਕਿ ਇਹ ਕਿੰਨੀ ਵੱਡੀ ਮਹਾਮਾਰੀ ਹੈ। ਸ਼ਾਇਦ ਲੋਕ ਹਾਲੇ ਸਮਝ ਨਹੀਂ ਪਾ ਰਹੇ ਇਹਦੀ ਸੀਰੀਅਸਨੈਸ ਨੂੰ, ਕਿਉਂਕਿ ਇਹਦੀ ਹਾਲੇ ਤੱਕ ਕੋਈ ਮੈਡੀਸਿਨ ਨਹੀਂ ਹੈ, ਕੋਈ ਟ੍ਰੀਟਮੈਂਟ ਨਹੀਂ ਹੈ। ਇਹ ਮੈਨ ਟੂ ਮੈਨ ਕੈਰੀ ਹੁੰਦੀ ਹੈ, ਤੇ ਜਿੰਨੀ ਦੇਰ ਤੱਕ ਅਸੀਂ ਆਪ ਨੂੰ ਨਹੀਂ ਲੈ ਕੇ ਆਵਾਂਗੇ ਤਾਂ ਸਾਡੇ ਘਰ 'ਚ ਨਹੀਂ ਆ ਸਕਦੀ। ਬਿਲਕੁਲ ਜੀ। ਤੇ ਇਹਦਾ ਇੱਕੋ ਹੀ ਇਲਾਜ ਹੈ ਲਾਕਡਾਊਨ। ਜਿੰਨੀ ਦੇਰ ਤੱਕ ਇਹਦੀ ਚੇਨ ਨਹੀਂ ਤੋੜਦੇ ਉਨੀ ਦੇਰ ਤੱਕ ਸਾਨੂੰ ਘਰ ਦੇ ਅੰਦਰ ਹੀ ਰਹਿਣਾ ਪਏਗਾ। ਇਹ ਸਾਨੂੰ ਸਮਝਣਾ ਜ਼ਰੂਰੀ ਹੈ ਸਾਰਿਆਂ ਨੂੰ, ਉਹ ਅਸੀਂ ਨਹੀਂ ਸਮਝਦੇ। ਬਿਲਕੁਲ ਜੀ। ਤੇ ਹਾਂਜੀ 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 ਮੈਂ ਕਹਿਣਾ ਚਾਹੁੰਦਾ ਸੀ ਕਿ ਜੇ ਲਾਕਡਾਊਨ ਜਿਹੜਾ ਆ ਅੱਗੇ ਵੱਧਦਾ ਆ, ਸਰਕਾਰ ਨੂੰ ਜਿਹੜੀਆਂ ਆ ਉਹ ਪ੍ਰਸ਼ਾਸਨ ਨੂੰ ਕਿਹੜੀਆਂ ਜ਼ਰੂਰਤਾਂ ਲੋਕਾਂ ਦੀਆਂ ਪੂਰੀਆਂ ਕਰਨੀਆਂ ਚਾਹੀਦੀਆਂ ਤਾਂ ਕਿ ਜਿਹੜਾ ਆ ਲੋਕਾਂ ਕਿਤੇ, ਜਿੱਦਾਂ ਕੱਲ ਓਂਕਾਰ ਨਗਰ ਦਾ ਸੀਨ ਸਾਡੇ ਸਾਹਮਣੇ ਆਇਆ, ਜਾਂ ਅੱਜ ਹਾਕੂਪੁਰਾ ਤੋਂ ਫੋਨ ਆਇਆ ਸੀ ਗੋਗੀ ਜੀ ਦਾ, ਜਾਂ ਹੋਰ ਆ ਜਿੱਥੇ ਲੋਕਾਂ ਦੀ ਮੰਗ ਆ ਕਿ ਸਾਨੂੰ ਰੋਟੀ ਪਾਣੀ ਤੱਕ ਦਾ ਜਿਹੜਾ ਆ ਇੱਕ ਇਸ਼ੂ ਬਣਿਆ ਹੋਇਆ ਉੱਥੇ। ਬਿਲਕੁਲ ਠੀਕ ਹੈ। ਇਹ ਮੈਂ ਪਿੱਛੇ ਜੇ ਮੀਡੀਆ ਵਿੱਚ ਹੀ ਖਬਰ ਬਿਆਨ ਦਿੱਤਾ ਸੀ ਕਿ ਸਰਕਾਰ ਨੂੰ ਇੱਕ ਐਸੀ ਪਾਲਿਸੀ ਬਣਾਉਣੀ ਚਾਹੀਦੀ ਹੈ, ਕਿਉਂਕਿ ਕਿਸੇ ਵੇਲੇ ਕੀ ਹੁੰਦਾ, ਲੋਕ ਰਾਜਨੀਤੀ ਦਾ ਸ਼ਿਕਾਰ ਹੋ ਜਾਂਦੇ ਨੇ। ਹਰ ਇੱਕ ਇਨਸਾਨ ਜਦੋਂ ਕੋਈ ਰੂਲਿੰਗ ਪਾਰਟੀ ਹੈ ਜਾਂ ਆਪੋਜੀਸ਼ਨ ਵਿੱਚ ਹੈ, ਉਹ ਕੋਸ਼ਿਸ਼ ਕਰਦਾ ਕਿ ਜੇ ਮੇਰੇ ਹੱਥ ਕੋਈ ਸਰਕਾਰੀ ਤੌਰ ਤੇ ਜਾਂ ਪਾਰਟੀ ਵੱਲੋਂ ਜਾਂ ਸੰਸਥਾ ਵੱਲੋਂ ਰਾਸ਼ਨ ਆਇਆ ਤਾਂ ਆਪਣੇ ਹੀ ਕਿਸੇ ਵੇਲੇ ਕੁਝ ਜਿਹੜੇ ਹੁੰਦੇ ਨੇ ਜਾਣਕਾਰ ਜਾਂ ਵੋਟਰਸ ਕਹਿ ਲਓ, ਉਹਨਾਂ ਨੂੰ ਇੱਕ ਸੀਮਿਤ ਹੋ ਜਾਂਦਾ ਦਾਇਰਾ ਉਹਦਾ, ਜੋ ਕਿ ਠੀਕ
ਨਹੀਂ ਹੈ। ਇਸ ਟਾਈਮ ਸਭ ਤੋਂ ਪਹਿਲਾਂ ਸਾਡੇ ਲਈ ਕੀ ਹੈ? ਇਨਸਾਨੀਅਤ। ਅਸੀਂ ਰਾਜਨੀਤੀ ਭੇਦਭਾਵ ਨੂੰ ਭੁੱਲ ਕੇ ਸਾਡਾ ਫਰਜ਼ ਹੈ ਸਭ ਦੀ ਸੇਵਾ ਕਰਨਾ। ਹੁਣ ਜੇ ਓਂਕਾਰ ਨਗਰ ਦੇ ਵਿੱਚ ਆਇਆ ਤਾਂ ਮੈਨੂੰ ਨਹੀਂ ਪਤਾ ਸੱਚਾਈ ਕੀ ਹੈ, ਉੱਥੇ ਉਹਨਾਂ ਨੂੰ ਮਿਲਿਆ ਜਾਂ ਨਹੀਂ ਮਿਲਿਆ, ਤਾਂ ਪ੍ਰਸ਼ਾਸਨ ਦਾ ਫਰਜ਼ ਬਣਦਾ ਉੱਥੇ ਪੂਰੀ ਇਨਕੁਆਇਰੀ ਕਰਕੇ, ਜੇ ਨਹੀਂ ਮਿਲਿਆ ਤਾਂ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ। ਜੇ ਉਹਨਾਂ ਨੂੰ ਮਿਲਿਆ, ਜੋ ਮੀਡੀਆ ਵਿੱਚ ਬਿਆਨ ਆਇਆ ਸੀ ਸਾਡੇ ਅਧਿਕਾਰੀਆਂ ਦਾ ਕਿ ਉਹ ਜਾਣਬੁੱਝ ਕੇ ਸਾਜ਼ਿਸ਼ ਰਚੀ ਗਈ ਹੈ, ਜੇ ਵਾਕਈ ਸਾਜ਼ਿਸ਼ ਰਚੀ ਗਈ ਹੈ ਤਾਂ ਜਿਹਨੇ ਰਚੀ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਬਿਲਕੁਲ ਸਹੀ ਗੱਲ ਹੈ ਜੀ। ਇਹ ਮਾਹੌਲ ਐਸਾ ਹੈ ਬਸਰਾ ਜੀ, ਬੜਾ ਗੰਭੀਰ ਮਾਹੌਲ ਹੈ ਦੇਸ਼ ਦੇ ਲਈ। ਇੱਥੇ ਰਾਜਨੀਤੀ ਦਾ ਟਾਈਮ ਨਹੀਂ ਹੈ। ਸਹੀ ਸਾਨੂੰ ਰਾਜਨੀਤੀ ਆਪਸੀ ਭੇਦਭਾਵ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ, ਜੋ ਮੈਂ ਸਮਝਦਾ। ਬਿਲਕੁਲ ਜੀ, ਬਿਲਕੁਲ ਮਿੱਤਲ ਸਾਹਿਬ ਤੁਹਾਡੀ ਗੱਲ ਇਹ ਠੀਕ ਆ, ਤੇ ਲੇਕਿਨ ਇਹ ਆ ਵੀ ਕਿ ਸਰਕਾਰ ਨੂੰ ਜਿਹੜਾ ਹੈ ਰਾਸ਼ਨ ਵਗੈਰਾ ਉਹ ਲੋੜੀਂਦੀ ਮਾਤਰਾ ਦੇ ਵਿੱਚ ਪਹੁੰਚਾਉਣਾ ਚਾਹੀਦਾ। ਹਾਂ, ਮੈਂ ਤਾਂ ਪਹਿਲਾਂ ਕਿਹਾ ਜੀ ਕਿ ਦੇਖੋ ਜਿੱਥੇ ਰਾਸ਼ਨ ਦੀ ਕਮੀ ਹੈ ਉਸ ਹਿਸਾਬ ਨਾਲ ਸਰਕਾਰ ਨੂੰ ਲਿਸਟਾਂ ਬਣਾਉਣੀ ਚਾਹੀਦੀਆਂ। ਵੈਸੇ ਤਾਂ ਐਕਚੁਅਲੀ ਹੋਇਆ ਇੱਕਦਮ ਬਹੁਤ ਜਲਦਬਾਜ਼ੀ ਦੇ ਵਿੱਚ ਸਾਰਾ ਕੁਝ, ਲੇਕਿਨ ਹੁਣ ਤਾਂ ਮਹੀਨਾ ਨਿਕਲ ਚੁੱਕਾ। ਇਹ ਹਾਲੇ ਵੀ ਜਿਸ ਤਰ੍ਹਾਂ ਸੰਭਾਵਨਾ ਲੱਗਦੀ ਹੈ ਕਿ ਕਾਫੀ ਲੰਬਾ ਚੱਲੇਗਾ। ਤੇ ਜਿਹੜੀ ਕਿਹਾ ਜਾ ਰਿਹਾ ਕਿ ਛੋਟੇ ਬਿਜ਼ਨਸ ਨੇ ਜਿਹੜੇ, ਜਾਂ ਇਹ ਕਹਿ ਲਓ ਕਿ ਰੂਰਲ ਏਰੀਏ ਨੇ, ਜਾਂ ਕਿਤੇ ਸਿੰਗਲ ਸ਼ਾਪਸ ਨੇ, ਉੱਥੇ ਖੁੱਲਣ ਦੀ ਆਗਿਆ ਮਿਲ ਰਹੀ ਹੈ, ਕਿੱਦਾਂ ਲੱਗਦਾ ਤੁਹਾਨੂੰ ਇਹ ਜਿਹੜਾ? ਹਾਂ ਨਹੀਂ, ਦੇਖੋ ਉਹ ਸਰਕਾਰ ਕੋਲ ਹੱਲ ਹੀ ਕੋਈ ਨਹੀਂ ਹੈਗਾ। ਇਸ ਟਾਈਮ ਸਭ ਤੋਂ ਜ਼ਿਆਦਾ ਪੀੜਿਤ ਕੌਣ ਹੈ? ਜਿਹੜਾ ਡੇਲੀ ਕਮਾ ਕੇ ਖਾਣ ਵਾਲਾ, ਜਾਂ ਕਹਿ ਲਓ ਕਿ ਲੋ ਮੀਡੀਓਕਰ ਕਲਾਸ, ਜਿਹੜੀ ਆਪਾਂ ਕਹਿੰਦੇ ਨਿਮਨ ਮੱਧਮ ਵਰਗ। ਹਾਂਜੀ ਹਾਂਜੀ, ਜਿਹੜਾ ਛੋਟਾ ਦੁਕਾਨਦਾਰ ਕਮਾ ਕੇ ਖਾਣ ਵਾਲਾ। ਹੁਣ ਜਿਹੜਾ ਦਿਹਾੜੀਦਾਰ ਜਾਂ ਮਜ਼ਦੂਰ ਹੈ ਉਹਦੇ ਲਈ ਸਰਕਾਰ ਵੀ ਪੈਸੇ ਭੇਜਦੀ ਹੈ, ਉਹਨਾਂ ਨੂੰ ਰਾਸ਼ਨ ਵੀ ਕਿਤੇ ਨਾ ਕਿਤੇ ਮਿਲ ਰਿਹਾ। ਜਿਹੜਾ ਮੈਕਸਿਮਮ ਜਿਹੜਾ ਪੀੜਿਤ ਹੈ ਨਾ ਇਸ ਨੂੰ ਹੈਗਾ ਮੀਡੀਅਮ ਵਰਗ। ਉਹਨੂੰ ਛੋਟਾ ਦੁਕਾਨਦਾਰ ਨਾ ਸ਼ਰਮ ਦਾ ਮਾਰਾ ਮੰਗ ਸਕਦਾ, ਨਾ ਉਹ ਕਿਸੇ ਕੋਲੋਂ ਲੈ ਸਕਦਾ ਮਦਦ। ਬਿਲਕੁਲ ਜੀ। ਤਾਂ ਸਰਕਾਰ ਨੂੰ ਹੁਣ ਜੇ ਲੋਕਡਾਊਨ ਵਧਾਊਗੀ ਤਾਂ ਉਹਨਾਂ ਬਾਰੇ ਸੋਚਣਾ ਪੈਣਾ ਸਾਰਿਆਂ ਬਾਰੇ। ਬਿਲਕੁਲ ਜੀ, ਕਿਉਂਕਿ ਨਹੀਂ ਕਰਨਗੇ ਤਾਂ ਨੈਚੁਰਲੀ ਲੋਕ ਬਾਗੀ ਹੋਣਗੇ, ਸੜਕਾਂ ਤੇ ਆਉਣਗੇ। ਹਾਂਜੀ ਹਾਂਜੀ। ਕੱਲ ਵੀ ਲੁਧਿਆਣੇ ਕਾਫੀ ਮਾਤਰਾ ਦੇ ਵਿੱਚ ਜਿਹੜੇ ਪ੍ਰਵਾਸੀ ਹੋਰ ਜ਼ਿਲ੍ਹੇ ਸੀ ਉਹ ਕਾਫੀ ਵੱਡੀ ਸੰਖਿਆ ਦੇ ਵਿੱਚ ਉਹਨਾਂ ਨੂੰ ਲੁਧਿਆਣੇ ਨਿਕਲ ਕੇ ਪ੍ਰਦਰਸ਼ਨ ਕੀਤਾ, ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਤੋਂ ਇਹ ਜਿਹੜੀਆਂ ਖਬਰਾਂ ਨੇ ਇਹ ਆਉਣ ਵਾਲੇ ਟਾਈਮ 'ਚ ਵਧਣਗੀਆਂ ਜੀ। ਉਹਦੇ ਲਈ ਸਰਕਾਰ ਨੂੰ ਡੈਫੀਨੇਟਲੀ ਬੜੇ ਹੀ ਕੋਈ ਇਦਾਂ ਜੱਜੇ ਕਦਮ ਚੁੱਕਣੇ ਚਾਹੀਦੇ ਨੇ ਕਿ ਜਾਂ ਹਰ ਇੱਕ ਵਿਅਕਤੀ ਤੱਕ ਇਹ ਜਿਹੜਾ ਰਾਸ਼ਨ ਪਹੁੰਚੇ। ਬਿਲਕੁਲ ਜੀ, ਤੇ ਬਹੁਤ ਬਹੁਤ ਧੰਨਵਾਦ ਜੀ ਕਾਲ ਕਰਨ ਲਈ ਮਿੱਤਲ ਸਾਹਿਬ। ਦੇਖੋ ਗੱਲ ਉਹੀ ਆ ਜਾਂਦੀ ਕਿ ਜਿਹੜੇ ਜ਼ਰੂਰਤਮੰਦ ਲੋਕ ਨੇ ਉਹਨਾਂ ਤੱਕ ਜ਼ਰੂਰਤ ਦੀਆਂ ਸਮਾਨਾਂ ਨਹੀਂ ਪਹੁੰਚਦਾ, ਤਾਂ ਕਿਤੇ ਨਾ ਕਿਤੇ ਵਿਰੋਧ ਜਿਹੜਾ ਆ ਉਹ ਥੱਲੇ ਗਰਾਊਂਡ ਤੋਂ ਆਏਗਾ। ਤੇ ਸਾਨੂੰ ਜ਼ਿੰਦਗੀ ਜਿਹੜੀ ਆ ਉਹ ਇੰਨੀ ਖੂਬਸੂਰਤ ਮਿਲੀ ਆ, ਤੇ ਇਹਨੂੰ ਜੇ ਹੁਣ ਇਹ ਔਖਾ ਟਾਈਮ ਆ, ਇਸ ਦੇ ਵਿੱਚ ਵੀ ਆਪਾਂ ਇਹਨੂੰ ਹੱਸ ਖੇਡ ਕੇ ਤੇ ਚੰਗੇ ਪਾਸੇ ਲੈ ਕੇ ਜਿੱਥੇ ਅਸੀਂ ਪਹਿਲਾਂ ਕੁਦਰਤ ਨੂੰ ਕਹਿ ਲਓ ਕਿ ਹਾਸੋਹੀਣੀ ਚ ਲੈ ਰਹੇ ਸੀ, ਉੱਥੇ ਤੁਸੀਂ ਇਹ ਦੇਖੋ ਫਗਵਾੜਾ ਤੇ ਕਿੰਨੀ ਪਰਮਾਤਮਾ ਦੀ ਜਿਹੜੀ ਕਹਿ ਲਓ ਕਿ ਮਿਹਰ ਰਹੀ, ਇਹੀ ਕਹਿ ਸਕਦੇ ਆ ਕਿ ਸਾਡੇ ਇੱਥੇ ਕੋਈ ਵੀ ਇਦਾਂ ਦਾ ਚਾਂਸ ਨਹੀਂ ਹੋਇਆ। ਜੇਕਰ ਕੋਈ ਹੋਇਆ ਵੀ ਆ ਤਾਂ ਫਗਵਾੜੇ ਤੱਕ ਪਹੁੰਚਿਆ ਨਹੀਂ। ਮਤਲਬ ਪਹਿਲਾਂ ਜਿਹੜੀ 6 ਮਹੀਨੇ ਬੱਚੇ ਦੀ ਡੈਥ ਹੋਈ ਆ, ਉਹ ਵੀ ਜਿਹੜਾ ਕਹਿ ਲਓ ਕਿ ਉੱਥੇ ਚੰਡੀਗੜ੍ਹ ਦੇ ਵਿੱਚ ਉਹਨਾਂ ਦੀ ਡੈਥ ਹੋਈ ਆ, ਪਰ ਜੇਕਰ ਉਹ ਇੱਥੇ ਆਪਣੀ ਫੈਮਿਲੀ ਚ ਹੁੰਦਾ ਤਾਂ ਫੈਮਿਲੀ ਜਿਹੜਾ ਉਹ ਪੀੜਤ ਹੋ ਜਾਂਦੀ ਹੈ ਨਾ। ਇੱਕ ਉਹ ਸਾਡੇ ਲਈ ਕੁਦਰਤ ਨੇ ਸਾਨੂੰ ਸਾਈਨ ਦਿੱਤਾ, ਉੱਪਰੋਂ ਜਿਹੜੇ ਸ਼ਰਧਾਲੂ ਆ, ਦੂਸਰਾ ਸਾਈਨ ਇਹ, ਤੀਸਰਾ ਯੂਨੀਵਰਸਿਟੀ ਦੇ ਵਿੱਚ ਜਿਹੜੀ ਵਿਦਿਆਰਥਣ ਆਈ ਸੀ। ਜੇ ਸਾਡੇ ਇੱਥੋਂ ਫਗਵਾੜੇ ਦੇ ਬੱਚੇ ਉੱਥੇ ਮੌਜੂਦ ਹੁੰਦੇ, ਜਾਂ ਮਤਲਬ ਯੂਨੀਵਰਸਿਟੀ ਕਿਸੇ ਨਾ ਕਿਸੇ ਤਰੀਕੇ ਖੁੱਲਦੀ, ਆਵਾਜਾਈ ਜੇਕਰ ਚੱਲਦੀ ਹੁੰਦੀ, ਤਾਂ ਫਿਰ ਸਾਡੇ ਤੱਕ ਜਿਹੜਾ ਪਹੁੰਚ ਜਾਣਾ ਸੀ। ਪਰਮਾਤਮਾ ਜਿਹੜਾ ਸਾਨੂੰ ਬਾਰ-ਬਾਰ ਸਾਈਨ ਦਿਖਾ ਰਿਹਾ, ਫਿਰ ਵੀ ਜੇਕਰ ਅਸੀਂ ਨਹੀਂ ਸੰਭਲ ਰਹੇ ਤਾਂ ਫਿਰ ਸਾਡੀ ਆਪਣੀ ਗਲਤੀ ਹੈ। ਪਰ ਜ਼ਿੰਦਗੀ ਦੇ ਨਾਲ ਹੀ ਰਿਲੇਟਡ ਇੱਕ ਸਾਡੇ ਕੋਲ ਬਹੁਤ ਸੋਹਣਾ ਇੱਕ ਮੈਸੇਜ ਆਇਆ, ਤੇ ਵੀ ਕਿੱਦਾਂ ਜ਼ਿੰਦਗੀ ਦੇ ਰਿਲੇਟਡ ਆ, ਤੇ ਵਰਡਿੰਗ ਜਿਹੜੀ ਆ ਉਹਦੀ ਸੁਣਨ ਵਾਲੀ ਆ, ਤੇ ਮੇਰੀ ਜ਼ਰੂਰ ਇੱਛਾ ਸੀ ਕਿ ਸਾਡੇ ਦਰਸ਼ਕਾਂ ਨੂੰ ਉਹ ਜਿਹੜਾ ਮੈਸੇਜ ਦੂਰ ਦਿਖਾਇਆ ਜਾਵੇ ਜੀ। एक मुद्दत से आरज़ू थी फुर्सत की, एक मुद्दत से आरज़ू थी फुर्सत की, मिली तो इस शर्त से कि किसी से ना मिलो। शहरों का यूं वीरा होना कुछ यूं गजब कर गई, शहरों का यूं वीरा होना कुछ यूं गजब कर गई, बरसों से पड़ी गुमसुम घरों को आबाद कर गई। कि कैसा समय आया कि दूरियां ही दवा बन गई, कि कैसा समय आया कि दूरियां ही दवा बन गई। जिंदगी में पहली बार ऐसा वक्त आया, जिंदगी में पहली बार ऐसा वक्त आया, इंसान ने जिंदा रहने के लिए कमाना छोड़ दिया। घर गुलजार सूने शहर बस्ती बस्ती में कैद हर हस्ती हो गई। घर गुलजार सूने शहर
बस्ती बस्ती में कैद हर हस्ती हो गई। आज फिर जिंदगी महंगी और दौलत सस्ती हो गई। ਪ੍ਰੋਗਰਾਮ ਇੱਕ ਨਜ਼ਰ ਦੇ ਵਿੱਚ ਮੁੜ ਤੋਂ ਸਵਾਗਤ ਹੈ ਜੀ ਤੁਹਾਡਾ। ਤੇ ਇਹ ਵੀਡੀਓ ਇੱਕ ਸਾਡੇ ਲਈ ਕਹ ਲਓ ਕਿ ਮੈਸੇਜ ਵੀ ਹੈ ਕਿ ਅਸੀਂ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜੀਏ। ਸਾਨੂੰ ਜਿਹੜੀ ਜ਼ਿੰਦਗੀ ਹੈ ਉਹ ਬਾਰ-ਬਾਰ ਮੌਕਾ ਨਹੀਂ ਦਊਗੀ। ਜੇਕਰ ਸਾਨੂੰ ਮੌਕਾ ਮਿਲਿਆ ਆ, ਅਸੀਂ ਹਜੇ ਤੱਕ ਬਚੇ ਹੋਏ ਆ, ਤਾਂ ਅਸੀਂ ਜੇਕਰ ਇਦਾਂ ਹੀ ਆਪਣੇ ਘਰਾਂ ਦੇ ਵਿੱਚ ਰਹੀਏ, ਲੋਕਡਾਊਨ ਦਾ ਸਹੀ ਤਰੀਕੇ ਨਾਲ ਪਾਲਣਾ ਕਰੀਏ, ਤਾਂ ਫਿਰ ਅਸੀਂ ਇਸੇ ਤਰ੍ਹਾਂ ਜਿਹੜਾ ਕਿ ਇਦਾਂ ਹੀ ਖੁਸ਼ਹਾਲ ਰਹਿ ਸਕਦੇ ਹਾਂ, ਹਨਾ। ਕਿਉਂਕਿ ਆਲੇ ਦੁਆਲੇ ਦੇ ਜਿਹੜੇ ਸਾਡੇ ਇਲਾਕਿਆਂ ਦੇ ਵਿੱਚ ਸਾਨੂੰ ਜਿਹੜੇ ਪੋਜ਼ਿਟਿਵ ਕੇਸ ਸਾਡੇ ਸਾਹਮਣੇ ਆ ਰਹੇ ਨੇ, ਉਹ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਇਹ ਨਾ ਸੋਚੋ ਕਿ ਸਾਡੇ ਫਗਵਾੜੇ ਨਹੀਂ ਹੈਗਾ, ਇਹ ਸੋਚੋ ਕਿ ਉਹ ਵੀ ਸਾਡੇ ਆਪਣੇ ਆ, ਹੈ ਤਾਂ ਸਾਡੇ ਮਤਲਬ ਸਾਡੇ ਕੋਈ ਕਿਸੇ ਨਾ ਕਿਸੇ ਦੇ ਜਲੰਧਰ ਰਿਸ਼ਤੇਦਾਰੀ ਹੋਊਗੀ, ਕਿਸੇ ਦਾ ਕੋਈ ਧੀ ਪੁੱਤ ਉੱਥੇ ਵਿਆਹ, ਮਤਲਬ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲਿੰਕ ਹੈਗਾ ਸਾਡਾ। ਬੇਸ਼ੱਕ ਜਲੰਧਰ ਦੀ ਗੱਲ ਕਰੀਏ, ਮੋਹਾਲੀ ਦੀ ਗੱਲ ਕਰੀਏ, ਜਿੱਥੇ ਇੰਨੇ ਜ਼ਿਆਦਾ ਕੇਸ ਹੈਗੇ ਆ, ਤੇ ਉਹ ਆਪਣੇ ਹੀ ਆ ਸਾਰੇ। ਤੇ ਸਾਨੂੰ ਜਿਹੜੀ ਚਿੰਤਾ ਉਹ ਕਰਨੀ ਚਾਹੀਦੀ। ਤੇ ਸਰ ਉੱਥੇ ਹੀ ਜਿਵੇਂ ਸਰਹੱਦਾਂ ਬਹੁਤ ਜਗ੍ਹਾ ਤੇ ਸੀਲ ਕੀਤੀਆਂ ਗਈਆਂ ਕਿ ਆਪੋ ਆਪਣੀ ਸੇਫਟੀ ਦੇ ਲਈ, ਜਿਵੇਂ ਹੁਸ਼ਿਆਰਪੁਰ ਵਾਲਿਆਂ ਨੇ ਜਲੰਧਰ ਵਾਲਿਆਂ ਦੀ ਐਂਟਰੀ ਬੰਦ ਕਰ ਦਿੱਤੀ ਹੈ ਜੀ। ਤੇ ਉਦਾਂ ਹੀ ਜਿਹੜਾ ਕਿ ਫਰੀਦਾਬਾਦ ਤੋਂ ਜਿਹੜਾ ਦਿੱਲੀ ਦਾ ਬਾਰਡਰ ਹੈਗਾ ਆ, ਦਿੱਲੀ ਤੋਂ ਜਦੋਂ ਅਸੀਂ ਹਰਿਆਣੇ ਨੂੰ ਐਂਟਰ ਕਰਦੇ ਆ, ਉਹ ਟੋਟਲੀ ਜਿਹੜਾ ਅੱਜ 12 ਵਜੇ ਤੋਂ ਸੀਲ ਕਰ ਦਿੱਤਾ ਗਿਆ। ਤੇ ਉੱਥੇ ਨਾ ਕੋਈ ਡਾਕਟਰ, ਨਾ ਕੋਈ ਪੁਲਿਸ ਮੁਲਾਜ਼ਮ, ਨਾ ਕੋਈ ਨਰਸ, ਕਿਸੇ ਨੂੰ ਵੀ ਆਗਿਆ ਨਹੀਂ ਹੈਗੀ ਜਾਣ ਦੀ। ਜੇਕਰ ਤੁਹਾਡੇ ਕੋਲ ਕੇਂਦਰ ਵੱਲੋਂ ਜਿਹੜਾ ਜਾਰੀ ਕੀਤਾ ਪਾਸ ਨਹੀਂ ਹੈਗਾ, ਉਸ ਪਾਸ ਤੇ ਹੀ ਕੇਂਦਰ ਵੱਲੋਂ ਜਿਹੜਾ ਜਾਰੀ ਪਾਸ ਆ, ਉਸ ਪਾਸ ਤੇ ਜਿਹੜੀ ਐਂਟਰੀ ਹੋਣੀ ਹੈ। ਨਾ ਕਿ ਜਿੱਦਾਂ ਅਸੀਂ ਜਿਹੜੇ ਨਿੱਕੇ ਮੋਟੇ ਪਾਸ ਬਣਾ ਕੇ ਜਿਹੜੇ ਸੋਸ਼ਲ ਮੀਡੀਆ ਤੇ ਘੁਮਾ ਰਹੇ ਕਿ ਸਾਡਾ ਪਾਸ ਬਣਿਆ, ਉਹਨਾਂ ਨਾਲ ਟੋਟਲੀ ਐਂਟਰੀ ਜਿਹੜੀ ਉਹ ਬੈਨ ਕਰ ਦਿੱਤੀ ਗਈ ਹੈ ਜੀ। ਤੇ ਉੱਥੇ ਹੀ ਬ੍ਰਿਟੇਨ ਵੱਲੋਂ ਵੀ ਜਿਹੜਾ ਇੱਕ ਆਪਣੇ ਸਿਹਤ ਕਰਮਚਾਰੀਆਂ ਦੇ ਲਈ ਬਹੁਤ ਵਧੀਆ ਇੱਕ ਉਪਰਾਲਾ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਜਿਹੜੇ ਡਾਕਟਰ ਇਸ ਸਮੇਂ ਸੇਵਾ ਦੇ ਰਹੇ ਨੇ ਇਦਾਂ ਦੀ ਮੁਸ਼ਕਿਲ ਘੜੀ ਦੇ ਵਿੱਚ, ਕਿਉਂਕਿ ਉਹ ਵੀ ਆਪਣੇ ਪਰਿਵਾਰ ਛੱਡ ਕੇ ਬੈਠੇ ਆ, ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਉਹਨਾਂ ਤੋਂ ਬਹੁਤ ਆਸਾਂ ਹੁੰਦੀਆਂ। ਡਾਕਟਰੀ ਲਾਈਨ 'ਚ ਜਾਣਾ ਕੋਈ ਸੌਖੀ ਗੱਲ ਨਹੀਂ ਹੈਗੀ। ਪਹਿਲਾਂ ਕਹਿ ਲਓ ਕਿ ਬਹੁਤ ਜ਼ਿਆਦਾ ਜਿਹੜੀ ਇੱਕ ਪੇ ਕਰਨਾ ਪੈਂਦਾ ਆਪਣੇ ਆਪ ਦਾ, ਆਪਣੇ ਮਨੋਬਲ ਨੂੰ ਜਿਹੜਾ ਖਰਚਾ ਵੀ ਉਹ ਸਾਰਾ ਕੁਝ ਕਰਕੇ ਜੀ ਫਿਰ ਅਸੀਂ ਇਸ ਲਾਈਨ ਤੱਕ ਪਹੁੰਚਦੇ। ਪੇਰੈਂਟਸ ਦਾ ਇੱਕ ਬਹੁਤ ਵਧੀਆ ਜਿਹੜਾ ਰੋਲ ਉਹ ਹੁੰਦਾ ਹੈ ਬੱਚੇ ਨੂੰ ਇੱਥੇ ਤੱਕ ਪਹੁੰਚਾਉਣ ਦੇ ਲਈ। ਉੱਥੇ ਬ੍ਰਿਟੇਨ ਸਰਕਾਰ ਨੇ ਜਿਹੜਾ ਕਿ 60,000 ਪਾਉਂਡ ਦਾ ਬੀਮਾ ਕੀਤਾ ਹੈ ਡਾਕਟਰਾਂ ਦਾ। ਤੇ ਜੇਕਰ ਇਸ ਕਾਰਨ ਕਿਸੇ ਡਾਕਟਰ ਦੀ ਮੌਤ ਹੋ ਜਾਂਦੀ ਹੈ ਕੋਰੋਨਾ ਵਾਇਰਸ ਦੇ ਕਾਰਨ, ਤਾਂ ਉਹਨਾਂ ਦੇ ਪਰਿਵਾਰ ਨੂੰ ਜਿਹੜੀ ਸਹਾਇਤਾ ਹੈ ਉਹ ਦਿੱਤੀ ਜਾਊਗੀ ਜੀ। ਤੇ ਸਾਡੇ ਨਾਲ ਕਾਲਰ ਜੁੜੇ ਨੇ ਜੀ ਪ੍ਰੋਗਰਾਮ ਦੇ ਵਿੱਚ। ਸਵਾਗਤ ਹੈ ਜੀ ਤੁਹਾਡਾ ਨਵਰੰਗ ਟੀਵੀ ਤੇ। ਹੈਲੋ ਜੀ, ਪਿੱਛੇ ਆਵਾਜ਼ ਘੱਟ ਕਰ ਲਓ। ਪਹਿਲਾਂ ਟੀਵੀ ਦੀ ਆਵਾਜ਼ ਬੰਦ ਕਰੋ ਜੀ, ਕਿਉਂਕਿ ਸਾਨੂੰ ਬੈਕ ਆ ਰਹੀ ਆਵਾਜ਼, ਪ੍ਰੋਪਰ ਸਮਝ ਨਹੀਂ ਆਉਣਾ ਫਿਰ। ਹੈਲੋ ਹਾਂਜੀ ਹਾਂਜੀ ਮੈਡਮ, ਮੈਂ ਪੁੱਛਣਾ ਚਾਹੁੰਦੀ ਹਾਂ ਜੀ ਕਿ ਮੈਂ ਪਲਾਟ ਰਜਨੀ ਬੋਲਦੀ ਪਈ ਹਾਂ। ਹਾਂਜੀ, ਤੇ ਮੈਂ ਇਹ ਪੁੱਛਣਾ ਕਿ ਅੱਜ ਕਹਿੰਦੇ ਸੀ ਕਿ 29 ਤਰੀਕ ਨੂੰ ਗੋਲਾ ਡਿੱਗਣਾ ਅੱਗ ਦਾ, ਕੀ ਇਹ ਖਬਰ ਸੱਚ ਹੈ? ਨਹੀਂ ਜੀ, ਕੋਈ ਏਦਾਂ ਦੀ ਗੱਲ ਨਹੀਂ ਹੈਗੀ ਕਿ ਕੋਈ ਗੋਲਾ ਡਿੱਗਣਾ, ਕਦੀ ਕੁਝ ਕਹਿੰਦੇ ਕਿ ਧਰਤੀ ਖਤਮ ਹੋ ਜਾਣੀ, ਉਹ ਹੋ ਜਾਣੀ। ਇਹ ਸਾਰਾ ਕੁਝ ਅਫਵਾਹਾਂ ਨੇ, ਲੋਕਾਂ ਨੂੰ ਜਿਹੜਾ ਆ ਵਹਿਮਾਂ ਦੇ ਵਿੱਚ ਪਾਉਣ ਨੂੰ, ਲੋਕਾਂ ਨੂੰ ਹੋਰ ਜਿਹੜਾ ਪਹਿਲਾਂ ਹੀ ਲੋਕੀ ਪਰੇਸ਼ਾਨ ਨੇ ਇਸ ਕਰੋਨਾ ਨੂੰ ਲੈ ਕੇ। ਜਿਹੜਾ ਗੋਲਾ ਡਿੱਗਣਾ ਸੀ ਉਹ ਤਾਂ ਕਰੋਨਾ ਦਾ ਗੋਲਾ ਹੈ ਜੀ, ਉਹ ਸਾਡੇ ਪੂਰੀ ਦੁਨੀਆ ਦੇ ਉੱਤੇ ਡਿੱਗਿਆ ਹੋਇਆ ਹੈ। ਤੇ ਆਪਾਂ ਆਪਣੀ ਜਿਹੜੀ ਆ ਆਪਣੇ ਆਪ ਨੂੰ ਅਗਰ ਸੰਭਾਲ ਕੇ ਰੱਖੀਏ ਘਰਾਂ ਦੇ ਵਿੱਚ, ਤਾਂ ਹੀ ਅਸੀਂ ਉਹ ਤੋਂ ਬਚ ਸਕਦੇ ਹਾਂ। ਕੋਈ ਹੋਰ ਗੋਲਾ ਜਾਂ ਇਦਾਂ ਦੀ ਕੋਈ ਚੀਜ਼ ਨਹੀਂ ਹੈਗੀ। ਇਹ ਲੋਕਾਂ ਨੂੰ ਵਹਿਮਾਂ ਦੇ ਵਿੱਚ ਪਾਉਣ ਲਈ ਕੋਈ ਸ਼ਰਾਰਤੀ ਅਨਸਰ ਜਿਹੜੇ ਆ ਉਹ ਇਦਾਂ ਦੀਆਂ ਅਫਵਾਹਾਂ ਫੈਲਾਉਂਦੇ ਨੇ। ਅਗਰ ਤੁਹਾਨੂੰ ਕੋਈ ਮੈਸੇਜ ਇਦਾਂ ਦਾ ਆਉਂਦਾ ਹੈ WhatsApp ਦੇ ਉੱਤੇ ਜਾਂ ਆਉਂਦਾ ਹੈ, ਤਾਂ ਤੁਸੀਂ ਪ੍ਰਸ਼ਾਸਨ ਨੂੰ ਉਹਦੀ ਕੰਪਲੇਂਟ ਜਿਹੜੀ ਆ ਉਹ ਕਰ ਸਕਦੇ ਹੋ। ਉਸ ਦੇ ਉੱਤੇ ਜਿਹੜੀ ਆ ਉਹ ਜਿਹੜੀ ਕਾਰਵਾਈ ਪ੍ਰਸ਼ਾਸਨ ਵੱਲੋਂ ਕੀਤੀ ਜਾਏਗੀ। ਓਕੇ ਸਰ, ਥੈਂਕ ਯੂ ਮੈਡਮ। ਧੰਨਵਾਦ ਜੀ ਕਾਲ ਕਰਨ ਲਈ। ਮਤਲਬ ਅਫਵਾਹਾਂ ਦੇ ਵਿੱਚ ਅਸੀਂ ਜ਼ਿਆਦਾ ਯਕੀਨ ਰੱਖਦੇ ਹਾਂ। ਮਤਲਬ ਇਹ ਗੋਲਾ ਤਾਂ ਤੁਸੀਂ ਜਿੱਦਾਂ ਗੱਲ ਕੀਤੀ ਪਹਿਲਾਂ ਹੀ ਡਿੱਗਿਆ ਹੋਇਆ, ਜਾਂ ਫਿਰ ਇਹ ਸਾਡੇ ਲਈ ਅਲਰਟ ਸੀ ਕਿ ਤੁਸੀਂ ਘਰਾਂ ਦੇ ਵਿੱਚ ਰਹੋ। ਮਤਲਬ ਕਿਸੇ ਨਾ ਕਿਸੇ ਤਰੀਕੇ ਅਲਰਟ ਵੀ ਅਸੀਂ ਕਹਿ ਸਕਦੇ ਹਾਂ। ਤੇ ਸਰ ਉੱਥੇ ਹੀ ਜਿੱਥੇ ਅਮਰੀਕਾ ਦੀਆਂ ਬੜੀਆਂ ਖਬਰਾਂ ਆ ਰਹੀਆਂ ਨੇ, ਟਰੰਪ ਸਾਹਿਬ ਜਿਹੜੇ ਦਿਨੋਂ ਦਿਨ ਇਦਾਂ ਦੇ ਬਿਆਨ ਦਿੰਦੇ ਨੇ ਕਿ ਇੱਕ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਆ, ਉੱਭਰਦੇ ਰਹਿੰਦੇ ਆ ਖਬਰਾਂ ਦੇ ਵਿੱਚ ਕਿ ਜਿੱਥੇ ਕਰੋਨਾ ਵਾਇਰਸ ਦੀਆਂ ਗੱਲਾਂ ਹੋ ਰਹੀਆਂ, ਉੱਥੇ ਮੇਰੀ ਵੀ ਜਿਹੜੀ ਗੱਲਬਾਤ ਹੈ ਉਹ ਹੋਣੀ ਚਾਹੀਦੀ ਹੈ। ਉੱਥੇ ਹੀ ਅਮਰੀਕਾ ਨੇ ਜਿਹੜਾ ਕਿ ਆਪਣੇ ਰਵੱਈਏ ਦੇ ਵਿੱਚ ਭਾਰਤ ਦੇ ਪ੍ਰਤੀ ਜਿਹੜੀ ਤਬਦੀਲੀ ਕੀਤੀ ਹੈ। ਜਦੋਂ ਉਹਨਾਂ ਨੂੰ ਮੈਡੀਸਨ ਦੀ ਲੋੜ ਸੀ ਤੇ ਉਹਨਾਂ ਨੇ ਮੋਦੀ ਸਾਹਿਬ ਤੱਕ ਪਹੁੰਚ ਕੀਤੀ ਹੈ, ਤੇ ਪਹੁੰਚੀ ਵੀ ਹੈ ਉਹਨਾਂ ਨੂੰ ਮੈਡੀਸਨ। ਉਦੋਂ ਉਹਨਾਂ ਨੇ ਮੋਦੀ ਸਾਹਿਬ ਨੂੰ ਟਵਿੱਟਰ ਤੇ ਫੋਲੋ ਕਰਨਾ ਸ਼ੁਰੂ ਕਰ ਦਿੱਤਾ। ਨਾਲ ਦੀ ਨਾਲ 6 ਸਰਕਾਰੀ ਅਜਿਹੀਆਂ ਵੈਬਸਾਈਟ ਹੈ ਜਿਹਨਾਂ ਨੂੰ ਉਹਨੇ ਫੋਲੋ ਕੀਤਾ। ਹੁਣ ਜਦੋਂ ਕਹਿ ਲਓ ਕਿ ਸਾਰਾ ਕੁਝ ਹੋ ਗਿਆ, ਤਾਂ ਕੱਲ ਉਹਨਾਂ ਨੇ ਅਨਫੋਲੋ ਕਰ ਦਿੱਤਾ ਮੋਦੀ ਸਾਹਿਬ ਨੂੰ ਵੀ। ਅੱਛਾ, ਅਨਫੋਲੋ ਕਰ ਦਿੱਤਾ। ਹਾਂ, ਮਤਲਬ ਉਹਨਾਂ ਨੇ ਆਪਣਾ ਰਵੱਈਆ ਚੇਂਜ ਕਰ ਲਿਆ ਤੇ ਹੁਣ ਸਾਨੂੰ ਭਾਰਤ ਦੀ ਕੋਈ ਲੋੜ ਹੀ ਨਹੀਂ ਹੈਗੀ। ਤੇ ਲੋੜ ਤਾਂ ਵੱਡਿਆਂ ਦੀ ਪੈ ਜਾਂਦੀ ਹੈ, ਹਰੇਕ ਨੂੰ ਪੈਂਦੀ ਹੈ। ਇਹ ਬੇਸ਼ੱਕ ਆਪਾਂ ਕਹਿੰਦੇ ਕਿ ਇੱਕ ਦੂਜੇ ਦੇ ਟੱਚ ਵਿੱਚ ਨਾ ਆਈਏ, ਦੂਰ ਰਹੀਏ, ਲੇਕਿਨ
ਹੈਲਪ ਦੇ ਲਈ ਭਾਵੇਂ ਦੂਰੋਂ ਸੀ, ਦੂਜੇ ਦੇ ਲਈ ਹਮੇਸ਼ਾ ਖੜਨਾ ਪੈਂਦਾ ਹੈ ਤੇ ਜਾਣਾ ਪੈਂਦਾ ਹੈ। ਜਦੋਂ ਉਹਨਾਂ ਨੂੰ ਫੇਰ ਲੋੜ ਪਊਗੀ ਭਾਰਤ ਨੇ ਫੇਰ ਉਹਨਾਂ ਲਈ ਖੜੇ ਹੋ ਜਾਣਾ। ਤੇ ਹੁਣ ਇਹਨਾਂ ਨੇ ਬਸ ਇਹ ਕਹਿ ਦਿੱਤਾ ਕਿ ਅਸੀਂ ਅਮਰੀਕਾ ਤੋਂ ਬਾਹਰ ਕਿਸੇ ਨੂੰ ਵੀ ਫੋਲੋ ਨਹੀਂ ਕਰਨਾ ਹੈਗਾ, ਮਤਲਬ ਇੱਕ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਹੈ ਹਨਾ। ਤੇ ਅਮਰੀਕਾ ਦੇ ਵਿੱਚ ਤਾਂ ਹਾਲਾਤ ਪਹਿਲੇ ਬਹੁਤ ਮਾੜੇ ਜਿਹੜੇ ਚੱਲ ਰਹੇ ਨੇ, ਤੇ ਉੱਥੇ ਹੀ ਟਰੰਪ ਸਾਹਿਬ ਕਹਿ ਰਹੇ ਨੇ ਕਿ ਮੇਰੇ ਨਾਲ ਬਾਕੀ ਕੰਟਰੀਆਂ ਵੀ ਮਤਲਬ ਮੇਰਾ ਸਹਿਯੋਗ ਦਿਓ, ਅਸੀਂ ਚੀਨ ਤੇ ਜਿਹੜਾ ਕਾਰਵਾਈ ਕਰੀਏ। ਇਹ ਕਾਰਵਾਈ ਕਰਨ ਦਾ ਤਾਂ ਸਮਾਂ ਨਹੀਂ ਹੈਗਾ, ਉਹ ਕਾਰਵਾਈ ਕਰਨੀ ਇਸ ਤਰ੍ਹਾਂ ਦਾ ਆਪਣੇ ਆਪ ਨੂੰ ਬਚਾਉਣ ਦਾ। ਪਹਿਲਾਂ ਜੇ ਤੁਸੀਂ ਆਪਣੇ ਆਪ ਨੂੰ ਬਚਾਓਗੇ ਤਾਂ ਹੀ ਕਿਸੇ ਦੀ ਕਾਰਵਾਈ ਲਈ ਜਾਂ ਕਿਸੇ ਹੋਰ ਚੀਜ਼ ਲਈ ਸੋਚ ਸਕਦੇ ਹੋ। ਤੇ ਜੋ ਪੋਜੀਸ਼ਨ ਉੱਥੇ ਬਣੀ ਹੋਈ ਆ, ਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲਾ ਟਾਈਮ ਟਰੰਪ ਸਾਹਿਬ ਲਈ ਜਿਹੜਾ ਆ ਉਹ ਬੜਾ ਮੁਸ਼ਕਿਲ ਭਰਿਆ ਆਉਣ ਵਾਲਾ ਆ। ਸਰ ਉੱਥੇ ਹੀ ਜਿਵੇਂ ਪਹਿਲਾਂ ਮੋਦੀ ਸਾਹਿਬ ਨੇ ਕਿਹਾ ਸੀ ਕਿ ਤੁਸੀਂ ਥੋੜੇ ਟਾਈਮ ਦੇ ਲਈ ਜਿਹੜਾ ਰੋਸ਼ਨੀ ਕਰਨੀ ਆ, ਡਾਕਟਰਾਂ ਨੂੰ ਜਿਹੜਾ ਇੱਕ ਮਨੋਬਲ ਦੇਣਾ, ਸਰਕਾਰੀ ਪ੍ਰਸ਼ਾਸਨ ਜਿਹੜੇ ਕਰਮਚਾਰੀ ਹੈਗੇ ਉਹਨਾਂ ਨੂੰ ਦੇਣਾ। ਉਸ ਤੋਂ ਬਾਅਦ ਥਾਲੀਆਂ ਦਾ ਵੀ ਜਿਹੜਾ ਸਿਲਸਿਲਾ ਚੱਲਿਆ। ਉੱਥੇ ਹੀ ਜਿਹੜੀ ਪੰਜਾਬ ਦੀ ਕੈਪਟਨ ਸਰਕਾਰ ਨੇ 1 ਮਈ ਨੂੰ ਘਰਾਂ ਦੇ ਉੱਪਰ ਤਿਰੰਗਾ ਲਹਿਰਾਉਣ ਦੀ ਇੱਕ ਗੱਲ ਕੀਤੀ ਹੈ। ਪਹਿਲਾਂ ਉਹਨਾਂ ਨੇ ਜੈਕਾਰੇ ਮਾਰਨ ਦੀ ਤੇ ਜਿਹੜੇ ਉਹਨੂੰ ਮੈਨੂੰ ਲੱਗਦਾ ਕਿ ਉਹ ਜਿੱਦਾਂ ਪਹਿਲਾਂ ਮੋਦੀ ਸਾਹਿਬ ਦੇ ਜਿਹੜੇ ਮਤਲਬ ਉਹਨਾਂ ਨੇ ਬਿਆਨ ਦਿੱਤੇ ਆ, ਉਹਦੇ ਤੇ ਜਿੱਦਾਂ ਜਨਤਾ ਬਾਹਰ ਨਿਕਲ ਕੇ ਇਹ ਇਦਾਂ ਉਦਾਂ ਥੋੜਾ ਪੰਜਾਬੀਆਂ ਨੇ ਇਤਕੀ ਕੰਟਰੋਲ ਰੱਖਿਆ। ਮਤਲਬ ਜਿਹੜਾ ਇਹ ਜਕਾਰਿਆਂ ਵਾਲਾ ਸਿਸਟਮ ਸੀ ਉਹ ਵੀ ਥੋੜਾ ਮੀਂਹ ਵੀ ਪੈ ਗਿਆ, ਮਤਲਬ ਇੰਨਾ ਜ਼ਿਆਦਾ ਕਹ ਲੋ ਕਿ ਰੱਪਾ ਵਾਲਾ ਜਿਹੜਾ ਸਾਹਮਣੇ ਨਹੀਂ ਆਇਆ ਹੈਗਾ। ਹੋਰ ਵੀ ਹੈ ਕਿ ਜੋ ਮਰਜ਼ੀ ਕਹ ਲਈਏ ਕਿ ਇਸ ਟਾਈਮ ਨਰਿੰਦਰ ਮੋਦੀ ਨੂੰ ਫੋਲੋ ਕਰਨ ਵਾਲੇ, ਸੁਣਨ ਵਾਲੇ ਉਹ ਜ਼ਿਆਦਾ ਨੇ ਕੈਪਟਨ ਸਾਹਿਬ ਨੂੰ ਸੁਣਨ ਨਾਲੋਂ ਹਨਾ। ਤੇ ਦੂਜੇ ਨੰਬਰ ਤੇ ਜਿਹੜਾ ਉਹਨਾਂ ਨੇ ਤਿਰੰਗੇ ਲਹਿਰਾਉਣ ਦੀ ਗੱਲ ਕੀਤੀ ਆ, ਉਹਦੇ ਵਿੱਚ ਇੱਕ ਇਹ ਵੀ ਉਹਨਾਂ ਨੇ ਕਿਹਾ ਕਿ ਜੋ ਸੈਂਟਰ ਵੱਲੋਂ ਪੰਜਾਬ ਦੇ ਨਾਲ ਭੇਦਭਾਵ ਕੀਤਾ ਜਾ ਰਿਹਾ ਆ ਹਨਾ, ਉਹਦੇ ਵਿੱਚ ਉਹਦੇ ਰੋਸ ਵੀ ਜਿਹੜਾ ਹੈ ਉਹ ਤਿਰੰਗੇ, ਜਿੱਥੇ ਜੋਸ਼ ਦਿੱਤਾ ਜਾਏਗਾ ਕਰੋਨਾ ਦੇ ਖਿਲਾਫ, ਉੱਥੇ ਜਿਹੜਾ ਸੈਂਟਰ ਸਰਕਾਰ ਆ ਉਹਦੇ ਖਿਲਾਫ ਇੱਕ ਰੋਸ ਵੀ ਜਿਹੜਾ ਦਿਖਾਇਆ ਜਾਵੇਗਾ ਉਹ ਤਿਰੰਗੇ ਲਹਿਰਾ ਕੇ। ਜੀ ਤੇ ਸਰ ਇਸ ਸਮੇਂ ਕੋਵਿਡ-19 ਨਾਲ ਬਹੁਤ ਜਿਹੜੀਆਂ ਮੌਤਾਂ ਹੋ ਰਹੀਆਂ ਨੇ, ਜ਼ਿਆਦਾਤਰ ਮੌਤਾਂ ਇਸ ਵਾਇਰਸ ਨਾਲ ਜਿਹੜੀਆਂ ਸੁਣਨ ਨੂੰ ਮਿਲ ਰਹੀਆਂ ਨੇ। ਉੱਥੇ ਹੀ ਜਿਹੜੇ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਹੈਗੇ ਸੀਗੇ ਇਰਫਾਨ ਖਾਨ, ਉਹਨਾਂ ਦਾ ਵੀ ਜਿਹੜਾ ਅੱਜ ਮੁੰਬਈ ਵਿੱਚ ਦੇਹਾਂਤ ਹੋ ਗਿਆ। ਬਹੁਤ ਅੱਛੇ ਜਿਹੜੇ ਆ ਉਹ ਅਦਾਕਾਰ ਨੇ, ਅਦਾਕਾਰ ਸੀਗੇ ਤੇ ਬੜੀਆਂ ਅੱਛੀਆਂ ਫਿਲਮਾਂ ਜਿਹੜੀਆਂ ਉਹਨਾਂ ਨੇ ਦਿੱਤੀਆਂ, ਹਮੇਸ਼ਾ ਜਿਹੜਾ ਉਹਨਾਂ ਨੂੰ ਯਾਦ ਰੱਖਿਆ ਜਾਏਗਾ। ਜੀ ਤੇ ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਬਿਮਾਰੀ ਤੋਂ ਜੇਕਰ ਕੋਈ ਪੀੜਤ ਹੁੰਦਾ ਜਾਂ ਫਿਰ ਉਹਨਾਂ ਦੇ ਵਿੱਚ ਕੋਈ ਲੱਛਣ ਪਾਇਆ ਜਾਂਦਾ, ਜੇਕਰ ਉਹਨਾਂ ਨੂੰ ਘਰਾਂ ਦੇ ਵਿੱਚ ਕੁਆਰੰਟਾਈਨ ਕੀਤਾ ਜਾਂਦਾ ਜਾਂ ਫਿਰ ਹਸਪਤਾਲਾਂ ਦੇ ਵਿੱਚ ਕੀਤਾ ਜਾਂਦਾ, 14 ਦਿਨਾਂ ਦਾ ਸਮਾਂ ਸੀ ਪਹਿਲਾਂ। ਹੁਣ ਜਿਹੜਾ ਕਿ ਕੈਪਟਨ ਸਾਹਿਬ ਨੇ ਬਿਆਨ ਦਿੱਤਾ ਕਿ ਜੇ ਕੋਈ ਬਾਹਰੋਂ ਵਰਤਦਾ ਉਹਨੂੰ 21 ਦਿਨਾਂ ਦੇ ਲਈ ਅੰਦਰ ਰੱਖਿਆ ਜਾਏਗਾ। ਕੋਈ ਰਿਸਕ ਜਿਹੜਾ ਆ ਉਹ ਨਹੀਂ ਲੈਣਾ ਚਾਹੁੰਦੇ ਤੇ 21 ਦਿਨਾਂ ਲਈ ਜਿਹੜਾ ਆ ਉਹ ਕੀਤਾ ਜਾਏਗਾ। ਤੇ ਇੱਥੇ ਨਾਲ ਦੀ ਨਾਲ ਸੈਂਟਰ ਸਰਕਾਰ ਨੇ ਵੀ ਗੱਲ ਕਹੀ ਆ ਤੇ ਕਿ ਜਿਹੜਾ ਘੱਟ ਲੱਛਣਾਂ ਵਾਲੇ ਜਿਹੜੇ ਵਿਅਕਤੀ ਨੇ, ਜਿਨ੍ਹਾਂ ਦੇ ਉੱਤੇ ਕੋਈ ਇੰਨੇ ਜ਼ਿਆਦਾ ਲੱਛਣ ਨਹੀਂ ਹੈਗੇ, ਉਹਨਾਂ ਨੂੰ ਘਰ ਦੇ ਵਿੱਚ ਵੀ ਜਿਹੜਾ ਹੈ ਕੁਆਰੰਟਾਈਨ ਜਿਹੜਾ ਆ ਕੀਤਾ ਜਾਊਗਾ। ਜੀ ਤੇ ਉੱਥੇ ਜਿਵੇਂ ਜਲੰਧਰ ਵਾਲਿਆਂ ਨੂੰ ਥੋੜੀ ਚਿੰਤਾ ਬਣੀ ਹੋਈ ਸੀ ਕਿਉਂਕਿ ਕੇਸ ਬਹੁਤ ਜ਼ਿਆਦਾ ਜਿਹੜੇ ਆ ਰਹੇ ਨੇ ਕੋਵਿਡ-19 ਨੂੰ ਲੈ ਕੇ, ਤੇ ਜਲੰਧਰ ਵਾਲਿਆਂ ਨੂੰ ਟੈਸਟ ਦੇ ਲਈ ਜਿਹੜਾ ਕਿ ਪਟਿਆਲਾ ਜਾਣਾ ਪੈਂਦਾ ਸੀ, ਤੇ ਸਰਕਾਰ ਨੇ ਉਹਨਾਂ ਦੇ ਲਈ ਥੋੜੀ ਜਿਹੀ ਆਸਾਨੀ ਕਰ ਦਿੱਤੀ ਕਿ ਹੁਣ ਅੰਮ੍ਰਿਤਸਰ ਦੇ ਵਿੱਚ ਜਿਹੜੇ ਟੈਸਟ ਆ ਉਹ ਕਰਾ ਸਕਦੇ ਆ। ਉੱਥੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਹੁਣ ਵੀ ਆਏ ਨੇ ਇਹ ਆਪਣੇ ਜਿਹੜੇ ਸ਼ਰਧਾਲੂਆਂ ਦੇ ਅੰਮ੍ਰਿਤਸਰ ਤੋਂ ਜਿਹੜੇ ਹੋ ਕੇ ਆਏ ਸੀ ਜਿਹੜੇ ਟੈਸਟ ਸੀ। ਤੇ ਜਿਵੇਂ ਹੁਣ ਅਸੀਂ ਬੈਂਕਾਂ ਦੀ ਗੱਲ ਕਰਦੇ ਆ ਜਾਂ ਫਿਰ ਅਸੀਂ ਸ਼ਾਪਾਂ ਤੇ ਜਾਂਦੇ, ਜਦੋਂ ਸਮਾਂ ਖੁੱਲਾ ਮਿਲਦਾ ਸਾਨੂੰ, ਉੱਥੇ ਜਿਹੜਾ ਸੋਸ਼ਲ ਡਿਸਟੈਂਸਿੰਗ ਦਾ ਜਿਹੜਾ ਇੱਕ ਹਿਸਾਬ ਕਿਤਾਬ ਨਹੀਂ ਰੱਖਿਆ ਜਾਂਦਾ। ਉਸੇ ਹੀ ਤਰ੍ਹਾਂ ਸਰ ਕੇਰਲ ਸਰਕਾਰ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ। ਜੇਕਰ ਤੁਸੀਂ ਸ਼ਾਪ ਨੂੰ ਜਾਣਾ, ਮੰਡੀਆਂ 'ਚ ਜਾਣਾ, ਸਬਜ਼ੀ ਫਰੂਟ ਫਲ ਕੁਝ ਵੀ ਖਰੀਦਣਾ ਆ ਤਾਂ ਤੁਸੀਂ ਛਤਰੀਆਂ ਲੈ ਕੇ ਜਾਣਾ। ਜਦੋਂ ਅਸੀਂ ਛਤਰੀ ਲਈ ਹੋਗੀ ਤਾਂ ਕੁਦਰਤੀ ਜਿਹੜਾ ਡਿਸਟੈਂਸ ਆ ਉਹ ਜ਼ਰੂਰ ਬਣੂਗਾ। ਮਤਲਬ ਇਹ ਕਹਿ ਲਓ ਕਿ ਇੱਕ ਚੰਗੀ ਸੋਚ, ਨਾਲੇ ਧੁੱਪ ਤੋਂ ਮੀਂਹ ਤੋਂ ਫਾਇਦਾ ਵੀ ਹੋ ਜਾਏਗਾ, ਫਾਇਦਾ ਹੋ ਜਾਊਗਾ। ਹਾਂਜੀ, ਪਰ ਇੱਥੇ ਇੰਨਾ ਨਾ ਹਰੇਕ ਦੇ ਕੋਲ ਛਤਰੀ ਨਹੀਂ ਹੋਣੀ, ਪਰ ਉਧਰ ਦਾ ਜਿਹੜਾ ਮੌਸਮ ਥੋੜਾ ਉਸ ਹਿਸਾਬ ਦਾ ਹੁੰਦਾ ਤਾਂ ਉੱਥੇ ਤਾਂ ਚਲੋ ਸਾਰਿਆਂ ਕੋਲ ਹੈਗੀ ਹੈ। ਪਰ ਜੇਕਰ ਅਸੀਂ ਸੋਚੀਏ ਕਿ ਅਸੀਂ ਇੱਥੇ ਰੂਲ ਨੂੰ ਫੋਲੋ ਕਰੀਏ ਤਾਂ ਥੋੜਾ ਮੁਸ਼ਕਲ ਆ ਜਾਣੀ। ਲੋਕਾਂ ਨੇ ਫਿਰ ਛਤਰੀਆਂ ਖਰੀਦਣ ਤੋਂ ਪੈਣਾ ਪਹਿਲਾਂ, ਹੈਨਾ? ਛਤਰੀ ਖਰੀਦਣ ਦੇ ਕਹਿਣਾ ਉਹ ਇਹਨਾਂ ਪਹਿਲਾਂ ਸਾਨੂੰ ਛਤਰੀ ਚਾਹੀਦੀ ਹੈ ਜੀ। ਤੇ ਉਸੇ ਤਰ੍ਹਾਂ ਜਿਹੜਾ ਮੁੰਬਈ ਦੇ ਵਿੱਚ 55 ਸਾਲ ਤੋਂ ਜਿਹੜੀ ਵੱਧ ਉਮਰ ਹੈਗੀ ਹੈ ਪੁਲਿਸ ਮੁਲਾਜ਼ਮ ਦੀ, ਉਹਨਾਂ ਨੂੰ ਜਿਹੜਾ ਛੁੱਟੀ ਤੇ ਭੇਜ ਦਿੱਤਾ ਗਿਆ। ਛੁੱਟੀ ਤੇ ਭੇਜ ਦਿੱਤਾ ਗਿਆ। ਉਹ ਕਹਿੰਦੇ ਜਿਹੜੇ ਬਾਕੀ, ਕਿਉਂਕਿ ਉਹਨਾਂ ਦੇ ਵਿੱਚ ਥੋੜਾ ਜ਼ਿਆਦਾ ਇਨਫੈਕਸ਼ਨ ਦਾ ਜਿਹੜਾ ਖਤਰਾ ਉਹ ਬਣਿਆ ਆ, ਵੱਧ ਉਮਰ ਜਿਹੜੀ ਹੈਗੀ ਹੈ, ਤੇ ਇਸ ਕਰਕੇ ਉਹਨਾਂ ਨੇ 55 ਸਾਲ ਤੋਂ ਜਿਹੜੇ ਉੱਪਰ ਪੁਲਿਸ ਮੁਲਾਜ਼ਮ ਹੈਗੇ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਘਰਾਂ 'ਚ ਰਹੋ। ਜੇਕਰ ਸਾਨੂੰ ਕੋਈ ਐਮਰਜੈਂਸੀ ਹੁੰਦੀ ਹੈ, ਕੋਈ ਲੋੜ ਪੈਂਦੀ ਹੈ, ਫਿਰ ਅਸੀਂ ਜਿਹੜੀ ਤੁਹਾਡੀ ਡਿਊਟੀ ਆ ਉਹ ਅਸੀਂ ਲਗਾ ਸਕਦੇ ਹਾਂ। ਬਿਲਕੁਲ ਜੀ। ਤੇ ਉਸੇ ਤਰ੍ਹਾਂ ਸਰ ਇੱਕ ਜਿਹੜੇ ਥੋੜੇ ਦਿਨਾਂ 'ਚ ਇੱਕ ਖਬਰ ਆਪਣੇ ਸਾਰਿਆਂ ਤੱਕ ਪਹੁੰਚੀ ਹੈ ਕਿ ਇਸ ਸਮੇਂ ਦੇ ਦੌਰਾਨ ਜਿਹੜਾ ਸ਼ਰਧਾਲੂ ਹੁੰਦੇ ਨਾ, ਜਿਹੜੇ ਅਸੀਂ ਉਹਨਾਂ ਨੂੰ ਸਾਧੂ ਜਿਹੜੇ ਕਹਿੰਦੇ, ਅਸੀਂ ਕਹਿੰਦੇ ਵੀ ਇਧਰ ਉਧਰ ਘੁੰਮ ਫਿਰ ਕੇ ਆਏ, ਸਾਡੇ ਤੱਕ ਜਿਹੜੇ ਸਾਧੂ ਨੇ ਉਹਨਾਂ ਦੀਆਂ ਜਿਹੜੀਆਂ ਮੌਤਾਂ ਦਾ ਆંકੜਾ ਉਹ ਬੜਾ ਵੱਧ ਰਿਹਾ। ਮਤਲਬ ਮੌਤਾਂ ਨਹੀਂ, ਹੱਤਿਆ ਕਹਿ ਸਕਦੇ, ਕਿਉਂਕਿ ਉਹਨਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ ਕਿਵੇਂ ਉਹਨਾਂ ਦੀ ਹੱਤਿਆ ਹੋ ਰਹੀ ਹੈ। ਹੁਣ ਆਪਾਂ ਕਹਿ ਦਈਏ ਯੂਪੀ ਦੇ ਵਿੱਚ ਕੱਲ ਜਿਹੜਾ 2 ਦੀ ਹੋ ਗਈ ਆ, ਤੇ ਬੜੀ ਮਾੜੀ ਚੀਜ਼ ਆ ਕਿ ਆਪਾਂ ਸਾਧੂ ਦਾ ਉਦਾਂ ਹੀ ਪੂਜਦੇ ਆ, ਤੇ ਬਟ
ਇਹ ਕਹਿ ਸਕਦੇ ਹਾਂ ਕਿ ਵੀ ਬਹੁਤ ਘਿਨਾਉਣੀਆਂ ਹਰਕਤਾਂ ਨੇ ਇਹ। ਜੀ, ਤੇ ਉੱਥੇ ਸਰ ਇੱਕ ਜਿਹੜੀ ਕਿ ਸਟੱਡੀ ਦੇ ਵਿੱਚ ਸਿੰਗਾਪੁਰ ਯੂਨੀਵਰਸਿਟੀ ਆਫ ਟੈਕਨੋਲੋਜੀ ਐਂਡ ਡਿਜ਼ਾਈਨ ਨੇ ਇੱਕ ਗਿਣਤੀ ਮਾਡਲ ਦੇ ਵਿੱਚ ਇਹ ਗੱਲ ਕਹੀ ਹੈ ਕਿ ਭਾਰਤ ਦੇ ਵਿੱਚ 31 ਜੁਲਾਈ ਤੇ ਪੂਰੀ ਦੁਨੀਆ ਦੇ ਵਿੱਚ 26 ਨਵੰਬਰ ਤੱਕ ਜਿਹੜਾ ਇਹ ਵਾਇਰਸ ਆ ਉਹ ਖਤਮ ਹੋ ਸਕਦਾ। ਇਹ ਕੈਪਟਨ ਸਾਹਿਬ ਨੇ ਵੀ ਜਿਹੜੀ ਆ ਕੱਲ ਜਿਹਨੇ ਉਹਨਾਂ ਦੇ ਐਮਐਲਏ ਸਾਹਿਬਾਨ ਦੇ ਨਾਲ ਵੀਡੀਓ ਕਾਨਫਰੰਸਿੰਗ ਹੋਈ ਆ, ਉਹਨਾਂ ਨੇ ਕਿਹਾ ਸੀ ਕਿ ਜੁਲਾਈ ਤੱਕ ਜਿਹੜਾ ਆ ਇੱਥੇ ਪੰਜਾਬ ਦੇ ਵਿੱਚ ਜਾਂ ਇੰਡੀਆ 'ਚ ਆਪਾਂ ਕਹਿ ਸਕਦੇ ਹਾਂ ਜਿਹੜਾ ਕਰੋਨਾ ਆ ਉਹ ਜ਼ਰੂਰ ਰਹੇਗਾ ਪ੍ਰੋਪਰ, ਉਸ ਤੋਂ ਬਾਅਦ ਜਿਹੜਾ ਘਟੇਗਾ। ਤੇ ਇੱਕ ਜਿਵੇਂ ਆਪਾਂ ਸਾਰੇ ਜਾਣਦੇ ਕਿ 1984 ਦੇ ਵਿੱਚ ਜੋ ਵੀ ਹੋਇਆ ਉਹਦਾ ਹਜੇ ਤੱਕ ਇਨਸਾਫ ਨਹੀਂ ਮਿਲਿਆ, ਪਰ ਸਾਨੂੰ ਉਮੀਦ ਹੈ ਕਿ ਜਿਹੜਾ ਇਨਸਾਫ ਹੈ ਉਹ ਜ਼ਰੂਰ ਮਿਲੇਗਾ। ਤੇ ਜਿਹੜੀ ਸਰ ਉਸ ਕੇਸ ਦੀ ਜਿਹੜੀ ਮੁੱਖ ਗਵਾਹ ਆ ਸ਼ੀਲਾ ਕੌਰ, ਉਹਨਾਂ ਨੂੰ ਵੀ ਕਰੋਨਾ ਵਾਇਰਸ ਹੋ ਗਿਆ ਤੇ ਉਹਨਾਂ ਨੇ ਹੁਣ ਪ੍ਰਸ਼ਾਸਨ ਨੂੰ ਜਿਹੜੀ ਕਿ ਇੱਕ ਗੁਹਾਰ ਲਗਾਈ ਹੈ ਕਿ ਕਿਸੇ ਨਾ ਕਿਸੇ ਤਰੀਕੇ ਜਿਹੜਾ ਮੇਰੇ ਵੱਲ ਜ਼ਿਆਦਾ ਧਿਆਨ ਕੇਂਦਰਿਤ ਕੀਤਾ ਜਾਵੇ, ਕਿਉਂਕਿ ਮੈਂ ਇੱਕ ਅਹਿਮ ਗਵਾਹ ਆ। ਜੇਕਰ ਉਹਨੂੰ ਕੁਝ ਹੋ ਜਾਂਦਾ ਤਾਂ ਪੂਰਾ ਕੇਸ ਕਹਿ ਲਓ ਕਿ ਰਫਾ ਦਫਾ ਹੋਣ ਦੇ ਜਿਹੜੇ ਉਹ ਮਤਲਬ ਸਿੰਪਟਮਸ ਜਿਹੜੇ ਉਹ ਬਣਦੇ ਹੈਗੇ ਹਨ। ਤੇ ਉਹਨਾਂ ਨੇ ਜਿਹੜਾ ਇਹ ਉਹੀ ਸ਼ੀਲਾ ਕੌਰ ਹੈ ਜਿਨ੍ਹਾਂ ਨੇ ਜਿਹੜੇ ਕਾਂਗਰਸੀ ਨੇਤਾ ਸੱਜਣ ਕੁਮਾਰ ਸੀ ਉਹਨਾਂ ਨੂੰ ਜੱਜ ਦੇ ਸਾਹਮਣੇ ਮਤਲਬ ਉਹਨਾਂ ਦਾ ਦੱਸਿਆ, ਹਾਂ ਪਛਾਣ ਕੀਤੀ ਸੀ। ਮਤਲਬ ਇੱਕ ਅਹਿਮ ਕਹਿ ਲਓ ਕਿ ਇਸ ਕੇਸ ਨਾਲ ਜੁੜਿਆ ਇਹ ਜਿਹੜਾ ਗਵਾਹ ਹੈਗਾ ਤੇ ਇਹਨਾਂ ਦੇ ਲਈ ਮਤਲਬ ਪ੍ਰਸ਼ਾਸਨ ਨੂੰ ਜ਼ਰੂਰ ਜਿਹੜਾ ਉਹ ਧਿਆਨ ਦੇਣਾ ਚਾਹੀਦਾ ਕਿ ਇਹਨਾਂ ਨੂੰ ਜਿਹੜੀ ਕਿ ਫਰਸਟ ਏਡ ਹੈ ਪਹਿਲ ਦੇ ਤੌਰ ਤੇ ਜਿਹੜੀ ਉਹ ਦਿੱਤੀ ਜਾਵੇ। ਜੀ, ਤੇ ਤੁਸੀਂ ਕੋਈ ਖਬਰ ਜਾਂ ਕੋਈ ਜਾਣਕਾਰੀ ਤਾਂ ਨਹੀਂ ਸਾਂਝੀ? ਜੀ ਬਸ, ਤੇ ਬਾਕੀ ਜਿਹੜੇ ਸ਼ਰਧਾਲੂ ਆ ਰਹੇ ਆ ਉਹਨਾਂ ਲਈ ਕਿੱਥੇ ਅਸੀਂ ਇਹ ਸੁੱਖ ਦਾ ਮੰਨਦੇ ਆ ਕਿ ਜਿਹੜੇ ਯਾਤਰੀ ਉੱਥੋਂ ਨੰਦੇੜ ਸਾਹਿਬ ਤੋਂ ਜਿਹੜੇ ਹੋਰ ਵੀ ਪਹੁੰਚ ਰਹੇ ਉਹਨਾਂ ਦੀ ਰਿਪੋਰਟ ਜਿਹੜੀ ਜਲਦੀ ਨੈਗੇਟਿਵ ਆਵੇ ਤੇ ਉਹ ਆਪਣੇ ਘਰਾਂ ਜਾਣ। ਉੱਥੇ ਵੀ ਬਹੁਤ ਸਾਰੇ ਲੋਕ ਜਿਹੜੇ ਆ JNK ਨੂੰ ਹੁਸ਼ਿਆਰਪੁਰ ਤੋਂ ਜਿਹੜੇ ਆ 567 ਦੇ ਕਰੀਬ ਭੇਜੇ ਗਏ ਨੇ। ਰਾਜਸਥਾਨ ਤੋਂ ਤਕਰੀਬਨ 2500 ਦੇ ਕਰੀਬ ਜਿਹੜੇ ਮਜ਼ਦੂਰ ਆ ਉਹ ਵਾਪਸ ਆਏ ਨੇ, ਉਹਨਾਂ ਦੀਆਂ ਰਿਪੋਰਟਾਂ ਨੈਗੇਟਿਵ ਆਉਣ ਤੇ ਜਿਹੜਾ ਜਲਦੀ ਤੋਂ ਜਲਦੀ ਆ ਸਾਡਾ ਪੰਜਾਬ ਉਹਦੇ ਵਿੱਚੋਂ ਪੂਰੇ ਇੰਡੀਆ ਦੇ ਵਿੱਚੋਂ ਜਿਹੜਾ ਨੰਦੇੜ ਆਪਣਾ ਇਹਦਾ ਕਰੋਨਾ ਦਾ ਆ ਇਹਦਾ ਖਾਤਮਾ ਉਹ ਹੋ ਸਕੇ। ਜੀ, ਤੇ ਸਰ ਜਾਂਦੇ ਜੇਕਰ ਅਸੀਂ ਭਾਰਤ ਦੀ ਰਿਪੋਰਟ ਆਪਣੇ ਦਰਸ਼ਕਾਂ ਨਾਲ ਸਾਂਝੀ ਕਰੀਏ ਤਾਂ ਭਾਰਤ ਦਾ ਜਿਹੜਾ ਅੰਕੜਾ ਹੈਗਾ ਕਰੋਨਾ ਪੀੜਤਾਂ ਦਾ 31332 ਤੱਕ ਜਿਹੜਾ ਉਹ ਪਹੁੰਚ ਗਿਆ। 1007 ਮੌਤਾਂ ਹੋ ਚੁੱਕੀਆਂ ਨੇ ਤੇ 7695 ਲੋਕ ਇਹਦੇ ਵਿੱਚ ਜਿਹੜੇ ਠੀਕ ਹੋਏ ਨੇ। ਪਿਛਲੇ 24 ਘੰਟਿਆਂ ਦੇ ਵਿੱਚ ਜਿਹੜਾ ਦੇਸ਼ ਦੇ ਵਿੱਚ 1897 ਪੂਰੇ ਭਾਰਤ ਦੇ ਵਿੱਚ ਜਿਹੜੇ ਉਹ ਕੇਸ ਸਾਹਮਣੇ ਆਏ ਨੇ ਤਾਂ 73 ਲੋਕਾਂ ਦੀ ਜਿਹੜੀ ਉਹ ਮੌਤ ਹੋ ਗਈ ਹੈ। ਤੇ ਇਸੇ ਤਰ੍ਹਾਂ ਜੇਕਰ ਪੂਰੇ ਵਿਸ਼ਵ ਦੀ ਗੱਲ ਕਰੀਏ ਤਾਂ ਵਿਸ਼ਵ ਦੇ ਵਿੱਚ ਜਿਹੜਾ ਇਹ ਅੰਕੜਾ ਆ 30 ਲੱਖ ਤੋਂ ਜਿਹੜਾ ਕਿ ਪਾਰ ਹੋ ਚੁੱਕਾ, ਮਤਲਬ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਬਣਿਆ ਹੋਇਆ ਹੈ। 2,13,824 ਜਿਹੜੀਆਂ ਹੁਣ ਤੱਕ ਮੌਤਾਂ ਹੋ ਚੁੱਕੀਆਂ ਨੇ। 9,15,988 ਮਰੀਜ਼ ਆ ਜਿਹੜੇ ਉਹ ਠੀਕ ਵੀ ਹੋ ਚੁੱਕੇ ਨੇ। ਪਰ ਜੇਕਰ ਅਸੀਂ ਇਹਨਾਂ ਮਰੀਜ਼ਾਂ ਦਾ ਅੰਕੜਾ ਦੇਖੀਏ ਤਾਂ ਮੌਤਾਂ ਦੇ ਬਰਾਬਰ ਜਿਹੜਾ ਇਹ ਅੰਕੜਾ ਬਹੁਤ ਘੱਟ ਹੈਗਾ, ਹਨਾ। ਤੇ ਉੱਥੇ ਹੀ ਅਸੀਂ ਅਖੀਰ ਦੇ ਵਿੱਚ ਇਹੀ ਕਵਾਂਗੇ ਕਿ ਤੁਸੀਂ ਘਰਾਂ ਦੇ ਵਿੱਚ ਰਹੋ, ਲੋਕਡਾਊਨ ਦਾ ਪਾਲਣ ਕਰੋ, ਆਪਣਾ ਧਿਆਨ ਰੱਖੋ, ਸਪੈਸ਼ਲੀ ਆਪਣੇ ਬੱਚਿਆਂ ਦਾ ਤੇ ਬਜ਼ੁਰਗਾਂ ਦਾ ਜਿਹੜਾ ਖਾਸ ਉਹ ਧਿਆਨ ਰੱਖਿਆ ਜਾਵੇ। ਸੋ ਕੱਲ ਅਸੀਂ ਫਿਰ ਨਵੀਂ ਜਾਣਕਾਰੀ ਦੇ ਨਾਲ ਹਾਜ਼ਰ ਹੋਵਾਂਗੇ। ਹੁਣ ਤੱਕ ਦੇ ਲਈ ਦਿਓ ਇਜਾਜ਼ਤ। ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ।